श्री हर कृष्ण जिस डिठे सब दुख जाए, जिस डिठे सब दुख जाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਅਤੇ ਯੂਰਪ ਨਿਵਾਸੀ ਦੇਖ ਰਹੀ ਸੰਗਤ ਟੀਵੀ ਸਾਧ ਸੰਗਤ ਜੀ, ਅੱਜ ਅਸੀਂ ਹਰ ਹਫਤੇ ਦੀ ਤਰ੍ਹਾਂ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ। ਅੱਜ ਅਸੀਂ ਮੇਰੇ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਅਵਤਾਰ ਪੁਰਬ ਹੈ, ਅਤੇ ਉਹਨਾਂ ਦੇ ਪ੍ਰਕਾਸ਼ ਦੀਆਂ ਪਹਿਲੋਂ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸੰਗਤ ਟੀਵੀ ਵੱਲੋਂ ਅਤੇ ਸਾਡੇ ਵੱਲੋਂ ਸਾਰਿਆਂ ਨੇ ਵਧਾਈਆਂ ਪ੍ਰਮਾਣ ਕਰਨੀਆਂ ਜੀ। ਉਹ ਅੱਜ ਅਸੀਂ ਮਹਾਰਾਜ ਦੇ ਗੁਰਪੁਰਬ ਦੇ ਉੱਤੇ ਮਹਾਰਾਜ ਦੇ ਕੌਤਕਾਂ ਦੇ ਵਿੱਚ, ਜੋ ਮਹਾਰਾਜ ਨੇ ਬਚਪਨ ਤੋਂ ਲੈ ਕੇ ਮਹਾਰਾਜ ਦਾ ਅਵਤਾਰ ਸਾਹਿਬ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੇ ਘਰ ਹੋਇਆ, ਮਾਤਾ ਕਿਸ਼ਨ ਕੌਰ ਦੀ ਕੁੱਖ ਨੂੰ ਭਾਗ ਲਾਏ ਮਹਾਰਾਜ ਨੇ ਕੀਰਤਪੁਰ ਸਾਹਿਬ ਦੇ ਵਿੱਚ। ਅੱਜ ਅਸੀਂ ਉਹਨਾਂ ਦੇ ਬਾਰੇ ਸਾਰਾ ਬਚਪਨ ਤੋਂ ਲੈ ਕੇ ਕਿਵੇਂ ਕਿਵੇਂ ਮਹਾਰਾਜ ਨੇ ਕੌਤਕ ਕੀਤੇ ਅਤੇ ਕਿਵੇਂ ਕਿਵੇਂ ਗੁਰਤਾ ਗੱਦੀ ਪ੍ਰਾਪਤ ਕੀਤੀ, ਅੱਜ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਹਾਜ਼ਰ ਨੇ ਸਰਦਾਰ ਰਣਜੀਤ ਸਿੰਘ ਜੀ ਰਾਣਾ। ਆਓ ਉਹਨਾਂ ਨੂੰ ਪਹਿਲਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਜੀ, ਅਸੀਂ ਮਹਾਰਾਜ ਦੇ ਅਵਤਾਰ ਪੁਰਬ ਤੋਂ ਸ਼ੁਰੂ ਕਰਾਂਗੇ, ਜਿੱਥੋਂ ਮਹਾਰਾਜ ਨੇ ਕੀਰਤਪੁਰ ਸਾਹਿਬ ਵਿੱਚ ਅਵਤਾਰ ਲੈ ਕੇ ਇਸ ਧਰਤੀ 'ਤੇ, ਦੇਖੋ ਮੇਰੇ ਚੋਜੀ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਲਿਖਦੇ ਨੇ, ਜ਼ਿਕਰ ਕਰਦੇ ਨੇ, ਕਈ ਗੁਰੂ ਸਾਹਿਬਾਨਾਂ ਦਾ ਮਹਾਰਾਜ ਇੱਕ ਇੱਕ ਲਾਈਨ 'ਚ ਦੋ ਦੋ ਗੁਰੂ ਸਾਹਿਬਾਨ ਦਾ ਜ਼ਿਕਰ ਵੀ ਕਰਦੇ ਆਏ ਨੇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਜਦੋਂ ਮਹਾਰਾਜ ਦਾ ਜ਼ਿਕਰ ਆਇਆ, ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਚਲ ਜਾਂਦੇ ਹਨ। ਅਤੇ ਇਹ ਕੋਈ ਕਹਿਣ ਮੁਤਾਬਕ ਨਹੀਂ, ਪ੍ਰਤੱਖ ਵੀ ਹੈ ਸਾਧ ਸੰਗਤ ਜੀ। ਉਦੋਂ ਵੀ ਗਏ ਅਤੇ ਜਿਨ੍ਹਾਂ ਦੀ ਸ਼ਰਧਾ ਅੱਜ ਵੀ ਹੈ ਮਹਾਰਾਜ 'ਤੇ, ਅੱਜ ਵੀ ਜਾਂਦੇ ਅਤੇ ਗਾਂਹ ਵੀ ਜਾਂਦੇ ਰਹਿਣਗੇ। ਅਸੀਂ ਅੱਜ ਉਹਨਾਂ ਦੇ ਸਾਰੇ ਜੀਵਨ ਕਾਲ 'ਤੇ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਰਾਣਾ ਜੀ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ, ਕਿਉਂਕਿ ਮਹਾਰਾਜ ਨੇ ਜਦੋਂ ਅਵਤਾਰ ਧਾਰਿਆ ਕੀਰਤਪੁਰ ਸਾਹਿਬ ਧਰਤੀ 'ਤੇ, ਉੱਥੋਂ ਲੈ ਕੇ ਮਹਾਰਾਜ ਦੇ ਕੌਤਕ, ਅਵਤਾਰ ਪੁਰਬ ਤੋਂ ਲੈ ਕੇ ਬਚਪਨ ਦੇ ਕੌਤਕ ਨਾਲ ਸਾਨੂੰ ਸਾਂਝ ਪਾਓ ਜੀ। ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 1656 ਈਸਵੀ ਨੂੰ ਹੋਇਆ। ਜੁਲਾਈ ਦਾ ਮਹੀਨਾ ਸੀ ਔਰ ਉਹਨਾਂ ਨੂੰ 5.25 ਸਾਲ ਦੀ ਉਮਰ 'ਚ ਗੁਰਗੱਦੀ ਦੀ ਦਾਤ ਮਿਲ ਗਈ। ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਬਿਰਾਜਮਾਨ ਹੋ ਗਿਆ, ਕਿਉਂਕਿ 1661 ਦੇ ਵਿੱਚ ਗੁਰੂ ਹਰਰਾਏ ਸਾਹਿਬ ਜੀ ਜੋਤੀ ਜੋਤ ਸਮਾ ਗਏ, ਅਤੇ ਜਦੋਂ ਉਹਨੂੰ ਗੁਰਗੱਦੀ ਦਿੱਤੀ, ਜਦੋਂ ਉਦੋਂ ਮਹੀਨਾ ਅਕਤੂਬਰ ਦਾ ਸੀਗਾ। ਸੋ 5.25 ਮਹੀਨੇ ਜਿਹੜਾ ਸਮਾਂ ਬਣਦਾ, ਬੜੀ ਛੋਟੀ ਉਮਰ ਦੇਖਣ ਨੂੰ, ਜਿਹੜੀ ਦੁਨਿਆਵੀ ਨਿਗਾਹ ਨਾਲ ਦੇਖੀ ਤਾਂ ਬਹੁਤ ਛੋਟੀ ਉਮਰ ਬਣਦੀ ਆ। ਪਰ ਇਹ ਗੁਰਗੱਦੀ ਗੁਰੂ ਨਾਨਕ ਦੀ, ਅਤੇ ਗੁਰੂ ਨਾਨਕ ਦੀ ਜੋਤ ਜਦੋਂ ਆ ਗਈ, ਅਤੇ ਉਦੋਂ ਸਰਬ ਸ਼ਕਤੀਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਣ ਗਏ। ਵੀ ਛੋਟੀ ਉਮਰ ਸੀ। ਔਰ ਗੁਰੂ, ਤੁਸੀਂ ਦੱਸ ਵੀ ਚੁੱਕੇ ਹੋ, ਗੁਰੂ ਹਰ ਰਾਏ ਸਾਹਿਬ ਦੇ ਘਰ ਇਹਨਾਂ ਦਾ ਪ੍ਰਕਾਸ਼ ਹੋਇਆ। ਮਾਤਾ ਕਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ। ਕੀਰਤਪੁਰ ਸਾਹਿਬ ਦੇ ਵਿੱਚ ਸ਼ੀਸ਼ ਮਹਿਲ ਸਾਹਿਬ, ਉੱਥੇ ਗੁਰਦੁਆਰਾ ਸਾਹਿਬ ਹੈ ਅੱਜ, ਉਦੋਂ ਵੀ ਉਹਨੂੰ ਸ਼ੀਸ਼ ਮਹਿਲ ਹੀ ਆਖਿਆ ਜਾਂਦਾ ਸੀਗਾ, ਕਿਉਂਕਿ ਇਹ ਜਿਹੜਾ ਸ਼ੀਸ਼ ਮਹਿਲ ਆ, ਇਹ ਬਾਬਾ ਗੁਰਦਿੱਤਾ ਜੀ ਨੇ ਬਣਵਾਇਆ ਸੀ ਗੁਰੂ ਹਰਗੋਬਿੰਦ ਜੀ ਦੇ ਕਹਿਣ ਦੇ ਉੱਤੇ। ਕੀਰਤਪੁਰ ਜਦੋਂ ਵਸਾਉਣਾ ਕੀਤਾ 1628 ਦੇ ਵਿੱਚ, ਜਦੋਂ ਅੰਮ੍ਰਿਤਸਰ ਦੀ ਪਹਿਲੀ ਜੰਗ ਹੋਈ, ਉਹ ਜੰਗ ਤੋਂ ਬਾਅਦ ਵਿੱਚ ਸਤਿਗੁਰੂ ਜੀ ਝਬਾਲ ਤੋਂ ਹੁੰਦੇ ਕਰਤਾਰਪੁਰ ਆ ਗਏ, ਅਤੇ ਕਰਤਾਰਪੁਰ ਆ ਕੇ ਸਤਿਗੁਰੂ ਜੀ ਨੇ ਫੈਸਲਾ ਕੀਤਾ ਕਿ ਸਾਨੂੰ ਹੁਣ ਜਿਹੜੀ ਹਕੂਮਤ ਆ, ਇਹਦੇ ਨੇੜੇ ਨੇੜੇ ਦੋ ਸੂਬੇ ਬੜੇ ਵੱਡੇ, ਕਰਤਾਰਪੁਰ 'ਤੇ ਵੀ ਦੋਨੇ ਹਮਲਾਵਰ ਇਕੱਠੇ ਹੋ ਕੇ, ਇੱਕ ਬੰਨੇ ਜਲੰਧਰ ਵਾਲਾ ਸੂਬਾ ਸੀ, ਇੱਕ ਬੰਨੇ ਲਾਹੌਰ ਦਾ ਸੂਬਾ ਸੀ, ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਫੈਸਲਾ ਸੀ ਕਿ ਇਹਨਾਂ ਦੇ ਸੂਬਿਆਂ ਦੀ ਪਹੁੰਚ ਤੋਂ ਥੋੜ੍ਹਾ ਦੂਰ ਸਿੱਖੀ ਦਾ ਪ੍ਰਚਾਰ ਕੇਂਦਰ ਹੋਣਾ ਚਾਹੀਦਾ, ਜਿੱਥੇ ਪ੍ਰਚਾਰ ਕੇਂਦਰ 'ਤੇ ਹਮਲਾ ਨਾ ਹੋ ਸਕੇ। ਅਤੇ ਉਹਨਾਂ ਨੇ ਪਹਾੜਾਂ ਦੇ ਵਿੱਚ ਥਾਂ ਲੈ ਕੇ, ਕੀਰਤਪੁਰ ਲਈ ਮੁੱਲ ਥਾਂ ਲੈ ਕੇ, ਉਹਨਾਂ ਵਿੱਚੋਂ ਇੱਕ ਰਾਜੇ ਦੇ ਕੋਲੋਂ, ਜਿਹੜੇ ਰਾਜੇ ਉਹਨਾਂ ਨੇ 52 ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੀ ਜੇਲ੍ਹ 'ਚੋਂ ਛੁਡਾਏ ਸੀ, ਸੋ ਉਹਨਾਂ 'ਚੋਂ ਥਾਂ ਮੁੱਲ ਲਈ ਗੁਰੂ ਹਰਗੋਬਿੰਦ ਸਾਹਿਬ ਨੇ, ਅਤੇ ਬਾਬਾ ਗੁਰਦਿੱਤਾ ਜੀ ਦੀ ਡਿਊਟੀ ਲਾਈ ਸੀਗੀ
ਕਿ ਤੁਸੀਂ ਜੀ ਜਾ ਕੇ ਉੱਥੇ ਸ਼ਹਿਰ ਵਸਾਉਣਾ ਕਰੋ। ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੀ, ਜੇ ਜਨਮ ਸਾਖੀ ਦੀ ਗੱਲ ਕੀਤੀ ਜਾਵੇ ਤਾਂ ਸਾਈਂ ਬੁੱਢਨ ਜੀ ਨਾਲ ਕਿ 7ਵੇਂ ਜਾਮੇ 'ਚ ਤੁਹਾਡੇ 6ਵੇਂ ਜਾਮੇ 'ਚ ਜਾ ਕੇ ਤੁਹਾਡੇ ਕੋਲ 6ਵੇਂ 7ਵੇਂ ਜਾਮੇ 'ਚ ਜਾ ਕੇ ਇੱਥੇ ਬੈਠਾਂਗੇ, 6ਵੇਂ ਜਾਮੇ 'ਚ ਤੁਹਾਡੇ ਕੋਲ ਆ ਕੇ ਸਮੁੰਦਰ ਵੀ ਛਕ ਦੁੱਧ ਵੀ ਛਕਾਂਗੇ। ਸੋ ਜਨਮ ਸਾਖੀ ਵਾਲੇ ਜਿਹੜੇ ਬਚਨ ਸੀਗੇ ਤੇ ਉਹਨਾਂ ਨਾਲ ਜੋੜ ਕੇ ਜੇ ਗੱਲ ਕੀਤੀ ਜਾਵੇ ਤੇ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਗਿਆ। ਉਹਨਾਂ ਨੇ ਆ ਕੇ ਜਿੱਥੇ ਸਾਈਂ ਬੁੱਢਨ ਸਾਹਿਬ ਦਾ ਡੇਰਾ ਸੀਗਾ, ਜਿੱਥੇ ਕਦੀ ਬੱਕਰੀਆਂ ਚਾਰਦੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ, ਬੜੀ ਵੱਡੀ ਉਮਰ ਹੋਈ। ਗੁਰੂ ਹਰਗੋਬਿੰਦ ਸਾਹਿਬ ਦੇ ਵੀ ਇਹਨਾਂ ਨੇ ਦਰਸ਼ਨ ਕੀਤੇ, ਗੁਰੂ ਹਰਰਾਜ ਸਾਹਿਬ ਦੇ ਦਰਸ਼ਨ ਕੀਤੇ ਸਾਈਂ ਬੁੱਢਨ ਸਾਹਿਬ ਨੇ। ਉੱਥੇ ਆ ਕੇ ਨਗਰ ਵਸਾਇਆ ਬਾਬਾ ਗੁਰਦਿੱਤਾ ਜੀ ਨੇ। ਨਗਰ ਵਸਾਉਣ ਤੋਂ ਬਾਅਦ ਸ਼ੀਸ਼ ਮਹਿਲ ਬਣਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਆਏ। ਗੁਰੂ ਹਰਰਾਏ ਸਾਹਿਬ ਜੀ ਨੂੰ ਗੁਰਗੱਦੀ ਇੱਥੇ ਦਿੱਤੀ ਗਈ। 1644 ਦੇ ਵਿੱਚ ਗੁਰਗੱਦੀ ਦਿੱਤੀ ਗੁਰੂ ਹਰਰਾਏ ਸਾਹਿਬ ਨੂੰ। ਗੁਰੂ ਹਰਰਾਏ ਸਾਹਿਬ ਦੀ ਉਦੋਂ ਉਮਰ 14 ਸਾਲ ਦੀ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ। 17 ਸਾਲ ਗੁਰੂ ਹਰਰਾਏ ਸਾਹਿਬ ਗੁਰਗੱਦੀ ਉੱਤੇ ਬਿਰਾਜਮਾਨ ਰਹੇ ਤੇ 1661 ਦੇ ਵਿੱਚ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦੇ ਦਿੱਤੀ। 17 ਸਾਲ ਗੁਰਗੱਦੀ ਦੀ ਸੇਵਾ ਗੁਰੂ ਹਰਰਾਏ ਸਾਹਿਬ ਨੇ 7ਵੇਂ ਪਾਤਸ਼ਾਹ ਨੇ ਕੀਤੀ। ਉਦੋਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ 5.25 ਸਾਲ ਉਮਰ ਸੀਗੀ। ਔਰ ਜਿਹੜਾ ਸ਼ੀਸ਼ ਮਹਿਲ ਸੀਗਾ ਉੱਥੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਰਹਿੰਦੇ ਰਹੇ। ਫਿਰ ਬਾਬਾ ਗੁਰਦਿੱਤਾ ਜੀ ਤਾਂ ਉੱਥੇ ਰਹੇ ਸੀਗੇ। ਫਿਰ ਗੁਰੂ ਹਰਗੋਬਿੰਦ ਸਾਹਿਬ ਰਹੇ। ਫਿਰ ਗੁਰੂ ਹਰਰਾਏ ਸਾਹਿਬ ਦਾ ਪ੍ਰਕਾਸ਼ ਉੱਥੇ ਹੋਇਆ ਜਦੋਂ ਬਾਬਾ ਗੁਰਦਿੱਤਾ ਜੀ ਸੀਗੇ। 7ਵੇਂ ਪਾਤਸ਼ਾਹ ਦਾ ਪ੍ਰਕਾਸ਼ ਵੀ ਉਸੇ ਸਥਾਨ 'ਤੇ ਹੋਇਆ। ਤੇ ਉੱਥੇ ਬਾਅਦ 'ਚ ਜਦੋਂ 7ਵੇਂ ਪਾਤਸ਼ਾਹ ਰਹਿੰਦੇ ਸੀਗੇ ਉਦੋਂ ਉਹਨਾਂ ਦਾ ਪਰਿਵਾਰ ਰਹਿੰਦੇ, ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਹੋਇਆ। ਸੋ ਇੱਕੋ ਥਾਂ ਦੇ ਇੱਕੋ ਘਰ ਦੇ ਵਿੱਚ ਜਦੋਂ ਇੱਦਾਂ ਕਹਿ ਲਈਏ ਸ਼ੀਸ਼ ਮਹਿਲ ਜਿਹੜਾ ਗੁਰੂ ਘਰ ਦੇ ਤੌਰ 'ਤੇ ਜਾਣਿਆ ਜਾਂਦਾ ਸੀਗਾ, ਉਹ ਅੱਜ ਜਾਣਿਆ ਜਾਂਦਾ ਸ਼ੀਸ਼ ਮਹਿਲ ਦੇ ਤੌਰ 'ਤੇ। ਇੱਕੋ ਘਰ ਦੇ ਵਿੱਚ ਇੱਕੋ ਥਾਂ ਦੇ 2 ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ। ਔਰ ਕੀਰਤਪੁਰ ਸਾਹਿਬ ਐਡੀ, ਜਦੋਂ ਆਪਾਂ ਕੀਰਤਪੁਰ ਸਾਹਿਬ ਦੇ ਨਾਲ ਜੋੜ ਕੇ ਗੱਲ ਕਰਦੇ ਕਿ ਐਡੀ ਥਾਂ ਹੈਗੀ ਆ ਕਿ ਇੱਥੇ ਗੁਰੂ ਨਾਨਕ ਸਾਹਿਬ ਵੀ ਆਏ, ਗੁਰੂ ਹਰਗੋਬਿੰਦ ਸਾਹਿਬ ਵੀ ਆਏ, ਗੁਰੂ ਹਰਰਾਏ ਸਾਹਿਬ ਵੀ ਆਏ, ਗੁਰੂ ਹਰਕ੍ਰਿਸ਼ਨ ਸਾਹਿਬ ਵੀ ਆਏ, ਗੁਰੂ ਤੇਗ ਬਹਾਦਰ ਵੀ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਥਾਂ ਦੇ ਉੱਤੇ ਆਏ। ਸੋ ਕੀਰਤਪੁਰ ਜਿਹੜੀ ਆਪਣੇ ਥਾਂ ਦੇ ਵਿੱਚ ਬੜੀ ਆਪਣੇ ਆਪ ਦੇ ਵਿੱਚ 5 ਗੁਰੂ ਸਾਹਿਬਾਨ ਨੇ ਉੱਥੇ ਆ ਕੇ ਕੀਰਤਪੁਰ ਆ ਕੇ ਮੁਕਾਮ ਕੀਤਾ ਜੀ। ਕੀਰਤਪੁਰ ਦੀ ਧਰਤੀ ਜੋ 5 ਗੁਰੂ ਸਾਹਿਬਾਨਾਂ ਦੀ ਸ਼ੋਭ ਪ੍ਰਾਪਤ ਹੈ ਤੇ 2 ਗੁਰੂ ਸਾਹਿਬ ਜੀ ਦਾ ਅਵਤਾਰ ਉੱਥੇ ਹੋਇਆ ਤੇ 6ਵੇਂ ਪਾਤਸ਼ਾਹ ਮਹਾਰਾਜ ਨੇ ਜੋਤੀ ਜੋਤ ਵੀ ਕੀਰਤਪੁਰ ਸਾਹਿਬ ਉੱਤੇ ਪਤਾਲਪੁਰੀ ਮਹਾਰਾਜ ਦਾ ਗੀਠਾ ਸਵਾਇਆ। ਗੁਰੂ ਹਰਰਾਏ ਸਾਹਿਬ ਉੱਥੇ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ, ਕਿਉਂਕਿ ਬਹੁਤ ਪਵਿੱਤਰ ਧਰਤੀ ਹੈ। ਜੋ ਮਹਾਰਾਜ ਤੋਂ ਬਚਪਨ ਦੇ ਵਿੱਚ ਕੀਰਤਪੁਰ ਸਾਹਿਬ ਦਾ ਕੋਈ ਚੋਜ ਮਹਾਰਾਜ ਦਾ ਬਚਪਨ ਦਾ ਕੋਈ? ਬਿਲਕੁਲ, ਜਿਹੜੀ ਜ਼ਿਕਰ ਮੈਂ ਕਰਦਾ ਹਟਿਆ ਸੀ ਕਿ ਬੜੀ ਛੋਟੀ ਜਿਹੀ ਉਮਰ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜਦੋਂ ਗੁਰਗੱਦੀ ਮਿਲੀ 5.25 ਸਾਲ ਦੀ। ਤੇ ਗੁਰੂ ਘਰ ਦੇ ਉਦੋਂ ਤੱਕ ਜਦੋਂ ਤੁਸੀਂ ਸੱਚ ਨਾਲ ਜੁੜੇ ਹੁੰਦੇ ਹੋ ਤੇ ਗੁਰਬਾਣੀ ਨੇ ਜ਼ਿਕਰ ਕੀਤਾ ਹੋਇਆ ਕਿ ਜੇ ਕੋਈ ਸੱਚ ਆਖਦਾ ਨਾ ਤੇ ਫਿਰ ਜਿਹੜੇ ਝੂਠੇ ਹੁੰਦੇ ਜਿਨ੍ਹਾਂ ਦੇ ਪੱਲੇ ਕੂੜ ਹੁੰਦਾ ਉਹ ਵਿਰੋਧੀ ਬਣ ਜਾਂਦੇ। ਹਾਂਜੀ, ਤੇ 2 ਸ਼ਕਤੀਆਂ ਉਦੋਂ ਬਹੁਤ ਵੱਡੀਆਂ ਵਿਰੋਧੀ ਬਣ ਗਈਆਂ ਸੀ ਗੁਰੂ ਘਰ ਦੀਆਂ। ਇਹ ਗੁਰੂ ਨਾਨਕ ਸਾਹਿਬ ਤੋਂ ਵੈਸੇ ਇਹ ਤਾਂ ਵਿਰੋਧ ਸ਼ੁਰੂ ਹੋ ਗਿਆ ਸੀਗਾ। ਇੱਕ ਉਹ ਜਿਹੜੇ ਹਾਕਮ ਸਨ, ਖਾਸ ਤੌਰ ਤੇ ਜ਼ਾਲਮ ਹਾਕਮ, ਜਿਹੜੇ ਚਾਹੁੰਦੇ ਸਨ ਲੋਕਾਂ ਨੂੰ ਲੁੱਟਣਾ। ਕਿਉਂਕਿ ਗੁਰੂ ਘਰ ਨੇ ਹਮੇਸ਼ਾ ਲੋਕਾਂ ਦੀ ਗੱਲ ਕੀਤੀ, ਲੋਕ ਵਿਰਸੇ ਦੀ ਗੱਲ ਕੀਤੀ ਆ, ਲੋਕਾਂ ਨੂੰ ਬਚਾਉਣ ਦੀ ਗੱਲ ਕੀਤੀ, ਲੋਕਾਂ ਨੂੰ ਉਭਾਰਨ ਦੀ ਗੱਲ ਕੀਤੀ ਆ, ਲੋਕਾਂ ਦੀ ਆਜ਼ਾਦੀ ਦੀ ਗੱਲ ਕੀਤੀ, ਲੋਕਾਂ ਦੀ ਸੁਤੰਤਰਤਾ ਦੀ ਗੱਲ ਕੀਤੀ। ਉਹ ਹਾਕਮ ਜਿਹੜੇ ਵਿਦੇਸ਼ੀ ਹਾਕਮ ਸਨ, ਜਿਹੜੇ ਜ਼ਾਲਮ ਹਾਕਮ ਸਨ, ਜਿਹੜੇ ਪੂਰੇ ਦੇਸ਼ ਨੂੰ ਸਮਾਜ ਨੂੰ ਲੁੱਟਣਾ ਚਾਹੁੰਦੇ ਸਨ, ਇੱਕ ਤਾਂ ਗੁਰੂ ਘਰ ਦੇ ਉਹ ਵਿਰੋਧੀ ਬਣੇ। ਉਹ ਗੁਰੂ ਨਾਨਕ ਸਾਹਿਬ ਤੋਂ ਗੱਲ ਸ਼ੁਰੂ ਹੋ ਗਈ। ਬਾਬਰ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਜਾਬਰ ਆਖਿਆ, ਉਦੋਂ ਬਾਅਦ 'ਚ ਸਾਰਾ ਇਤਿਹਾਸ ਆਪਣੇ ਸਾਹਮਣੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਗਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਜੰਗਾਂ ਲੜਨੀਆਂ ਪਈਆਂ। ਇਹ ਸਾਰੇ ਜਿਹੜੇ ਸੀ, ਇੱਕ ਤਾਂ ਹਕੂਮਤ ਜਿਹੜੀ ਸੀ ਜ਼ਾਲਮ ਹਕੂਮਤ ਸੀ, ਵਿਦੇਸ਼ੀ ਹਕੂਮਤ ਸੀ, ਉਹ ਗੁਰੂ ਘਰ ਦੀ ਵਿਰੋਧੀ ਬਣ ਗਈ। ਦੂਜੇ ਉਹ ਲੋਕ ਜਿਹੜੇ ਹਕੂਮਤ ਦੇ ਨਾਲ ਮਿਲ ਕੇ ਆਪਣੇ ਹਲਵੇ ਦੇ ਪ੍ਰਬੰਧ ਕਰੀ ਬੈਠੇ ਸਨ, ਹਕੂਮਤ ਨਾਲ ਅੰਦਰੋਂ ਰਲੇ ਹੋਏ ਸੀ, ਉੱਦਾਂ ਆਪਣੇ ਆਪ ਨੂੰ ਲੋਕਾਂ ਦੇ ਨੁਮਾਇੰਦੇ ਦੱਸਦੇ ਸੀ ਧਰਮ ਦੇ ਨਾਂ ਦੇ ਉੱਤੇ। ਕਿਉਂਕਿ ਉਸ ਸਮੇਂ ਰਾਜ ਗੁਰੂ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ ਵੇਲੇ ਵਿਦੇਸ਼ੀ ਹਾਕਮਾਂ ਦਾ ਸੀ, ਪਰ ਹਿੰਦੁਸਤਾਨ ਦੇ ਵਿੱਚ ਸਮਾਜ ਜਿਹੜਾ ਸੀਗਾ ਬਹੁਤ ਗਿਣਤੀ ਹਿੰਦੂ ਹੋਣ ਕਰਕੇ ਹਿੰਦੂ ਸਮਾਜ ਸੀਗਾ, ਜਿਹਦੀ ਅਗਵਾਈ ਜਾਤ ਅਭਿਮਾਨੀ ਲੋਕਾਂ ਦੇ ਕੋਲ ਸੀਗੀ। ਮੈਂ ਜਾਤ ਦੀ ਗੱਲ ਨਹੀਂ ਕਰਦਾ ਕਿਉਂਕਿ ਉਹ ਲੋਕ ਜਿਹੜੇ ਉਹਨਾਂ 'ਚੋਂ ਇੱਕ ਕੁਛ ਤਬਕਾ, ਛੋਟਾ ਜਿਹਾ ਤਬਕਾ ਜਿਹਨੂੰ ਆਪਾਂ ਵਿਪਰ ਕਹਿ ਸਕਦੇ ਹਾਂ। ਸਤਿਗੁਰੂ ਨੇ ਜਦੋਂ ਵੀ ਕਿਤੇ ਗੱਲ ਕੀਤੀ ਆ ਉਹਨਾਂ ਨੂੰ ਵਿਪਰ ਕਹਿ ਕੇ ਸੰਬੋਧਨ ਕੀਤਾ ਆ। ਤੇ ਉਹ ਜਿਹੜੇ ਲੋਕ ਜਾਤ ਅਭਿਮਾਨੀ ਸਨ, ਜਿਹੜੇ ਵਿਪਰ ਸਨ, ਜਿਹੜੇ ਜਾਤ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਵੱਡੇ ਕਹਿ ਕੇ ਦੂਜੇ ਲੋਕਾਂ ਨੂੰ ਲੁੱਟ ਰਹੇ ਸਨ, ਉਹ ਵੀ ਵਿਰੋਧੀ ਹੋਏ ਸੀ। ਤੇ ਜਦੋਂ ਛੋਟੀ ਉਮਰ ਦੇ ਗੁਰੂ ਸਾਹਿਬ ਨੂੰ ਗੁਰਗੱਦੀ ਮਿਲੀ ਤੇ ਉਹਨਾਂ ਨੂੰ ਲੱਗਾ ਕਿ ਅੱਗੇ ਤਾਂ ਦੇਖੋ ਜੀ ਸਾਡੀ ਗੱਲ ਗਲੀ ਨਹੀਂ, ਹੁਣ ਬੜੀ ਛੋਟੀ ਉਮਰ ਦੇ ਆ ਨਿੱਕਾ ਜਿਹਾ ਬੱਚਾ ਉਹਨਾਂ ਦੀ ਨਿਗਾਹ ਦੇ ਵਿੱਚ ਹੈ ਗੁਰੂ ਨਾਨਕ ਦੀ ਜੋਤ ਹੈ, ਸਮਰੱਥ ਨੇ, ਸਮਰੱਥ ਗੁਰੂ ਸਿਰ ਹੱਥ ਵਾਲੀ ਗੱਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੱਲੀ ਆ ਰਹੀ, ਪ੍ਰਮਾਤਮਾ ਦੀ ਜੋਤ ਹੈ, ਰੱਬੀ ਸ਼ਕਤੀਆਂ ਦੇ ਮਾਲਕ ਨੇ ਸਾਰੇ। ਔਰ ਗੁਰਬਾਣੀ ਨੇ ਜ਼ਿਕਰ ਵੀ ਕੀਤਾ ਇਸ ਗੱਲ ਦਾ। ਗੁਰਬਾਣੀ ਜਦੋਂ ਜ਼ਿਕਰ ਕਰਦੀ ਨਾ ਧਰੂ ਦਾ ਤੇ ਪ੍ਰਹਲਾਦ ਦਾ, ਤੇ ਉਦਾਹਰਨ ਦਿੰਦੀ ਗੁਰਬਾਣੀ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ
ਜਪਿਓ ਹਰ ਜੈਸੀ। ਤੇ ਦੋਵਾਂ ਦੀ ਉਮਰ ਜਿਹੜੀ ਬੇਸ਼ੱਕ ਪ੍ਰੀ ਹਿਸਟੋਰਿਕ ਪੀਰੀਅਡ ਆ, ਪਰ ਜਦੋਂ ਜ਼ਿਕਰ ਆਉਂਦਾ ਉਹਨਾਂ ਦੀ ਉਮਰ 5 ਸਾਲ ਕਹੀ ਜਾਂਦੀ, ਧਰੂ ਦੀ ਵੀ ਤੇ ਪ੍ਰਹਲਾਦ ਦੀ ਵੀ। ਆਪਾਂ ਤੁਹਾਡੀ ਇਹ ਗੱਲ ਤੋਂ ਮੈਂ ਵੈਸੇ ਜ਼ਿਕਰ ਕਰਦਾ, ਜਦੋਂ ਆਪਾਂ ਕਈ ਨਾਲ ਗੱਲ ਕਰਦੇ ਕਿ ਸਿਆਣੇ ਦੀ ਗੱਲ ਸੁਣੋ। ਹਾਂਜੀ, ਸਿੱਖੀ ਦੇ ਵਿੱਚ ਜਾਂ ਗੁਰਮਤਿ ਦੇ ਵਿੱਚ ਸਿਆਣ ਉਮਰ ਨੂੰ ਨਹੀਂ ਕਿਹਾ ਗਿਆ ਜੀ। ਦੇਖੋ ਤਰਲੂ ਪ੍ਰਹਲਾਦ ਦੀ ਕੀ ਉਮਰ ਹੈ ਜੀ, ਮਹਾਰਾਜ ਉਦਾਹਰਨ ਕਿੱਡੀ ਵੱਡੀ ਦਿੱਤੀ, ਰਾਮ ਜਪੋ ਜੀ ਐਸੇ ਐਸੇ ਤਰਲੂ ਪ੍ਰਹਲਾਦ ਜਪਿਓ ਹਰ ਜੈਸੇ, ਜਿੱਦਾਂ ਉਹਨਾਂ ਨੇ ਜਪਿਆ 5 ਸਾਲ ਤੇ 7 ਸਾਲ ਦੀ ਉਮਰ। ਜੀ ਬਿਲਕੁਲ। ਤੇ ਦੇਖੋ ਆਪਾਂ ਕਈ ਵਾਰ ਕਹਿੰਦੇ ਨੇ ਕਿਉਂਕਿ ਸਿੱਖੀ ਵਿੱਚ ਸਿਆਣਪ ਜਿਹੜੀ ਆ ਬੁਢਾਪਾ ਆ ਉਹ ਅਕਲ ਦੇ ਨਾਲ ਸਮਝਿਆ ਜਾਂਦਾ। ਹਾਂਜੀ, 5 ਸਾਲ ਕੋ ਬਾਅਦ ਬਾਲ ਧਰੂ ਅਨਾਥ ਯਾਨੀ ਕਿ ਗੱਲ ਕੀਤੀ ਗਈ ਭਾਈ ਗੁਰਦਾਸ ਨੇ ਵੀ। ਭਾਈ ਧਰੂ ਜੀ 5 ਸਾਲ ਦੇ ਸੀ, ਪ੍ਰਹਲਾਦ ਜੀ 7 ਸਾਲ ਦੇ ਸੀ ਜਦੋਂ ਉਹਨਾਂ ਦੀਆਂ ਪਰਖਾਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਉਹ ਜਿਹੜੀ ਉਦਾਹਰਨ ਦਿੱਤੀ ਗਈ, ਤੇ ਨਾਲ ਉਦਾਹਰਨ ਦਿੰਦਿਆਂ ਉਹਨੇ ਕਿਹਾ ਵੀ ਜਿਹੜਾ ਪੂਰਾ ਸਾਡਾ ਵਿਰਸਾ ਆ, ਜਿਹੜਾ ਅਧਿਆਤਮਿਕ ਵਿਰਸਾ ਕਦੀ ਇੱਕ ਧਰਮ ਦਾ ਨਹੀਂ ਹੁੰਦਾ। ਅਧਿਆਤਮਿਕ ਵਿਰਸਾ ਸਰਬ ਸਾਂਝਾ ਹੁੰਦਾ, ਜਿਹੜਾ ਉਹਨੂੰ ਅਪਣਾ ਲਵੇ ਉਹਦਾ ਮਾਲਕ ਬਣ ਜਾਂਦਾ। ਸੋ ਜਿਹੜਾ ਸਾਡਾ ਅਧਿਆਤਮਿਕ ਵਿਰਸਾ ਸੀ ਪੁਰਾਣਾ, ਉਹਦੇ 'ਚ ਭਗਤ ਤਾਂ ਹੈ ਨੇ ਛੋਟੀ ਉਮਰ ਦੇ। ਧਰੂ ਛੋਟੀ ਉਮਰ ਦਾ ਭਗਤ ਹੈ, ਉਹਦੀ ਉਦਾਹਰਨ ਦਿੱਤੀ ਜਾਂਦੀ ਹੈ। ਪ੍ਰਹਲਾਦ ਛੋਟੀ ਉਮਰ ਦਾ ਭਗਤ ਹੈ, ਉਹਦੀ ਉਦਾਹਰਨ ਦਿੱਤੀ ਜਾਂਦੀ ਹੈ। ਛੋਟੀ ਉਮਰ ਦੇ ਯੋਧਿਆਂ ਦੀ ਵੀ ਉਦਾਹਰਨ ਦਿੱਤੀ ਜਾਂਦੀ ਆ। ਪਰ ਕਿ ਕ੍ਰਿਸ਼ਨ ਦੀ ਜਦੋਂ ਉਦਾਹਰਨ ਦਿੰਦੇ ਛੋਟੀ ਉਮਰ ਦੇ ਯੋਧੇ ਦੇ ਕਹਿ ਕੇ ਦਿੰਦੇ, ਉਹਨੇ ਛੋਟੇ ਨੇ ਹੀ ਛੋਟੀ ਉਮਰ 'ਚ ਕੰਸ ਦੇ ਭੇਜੇ ਹੋਏ ਵੱਡੇ ਵੱਡੇ ਯੋਧਿਆਂ ਦਾ ਮੁਕਾਬਲਾ ਕੀਤਾ ਸੀ। ਪਰ ਗੁਰੂ ਛੋਟੀ ਉਮਰ ਦਾ ਕੋਈ ਹੋਏਗਾ ਇਹ ਹੈ ਨਹੀਂ ਸੀ ਇਤਿਹਾਸ ਦੇ ਵਿੱਚ। ਇਹ ਗੱਲ ਜਿਹੜੀ ਆ ਪੂਰੀ ਦੀ ਪੂਰੀ ਇਤਿਹਾਸ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਹਿੱਸੇ 'ਚ ਆਈ। ਔਰ ਨਾਲ ਸ਼ਾਇਦ ਮੈਂ ਸੋਚਦਾ ਕਿ 5.25 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਦੇਣ ਦੇ ਪਿੱਛੇ ਚੋਜ ਹੋਵੇ ਸਤਿਗੁਰ ਦਾ, ਇਹ ਗੁਰੂ ਨਾਨਕ ਦੀ ਗੱਦੀ ਦਾ ਇਹ ਚੋਜ ਹੋਵੇ, ਰੱਬੀ ਚੋਜ ਹੋਵੇ ਸਾਨੂੰ ਸਮਝਾਉਣ ਦੇ ਲਈ ਕਿ ਗੁਰਗੱਦੀ ਜਿਹੜੀ ਇਹ ਕਿਸੇ ਉਮਰ ਦੀ ਮੁਥਾਜ ਨਹੀਂ। ਇੱਥੇ 72 ਸਾਲ ਦੀ ਉਮਰ ਦੇ ਵਿੱਚ ਵੀ ਗੁਰਗੱਦੀ ਦਿੱਤੀ ਜਾ ਸਕਦੀ ਆ। ਗੁਰੂ ਅਮਰਦਾਸ ਨੂੰ ਮਿਲੀ ਸੀ, ਉਹ 95 ਸਾਲ ਦੀ ਉਮਰ ਤੱਕ, ਜਦੋਂ ਤੱਕ ਬੰਦਾ ਆਮ ਤੌਰ ਤੇ 65 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦਾ। ਅੱਜ ਦੇ ਸਮੇਂ 'ਚ ਜਦੋਂ ਉਮਰਾਂ ਕਹਿੰਦੇ ਲੰਬੀਆਂ ਹੋ ਗਈਆਂ ਆ, 70 ਸਾਲ ਦੀ ਉਮਰ ਤੋਂ ਬਾਅਦ ਬੰਦਾ ਕਹਿੰਦਾ ਨਹੀਂ ਮੈਂ ਹੁਣ ਕੋਈ ਕਿਸੇ ਕੰਮ ਦਾ ਨਹੀਂ, 80 ਸਾਲ ਤੋਂ ਵੱਧ ਰੱਖ ਲਓ। ਪਰ 95 ਸਾਲ ਦੀ ਉਮਰ ਤੱਕ ਗੁਰੂ ਅਮਰਦਾਸ ਗੁਰਗੱਦੀ ਤੇ ਬਿਰਾਜਮਾਨ ਰਹੇ। ਜਾਨੀ ਜਿਹੜੀ ਸਿੱਖ ਦੀ ਉਮਰ ਐਨ ਅਖੀਰ ਤੱਕ 95 ਸਾਲ ਦੀ ਉਮਰ ਤੱਕ ਉਹ ਗੁਰਗੱਦੀ ਤੇ ਬਿਰਾਜਮਾਨ ਰਹੇ। ਤੇ ਉਧਰ ਆਪਣੇ 5 ਸਾਲ ਦੀ 5.25 ਸਾਲ ਦੀ ਉਮਰ 'ਚ ਗੁਰਗੱਦੀ ਤੇ ਬਿਰਾਜਮਾਨ ਸਤਿਗੁਰ ਨੇ। ਸੋ ਜਿਹੜੀਆਂ ਗੱਲਾਂ ਨਾ ਮੇਰੇ ਖਿਆਲ ਸਾਰੇ ਜੋ ਪਹਿਲਾਂ ਬਣ ਚੁੱਕੀ ਸੀ ਮਿੱਥਾਂ, ਸਾਰੀਆਂ ਤੋੜਨੀਆਂ ਸੀਗੀਆਂ। ਪਰ ਜਦੋਂ ਛੋਟੀ ਉਮਰ 'ਚ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲ ਗਈ ਤੇ ਜਿਹੜੇ ਜਾਤ ਬਹਮਾਨੀ ਸੀਗੇ ਉਹਨਾਂ ਨੇ ਕਿਹਾ ਵੀ ਹੁਣ ਮੌਕਾ ਬਣ ਗਿਆ। ਹੁਣ ਇਹ ਲੋਕਾਂ ਦੇ ਵਿੱਚ ਇਹਨਾਂ ਦੇ ਨਾਲ ਵਿਰੋਧ ਕਰਦੇ ਆ ਕਿਸੇ ਤਰ੍ਹਾਂ। ਤੇ ਉਹਨਾਂ ਨੇ ਪਹਿਲਾਂ ਛੋਟੀ ਉਮਰ ਦਾ ਵਿਰੋਧ ਕੀਤਾ ਵੀ ਇਹ ਤਾਂ ਗੱਲ ਹੁਣ ਗੁਰੂ ਘਰ ਦੀ ਗੱਲ ਬਹੁਤ ਢੈਲੀ ਪੈ ਗਈ ਆ, ਉਹ ਗੱਲ ਰਹੀ ਨਹੀਂ। ਪਰ ਉਹਨਾਂ ਨੇ ਇੱਕ ਜਿਹੜਾ ਉੱਥੇ ਆ ਕੇ ਵੀ ਇੱਕ ਕੋਹੜੀ ਜੱਤ ਬਹਮਾਨੀ ਲੋਕਾਂ ਨੇ ਜਿਹੜੇ ਉੱਥੋਂ ਦੇ ਸਨ, ਜਿਹੜੇ ਲੋਕਾਂ ਨੂੰ ਲੁੱਟਦੇ ਸਨ ਨਾਲ ਦੁਆਲੇ, ਉਹਨਾਂ ਨੇ ਇੱਕ ਕੋਹੜੀ ਗੁਰੂ ਸਾਹਿਬ ਜਦੋਂ ਸਵੇਰੇ ਪਾਲਕੀ 'ਚ ਜਾ ਰਹੇ ਸਨ, ਸੈਰ ਕਰਨ ਦੇ ਲਈ ਜਾ ਰਹੇ ਸਨ, ਤੇ ਉਦੋਂ ਉਹਨਾਂ ਦਾ ਇੱਕ ਕੋਹੜੀ ਜਿਹੜਾ ਸੀਗਾ ਉਹ ਮੋਰੇ ਲੰਮਾ ਪਾਤਾ ਖੜਾ ਕਰ ਦਿੱਤਾ ਕਿ ਲਓ ਜੀ ਜੇ ਤੁਸੀਂ ਗੁਰੂ ਨਾਨਕ ਦੀ ਜੋਤ ਸਮਰੱਥ ਹੋ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਕੋਹੜੀ ਜਿਹੜੇ ਸੀਗੇ ਠੀਕ ਕੀਤੇ ਸੀ ਤੇ ਮੇਰੇ ਤੇ ਵੀ ਕਿਰਪਾ ਕਰੋ ਫਿਰ। ਤੇ ਸਤਿਗੁਰੂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਖਿਆ ਵੀ ਇਹ ਤਾਂ ਹੁਣ ਪਰਖ ਕਰ ਰਿਹਾ। ਗੁਰੂ ਘਰ 'ਚ ਵੈਸੇ ਕਰਾਮਾਤ ਨਹੀਂ, ਸਹਿਜ ਵਰਦਾ ਗੁਰੂ ਘਰ, ਸਹਿਜ ਵਰਦਾ ਗੁਰੂ ਦਾ ਬੋਲਿਆ ਹੀ ਪ੍ਰਵਾਨ ਆ। ਗੁਰੂ ਨੂੰ ਸਰਵ ਸਮਰੱਥੀਆਂ ਸ਼ਕਤੀਆਂ ਦਾ ਮਾਲਕ ਕਿਹਾ ਆ, ਕਿੰਨੀਆਂ ਸਮਰੱਥਾਂ ਦਾ ਮਾਲਕ ਕਿਹਾ। ਗੁਰਬਾਣੀ ਕਹਿੰਦੀ ਕਿ ਜੇ ਗੁਰੂ ਚਾਹੇ ਤਾਂ ਉਹ ਜਿੱਥੇ ਧਰਤੀ ਆ ਉੱਥੇ ਖੂਹ ਬਣਾ ਸਕਦਾ, ਖੂਹ ਹੋਵੇ ਉੱਥੇ ਪਰਬਤ ਖੜਾ ਕਰ ਸਕਦਾ, ਜਿੱਥੇ ਪਰਬਤ ਆ ਉੱਥੇ ਸਮੁੰਦਰ ਪੈਦਾ ਕਰ ਸਕਦਾ ਹੈ। ਗੁਰਬਾਣੀ ਦੀਆਂ ਅਗਵਾਈਆਂ ਵਿੱਚ ਮਿਲਦੀਆਂ ਆ। ਔਰ ਮੈਂ ਸ਼ਬਦਾਂ ਦੇ ਵਿੱਚ ਨਾ ਜਾਵਾਂ, ਲੰਮੀ ਗੱਲ ਹੋ ਜਾਏਗੀ। ਤੇ ਸਤਿਗੁਰੂ ਨੇ ਆਪਣਾ ਰੁਮਾਲ ਦੇ ਕੇ ਉਹਨੂੰ ਕਿਹਾ ਵੀ ਲੈ ਫਿਰ ਸ਼ਰਧਾ ਨਾਲ ਨਾ ਗੁਰੂ ਨਾਨਕ ਦਾ ਨਾਂ ਲੈ ਕੇ, ਜੇ ਤੂੰ ਗੁਰੂ ਨਾਨਕ ਦਾ ਨਾਂ ਲਿਆ ਹੀ ਆ ਤੇ ਗੁਰੂ ਨਾਨਕ ਦਾ ਨਾਂ ਲੈ ਕੇ ਕਿ ਗੁਰੂ ਨਾਨਕ ਰੱਬ ਦੀ ਜੋਤ ਆ, ਗੁਰੂ ਨਾਨਕ ਸਰਬ ਸ਼ਕਤੀਮਾਨ ਹੈ, ਗੁਰੂ ਨਾਨਕ ਤੇ ਮੇਰੀ ਸ਼ਰਧਾ ਆ, ਤੇ ਲੈ ਰੁਮਾਲ ਜਿਹੜਾ ਸਾਡਾ ਲੈ ਜਾ, ਗੁਰੂ ਨਾਨਕ ਦਾ ਨਾਂ ਲੈ ਕੇ ਆਪਣੇ ਸਰੀਰ ਤੇ ਫੇਰਿਆ ਕਰੀ। ਜਿੱਦਾਂ ਸਰੀਰ ਤੇ ਫੇਰੇ ਉਦਾਂ ਠੀਕ ਹੋਣਾ ਸ਼ੁਰੂ ਹੋ ਗਿਆ। ਸੋ ਇਹ ਜਿਹੜੇ ਜਿਨ੍ਹਾਂ ਨੇ ਵਿਰੋਧ ਕਰਾਉਣਾ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਗੱਲ ਉਲਟੀ ਪੈ ਗਈ। ਤੇ ਸਤਿਗੁਰੂ ਦੀ ਜਿਹੜੀ ਮਹਿਮਾ ਸੀ, ਜਿਹੜੀ ਸਤਿਗੁਰੂ ਦੀ ਸਮਰੱਥਾ ਸੀਗੀ, ਇਹ ਹੋਰ ਵੀ ਫੈਲੀ। ਇਹ ਕੀਰਤਪੁਰ ਦੀ ਘਟਨਾ ਜਿਹੜੀ ਸਾਡੇ ਇਤਿਹਾਸ ਨੇ ਸਾਂਭੀ ਹੋਈ ਆ ਸੂਰੀ ਪ੍ਰਕਾਸ਼ ਨੇ। ਦੇਖੋ ਜੋਤ ਜਦੋਂ ਮਹਾਰਾਜ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਵਿੱਚ 5 ਸਾਲ ਦੀ ਅਵਸਥਾ 'ਚ ਗੁਰਤਾ ਗੱਦੀ ਦੇ ਦਿੱਤੀ, ਇਹ ਤੁਸੀਂ ਅੱਗੇ ਵੀ ਜ਼ਿਕਰ ਕਰ ਸਕੇ। ਕਿਉਂਕਿ ਜਿਹੜੀ ਜੋਤ ਆ ਨਾ ਇਹ ਮਹਾਰਾਜ ਪ੍ਰਗਟਾ ਕੇ ਦੱਸਦਾ ਵੀ ਉਮਰ ਦਾ ਕੋਈ ਸੰਬੰਧ ਨਹੀਂ ਜੀ। ਬਿਲਕੁਲ ਉਹ 5 ਸਾਲ ਦੀ ਉਮਰ ਵਿੱਚ ਵੀ ਚੋਜੀ ਪ੍ਰੀਤਮ ਜੀ ਬਣ ਕੇ ਆਉਂਦੇ ਹਨ ਤੇ 72 ਸਾਲ ਦੀ ਉਮਰ ਵਿੱਚ ਵੀ ਗੁਰਮੁਖ ਬੁੱਢੇ ਕਦੇ ਨਹੀਂ, ਜਿਹਨਾਂ ਅੰਤਰ ਸੁਰਤ ਗਿਆਨ, ਕਿਉਂਕਿ ਜਿਨ੍ਹਾਂ ਦੇ ਉੱਥੇ ਸੁਰਤੀ ਲੱਗੀ ਆ ਉਹ ਕਦੀ ਬੁੱਢੇ ਨਹੀਂ ਹੁੰਦੇ। ਦੇਖੋ ਇਸ ਗੁਰਤਾ ਗੱਦੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਤੇ ਲੈਣੀ ਵੀ ਚਾਹੀਦੀ ਆ। ਗੁਰੂ ਸਾਹਿਬ ਦੇ ਵੱਡੇ ਸਪੁੱਤਰ ਸਨ ਬਾਬਾ ਰਾਮ ਰਾਏ ਜੀ, ਉਹ ਵਿਦਵਾਨ ਸਨ, ਸਾਰਾ ਕੁਝ ਸਨ, ਪਰ ਕਿਉਂ ਗੁਰੂ ਘਰ ਤੋਂ ਮਹਾਰਾਜ ਨੇ ਉਹਨਾਂ ਨੂੰ ਖਾਰਜ ਕਰ ਦਿੱਤਾ ਤੇ ਮੱਥੇ ਨਹੀਂ ਲਾਇਆ। ਸਿਰਫ ਇੱਕ ਤੁਕ ਆਪਣੇ ਰਸਨਾ ਤੋਂ ਕਹਿਣ, ਲਿਖਤੀ ਤੌਰ ਤੇ ਨਹੀਂ ਬਦਲੀ, ਬਿੱਟੀ ਮੁਸਲਮਾਨ ਦੀ ਥਾਂ ਬੇਈਮਾਨ ਦੀ ਕਹਿ ਦਿੱਤਾ। ਤੇ ਮਹਾਰਾਜ ਨੂੰ ਜਦੋਂ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਵੀ ਰਾਮ ਰਾਏ ਨੇ
ਅੱਜ ਵੀ ਸਾਨੂੰ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਆ। ਜੋ ਸਾਡਾ ਬਹੁਤ ਟੋਲਾ ਲਾਲਚ ਵਿੱਚ ਆ ਕੇ ਜਾਂ ਕਿਸੇ ਦੇ ਦਬਾਅ ਥੱਲੇ ਆ ਕੇ ਅਸੀਂ ਗੁਰੂ ਦੀ ਬਾਣੀ ਬਦਲ ਰਹੇ ਹਾਂ ਜਾਂ ਗੁਰੂ ਦੇ ਅੱਛੇ ਮੁਤਾਬਕ ਤੋਂ ਉਲਟ ਜਾ ਰਹੇ ਹਾਂ। ਇਹ ਦੇਖੋ ਵੀ ਜੇ ਸਮਰੱਥ ਗੁਰੂ ਮਹਾਰਾਜ ਆਪਣੇ ਸਪੁੱਤਰ ਨੂੰ ਨਹੀਂ ਬਖਸ਼ ਸਕਦੇ ਤੇ ਸਾਨੂੰ ਸਾਡਾ ਕੀ ਹਾਲ ਹੋਊਗਾ। ਇਹ ਸਾਨੂੰ ਇਸ ਤੋਂ ਗੁਰੂ ਮਹਾਰਾਜ ਦੇ ਗੁਰਪੁਰਬ ਤੋਂ ਸਿੱਖਿਆ ਲੈਣੀ ਚਾਹੀਦੀ ਆ, ਕਿਉਂਕਿ ਮਹਾਰਾਜ ਨੇ ਉਹਨੂੰ ਕਹਿ ਦਿੱਤਾ ਰਾਮ ਰਾਏ ਨੂੰ ਵੀ ਸਾਡੇ ਮੱਥੇ ਨਾ ਲੱਗੀ, ਤੇ ਲਾਇਆ ਵੀ ਨਹੀਂ ਮਹਾਰਾਜ ਜਿੰਨਾ ਚਿਰ ਆਪ ਸਰੀਰ ਕਰਕੇ ਰਹੇ। ਇਸੇ ਤਰ੍ਹਾਂ ਫਿਰ ਮਹਾਰਾਜ ਨੇ ਬਾਲਾ ਪ੍ਰੀਤਮ ਜੋ ਛੋਟੇ ਸਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ। ਤੇ ਮਹਾਰਾਜ ਜਦੋਂ ਉੱਥੋਂ ਫਿਰ ਕੀਰਤਪੁਰ ਸਾਹਿਬ ਮਹਾਰਾਜ ਨੇ ਬੜੇ ਚੋਜ ਕੀਤੇ ਕਿ ਬੜੀ ਪਵਿੱਤਰ ਧਰਤੀ ਮਹਾਰਾਜ ਰਹੇ। ਉਦੋਂ ਫਿਰ ਦਿੱਲੀ ਮਹਾਰਾਜ ਨੂੰ ਜਾਣ ਦਾ ਕੀ ਕਾਰਨ ਬਣਿਆ ਤੇ ਮਹਾਰਾਜ ਦਿੱਲੀ ਕਿਵੇਂ ਗਏ, ਤੇ ਮਾਤਾ ਜੀ ਵੀ ਦਿੱਲੀ ਮਹਾਰਾਜ ਦੇ ਨਾਲ ਗਏ। ਆਪਾਂ ਦਿੱਲੀ ਬਾਰੇ ਪਹਿਲਾਂ ਆਪਾਂ ਰਸਤੇ ਬਾਰੇ ਗੱਲ ਕਰਾਂਗੇ। ਜਦੋਂ ਆਪਾਂ ਦਿੱਲੀ ਕਿਉਂ ਗਿਆ ਕਾਰਨ ਜਿਹੜਾ ਤੁਹਾਡਾ ਸਵਾਲ ਹੈ, ਪਹਿਲਾਂ ਉੱਥੇ ਆ ਜਾਂਦੇ ਗੱਲ ਤੁਰਨ ਦੀ ਬਾਅਦ ਚ ਕਰਦੇ ਆਪਾਂ। ਦਿੱਲੀ ਕਿਉਂ ਗਿਆ ਉਹਦੀ ਤੁਸੀਂ ਰਮਤਾ ਕਰ ਦਿੱਤੀ ਹੈ। ਰਾਮ ਰਾਏ ਗੁਰੂ ਹਰਰਾਏ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਸੀ ਤੇ ਇਹ ਬਾਬਾ ਰਾਮ ਰਾਏ ਜੀ ਨੂੰ ਗੁਰੂ ਹਰਰਾਏ ਸਾਹਿਬ ਨੇ ਆਪਣਾ ਇੱਕ ਤਰ੍ਹਾਂ ਦਾ ਨੁਮਾਇੰਦਾ ਬਣਾ ਕੇ ਜਦੋਂ ਔਰੰਗਜ਼ੇਬ ਨੇ 1660 ਸੱਦਾ ਭੇਜਿਆ ਤੇ ਆਪਣਾ ਵੀ ਗੁਰੂ ਘਰ 'ਚ ਕੋਈ ਬਗਾਵਤ ਦੀ ਗੱਲ ਹੋ ਰਹੀ ਆ ਤੇ ਆਪਣਾ ਨੁਮਾਇੰਦਾ ਬਣਾ ਕੇ ਦਿੱਲੀ ਭੇਜਿਆ ਸੀਗਾ। ਗੁਰੂ ਹਰਰਾਏ ਸਾਹਿਬ ਨੇ ਆਪ ਨਹੀਂ ਗਿਆ, ਅਸੀਂ ਸੱਦਿਆ ਗੁਰੂ ਹਰਰਾਏ ਸਾਹਿਬ ਨੂੰ। ਗੁਰੂ ਹਰਰਾਏ ਸਾਹਿਬ ਨੇ ਕਿਹਾ ਅਸੀਂ ਨਹੀਂ, ਸਾਡਾ ਨੁਮਾਇੰਦਾ ਆਵੇਗਾ, ਨਾਲ ਸਿੰਘ ਦੇ ਕੇ ਤੋਰੇ ਜਿਹੜੇ ਮਸੰਦ ਸੀਗੇ ਉਹਨਾਂ ਦਿਨਾਂ 'ਚ ਮੁਖੀ ਸਿੱਖ ਮਸੰਦ ਮੁਖੀ ਸਿੱਖ ਹਾਂਜੀ ਸਭ ਕੁਝ ਦੇਖ ਤੋਰਿਆ। ਆਹੋ ਸਭ ਕੁਝ ਸ਼ਕਤੀਆਂ ਵੀ ਦੇ ਕੇ ਤੋਰੀਆਂ, ਇਹ ਸਮਰੱਥਾ ਦੇ ਕੇ ਤੋਰੀ, ਥਾਪੜਾ ਦੇ ਕੇ ਤੋਰਿਆ ਤੇ ਇਹ ਦਿੱਲੀ ਪਹੁੰਚ ਗਿਆ। ਪਰ ਉੱਥੇ ਜਾ ਕੇ ਰਾਮ ਰਾਏ ਦੀ ਚੜ੍ਹਤ ਵੀ ਬੜੀ ਹੋਈ। ਇਤਿਹਾਸ ਨੇ ਤਾਂ ਬਹੁਤ ਜ਼ਿਕਰ ਕੀਤਾ ਆ ਕਿ ਉਹਨਾਂ ਦੀ ਬਹੁਤ ਚੜ੍ਹਤ ਹੋਈ, ਬਾਦਸ਼ਾਹ ਸ਼ਰਧਾਲੂ ਤੱਕ ਵੀ ਹੋ ਗਿਆ। ਪਰ ਜਦੋਂ ਚੜ੍ਹਤ ਦੇ ਨਾਲ ਹੰਕਾਰ ਆ ਜਾਵੇ ਤੇ ਹਰਜੀ ਹੰਕਾਰ ਨਾਲ ਭਾਵੀ ਵਾਲੀ ਗੱਲ ਹੈ ਤੇ ਉਹ ਫਿਰ ਚੜ੍ਹਤਾਂ ਰਹਿੰਦੀਆਂ ਨਹੀਂ। ਇੱਕ ਕੱਲ੍ਹ ਕਿਤੇ ਜ਼ਿਕਰ ਕਰ ਰਹੇ ਸੀਗੇ ਤੇ ਸੱਜਣ ਕਹਿ ਰਿਹਾ ਕੋਈ ਫਿਲਮ ਦੀ ਫੋਟੋ ਸੀਗੀ ਸਾਹਮਣੇ ਲੱਗੀ, ਉਹ ਕੋਈ ਹੇਮਕੁੰਟ ਦੇ ਦਿਖਾ ਰਹੇ ਸੀਗੇ, ਕੁਛ ਲੋਕ ਜਾ ਰਹੇ ਕੁਛ ਆ ਰਹੇ ਆ ਤੇ ਮੇਰੇ ਨਾਲ ਬੈਠਾ ਸੱਜਣ ਕਹਿੰਦਾ ਰਾਣਾ ਜੀ ਜਰਾ ਧਿਆਨ ਨਾਲ ਦੇਖੋ। ਮੈਂ ਕੀ ਦੇਖਾਂ? ਕਹਿੰਦਾ ਧਿਆਨ ਨਾਲ ਦੇਖੋ, ਜਿਹੜੇ ਲੋਕ ਚੜ੍ਹ ਰਿਹਾ ਤਾਂ ਨੂੰ ਉਹ ਝੁਕੇ ਹੋਏ ਆ, ਜਿਹੜੇ ਲੋਕ ਉਤਰ ਰਹੇ ਆ ਉਹ ਕੱਸ ਕੇ ਸਰੀਰ ਨੂੰ ਆ ਰਿਹਾ, ਕਿਉਂਕਿ ਪਹਾੜੀ ਦੇ ਉੱਤੋਂ ਸਰੀਰ ਦਾ ਭਾਰ ਜਿਹੜਾ ਕੱਸ ਕੇ ਜਦੋਂ ਉਤਰਨਾ ਪੈਂਦਾ ਆ ਉਦੋਂ ਤੁਸੀਂ ਚਾਹ ਨੂੰ ਸਿਰ ਤਾਂ ਚੱਕ ਕੇ ਪਿੱਛੇ ਨੂੰ ਭਾਰ ਰੱਖਣਾ ਪੈਂਦਾ, ਜਦੋਂ ਚੜ੍ਹਨਾ ਪੈਂਦਾ ਉਦੋਂ ਝੁਕ ਕੇ ਚੜ੍ਹਨਾ ਪੈਂਦਾ। ਤੇ ਕਹਿੰਦਾ ਵੀ ਜਿਹੜਾ ਬੰਦਾ ਝੁਕਿਆ ਹੋਵੇ ਸਮਝ ਲਓ ਚੜ੍ਹ ਰਿਹਾ ਨਿਮਰਤਾ 'ਚ ਆ, ਜਿਹੜਾ ਨਿਮਰਤਾ 'ਚ ਚੜ੍ਹ ਹੀ ਹੋ ਸਕਦਾ। ਜਿਹੜਾ ਝੁਕਿਆ ਹੋਇਆ ਬੰਦਾ ਕਹਿੰਦਾ ਇੱਥੋਂ ਹੀ ਸਿੰਬਲ ਲੈਣਾ ਚਾਹੀਦਾ ਵਿਦਵਾਨ ਸੱਜਣ ਬੈਠੇ ਦੀ ਗੱਲ, ਤੇ ਵੀ ਜਿਹੜਾ ਬੰਦਾ ਝੁਕਿਆ ਹੋਊਗਾ, ਜਿਹੜਾ ਚੜ੍ਹ ਰਿਹਾ ਸਮਝ ਲਓ ਝੁਕਿਆ ਹੋਇਆ, ਉਹਨੂੰ ਝੁਕਣਾ ਹੀ ਪਊਗਾ। ਝੁਕਿਆ ਹੋਇਆ ਬੰਦਾ ਚੜ੍ਹ ਰਿਹਾ ਤੇ ਜਦੋਂ ਬੰਦਾ ਆਕੜ 'ਚ ਖੜਾ ਨਾ, ਇਹਦਾ ਮਤਲਬ ਉਤਰ ਰਿਹਾ, ਉਹ ਉਤਰਾਈ ਉਹਦੀ ਸ਼ੁਰੂ ਹੋ ਗਈ ਆ। ਤੇ ਉਹੀ ਗੱਲ ਬਾਬਾ ਰਾਮ ਰਾਏ ਨਾਲ ਹੋਈ, ਬੜੀ ਚੜ੍ਹਤ ਹੋਈ, ਗੁਰੂ ਦੀਆਂ ਬਖਸ਼ਿਸ਼ਾਂ ਲੈ ਗਿਆ ਸੀ। ਪਰ ਜਦੋਂ ਹੰਕਾਰ ਆ ਗਿਆ, ਜਦੋਂ ਆ ਗਿਆ ਕਿ ਮੈਂ ਕਰ ਰਿਹਾ ਸਭ ਕੁਛ, ਜਦੋਂ ਮੈਂ ਆ ਗਈ ਤੇ ਉਦੋਂ ਬਾਅਦ 'ਚ ਸਵਾਲ ਇੱਦਾਂ ਦਾ ਪੈ ਗਿਆ ਕਿ ਤੁਸੀਂ ਉਹ ਜ਼ਿਕਰ ਕਰ ਦਿੱਤਾ, ਮੈਂ ਉਸ ਵਿਸਤਾਰ 'ਚ ਨਾ ਦੁਬਾਰਾ ਬਾਅਦ 'ਚ ਜਾਵਾਂ ਕਿ ਗੁਰਬਾਣੀ ਦੀ ਤੁਕ ਬਦਲਣੀ ਪੈ ਗਈ। ਬਾਦਸ਼ਾਹ ਦੇ ਕੋਲੋਂ ਵੀ ਗਿਆ, ਉੱਧਰੋਂ ਵੀ ਜਦੋਂ ਗੁਰੂ ਘਰ ਨਾਲ ਸਾਂਝ ਨਹੀਂ ਰਹੀ ਤੇ ਗੁਰੂ ਘਰ ਦਾ ਨੁਮਾਇੰਦਾ ਬਣ ਕੇ ਗਿਆ ਸੀ, ਪਰ ਗੁਰੂ ਘਰ ਤੋਂ ਤਾਂ ਚਲੇ ਗਿਆ। ਗੁਰੂ ਸਾਹਿਬ ਨੇ ਕਿਹਾ ਮੂੰਹ ਨਾਲ ਲੱਗੀ, ਮੱਥੇ ਲੱਗੀ। ਪਰ ਔਰੰਗਜ਼ੇਬ ਜਿਹੜਾ ਸੀਗਾ ਉਹਨੇ ਕਿਹਾ ਵੀ ਗੁਰੂ ਘਰ 'ਚ ਹੁਣ ਫੁੱਟ ਪੈਣ ਲੱਗੀ, ਉਹਨੇ ਜਗੀਰ ਦੇ ਦਿੱਤੀ, ਕੱਚੀ ਜਗੀਰ ਦਿੱਤੀ। ਪਹਿਲਾਂ ਡੇਰਾ ਪੂਰਨ ਨੂੰ ਕੱਚੀ ਜਗੀਰ ਦੇ ਤੌਰ ਤੇ ਇਤਿਹਾਸ ਨੇ ਜ਼ਿਕਰ ਕੀਤਾ ਵੀ ਜਗੀਰ ਦੇਤੀ ਉਹਨੂੰ, ਵੀ ਤੂੰ ਕੋਈ ਗੱਲ ਨਹੀਂ ਤੂੰ ਗੁਰੂ ਘਰ ਜਾ ਸਕਦਾ ਤੇ ਬੈਠ ਕੇ ਸਾਡੇ ਕੋਲ ਇੱਥੇ ਜਗੀਰ ਮਾਣ। ਪਰ ਜਦੋਂ ਜਗੀਰ ਮਾਣ ਵਾਲੀ ਗੱਲ ਹੋ ਗਈ ਤੇ ਜਦੋਂ ਗੁਰੂ ਹਰਰਾਏ ਸਾਹਿਬ ਜੋਤੀ ਜੋਤ ਸੁਭਾਗਾ, ਉਹਨਾਂ ਗੁਰਗੱਦੀ ਦਿੱਤੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ। ਜਦੋਂ 8ਵੇਂ ਪਾਤਸ਼ਾਹ ਨੂੰ ਛੋਟੀ ਗੱਦੀ ਮਿਲ ਗਈ ਤੇ ਰਾਮ ਰਾਏ ਦੇ ਮਸੰਦ ਸੀ, ਜਿਹਦਾ ਨਾਂ ਇਤਿਹਾਸ ਨੇ ਗੁਰਦਾਸ ਜੀ ਆਖਿਆ ਹੈ, ਮਸੰਦ ਗੁਰਦਾਸ ਜੀ। ਰਾਮ ਰਾਏ ਨੇ ਉਹਦੇ ਰਾਏ ਲਿਖਤੀ ਤੌਰ ਤੇ ਸ਼ਿਕਾਇਤ ਔਰੰਗਜ਼ੇਬ ਦੇ ਦਰਬਾਰ 'ਚ ਭੇਜੀ ਕਿ ਦੇਖੋ ਜੀ ਛੋਟੀ ਜੀ ਉਮਰ ਦਾ ਗੁਰਗੱਦੀ ਤੇ ਬਿਠਾ ਦਿੱਤਾ ਗਿਆ, ਹੱਕ ਮੇਰਾ ਬਣਦਾ ਸੀ ਵੱਡੇ ਹੋਣ ਦੇ ਨਾਤੇ, ਤੇ ਉਹ ਛੋਟਾ ਇਸ ਕਰਕੇ ਸਿੱਖਾਂ ਨੇ ਉਹਦੇ ਕਾਬੂ ਨਹੀਂ ਆਉਣਾ ਤੇ ਗੁਰੂ ਘਰ ਦੇ ਵਿੱਚ ਇੱਕ ਬਗਾਵਤ ਫੈਲੂਗੀ ਜਿਹਦਾ ਅਮਨ ਅਮਾਨ ਨੂੰ ਖਤਰਾ ਹੋਊਗਾ, ਹੁਕੂਮਤ ਨੂੰ ਵੀ ਖਤਰਾ ਹੋਊਗਾ। ਇਸ ਕਰਕੇ ਗੁਰਗੱਦੀ ਮੈਨੂੰ ਦਵਾਈ ਜਾਵੇ, ਜਿਹੜੀ ਅਰਜੀ ਭੇਜਤੀ। ਹੁਣ ਔਰੰਗਜ਼ੇਬ ਨੂੰ ਬਹਾਨਾ ਮਿਲ ਗਿਆ, ਉਹ ਚਾਹੁੰਦਾ ਤਾਂ ਪਹਿਲੇ ਸੀਗਾ, ਤੇ ਔਰੰਗਜ਼ੇਬ ਜਦੋਂ ਬਹਾਨਾ ਮਿਲ ਗਿਆ ਤੇ ਔਰੰਗਜ਼ੇਬ ਨੇ ਉਹ ਅਰਜੀ ਨੂੰ ਪਹਿਲਾਂ ਵਿਚਾਰਦਿਆਂ ਵੀ ਟਾਈਮ ਲਾਇਆ, ਅਰਜੀ ਪਹੁੰਚਦਿਆਂ ਵੀ ਟਾਈਮ ਲੱਗਾ। ਤੇ ਇਹ ਸਮਾਂ ਜਿਹੜਾ ਇਤਿਹਾਸ ਮੁਤਾਬਕ 1664 ਦਾ ਬਣਦਾ ਹੈ, ਜਦੋਂ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇੱਕ ਤਰੀਕੇ ਦੇ ਨਾਲ ਸੱਦਿਆ, ਸਿੱਧਾ ਨਹੀਂ ਕਿ ਗੁਰੂ ਹਰਰਾਏ ਸਾਹਿਬ ਨੂੰ ਸਿੱਧਾ ਸੱਦਿਆ ਸੀ, ਗੁਰੂ ਹਰਰਾਏ ਸਾਹਿਬ ਨਹੀਂ ਸਨ ਗਏ, ਨੁਮਾਇੰਦਾ ਭੇਜ ਦਿੱਤਾ, ਨੁਮਾਇੰਦੇ ਤੌਰ 'ਤੇ ਰਾਮ ਰਾਏ ਭੇਜ ਦਿੱਤਾ ਸੀ। ਹੁਣ ਔਰੰਗਜ਼ੇਬ ਨੇ ਇੱਕ ਤਰੀਕਾ ਵੱਖਰਾ ਵਰਤ ਲਿਆ ਕਿ ਉਹਨਾਂ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਆਖਿਆ ਕਿ ਤੇਰਾ ਗੁਰੂ ਘਰ ਨਾਲ ਬਹੁਤ ਪਿਆਰ ਹੈ, ਤੂੰ ਸ਼ਰਧਾਲੂ ਵੀ ਆ, ਤੇ ਜੇ ਤੂੰ ਸ਼ਰਧਾਲੂ ਆ, ਤੇਰੀ ਸ਼ਰਧਾ ਵੀ ਆ, ਤੇ ਤੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤਰੀਕੇ ਨਾਲ ਦਿੱਲੀ ਦੇ ਵਿੱਚ ਸੱਦ। ਹਕੂਮਤ ਦੀ ਗੱਲ ਵੀ ਕਰ, ਹਕੂਮਤ ਸੱਦਣਾ ਚਾਹੁੰਦੀ, ਪਰ ਤੂੰ ਇਹ ਵੀ ਕਹਿ ਕੇ ਸਾਡੀ ਸ਼ਰਧਾ ਤੁਸੀਂ ਜ਼ਰੂਰ ਆਓ
ਤੇ ਰਾਜਾ ਜੈ ਸਿੰਘ ਨੇ, ਰਾਜਪੂਤ ਰਾਜਾ ਸੀ, ਰਾਜਾ ਜੈ ਸਿੰਘ ਨੇ ਆਪਣਾ ਦੀਵਾਨ ਇਤਿਹਾਸ ਉਹਦੇ ਜ਼ਿਕਰ ਕੀਤਾ ਪਰਸਰਾਮ। ਉਹਨੂੰ 50 ਘੋੜਸਵਾਰ ਤੇ ਪਾਲਕੀ ਦੇ ਕੇ ਨਾਲ ਭੇਜਿਆ ਕਿ ਸਾਡੀ ਸ਼ਰਧਾ ਹੈ ਕਿ ਸਤਿਗੁਰੂ ਜੀ ਆ ਕੇ ਤੁਸੀਂ ਸਾਨੂੰ ਦਰਸ਼ਨ ਦਿਓ। ਨਾਲ ਹਕੂਮਤ ਦੀ ਗੱਲ ਵੀ ਦੱਸੀ ਕਿ ਉੱਥੇ ਸ਼ਿਕਾਇਤ ਆਈ ਹੈ, ਤੁਸੀਂ ਆਓਗੇ ਤੇ ਉਹ ਵੀ ਨਿਵਰਤ ਹੋ ਜੂਗੀ। ਤੇ ਸਤਿਗੁਰੂ ਨੂੰ ਜਦੋਂ ਸੁਨੇਹਾ ਪਹੁੰਚਿਆ ਉਹ ਕਹਿੰਦੇ ਵੀ ਦੇਖੋ ਹਕੂਮਤ ਹੁਣ ਦੋਹਰੇ ਦਾ ਪੇਚ ਵਰਤਣ ਲੱਗ ਪਈ ਆ। ਇੱਕ ਬੰਨੇ ਹਕੂਮਤ ਸੱਦਣਾ ਚਾਹੁੰਦੀ ਆ ਪਰ ਉਹਨਾਂ ਨੂੰ ਪਤਾ ਜੇ ਸੱਦਿਆ ਤੇ ਆਉਣਾ ਨਹੀਂ, ਪਰ ਹੁਣ ਸ਼ਰਧਾ ਦੀ ਵੀ ਗੱਲ ਹੋਈ ਹੈ ਤੇ ਕੋਈ ਸਿੱਖ ਸੱਦੇ ਤੇ ਗੁਰੂ ਨਾ ਜਾਵੇ, ਇਹ ਗੱਲ ਹੋ ਨਹੀਂ ਸਕਦੀ। ਹੁਣ ਅਸੀਂ ਜਾਵਾਂਗੇ ਵੀ, ਸਤਿਗੁਰੂ ਨੇ ਕਿਹਾ ਵੀ ਜਾਵਾਂਗੇ ਵੀ ਦਿੱਲੀ, ਸਿੱਖ ਦੇ ਤੌਰ ਤੇ ਸੱਦਿਆ ਰਾਜਾ ਜੈ ਸਿੰਘ ਨੇ, ਉਹਦੇ ਕੋਲ ਰਹਾਂਗੇ ਵੀ। ਪਰ ਜਿਹੜਾ ਔਰੰਗਜ਼ੇਬ ਕਹਿ ਰਿਹਾ ਨਾ ਵੀ ਜਾਣੀ ਕਿ ਜਿਹੜਾ ਇੱਕ ਬੰਨੇ ਵੀ ਬਾਦਸ਼ਾਹ ਦੇ ਪੇਸ਼ ਹੋਣਾ ਹੈ ਤੇ ਅਸੀਂ ਔਰੰਗਜ਼ੇਬ ਨੂੰ ਦਰਸ਼ਨ, ਦਿੱਲੀ ਜਾ ਕੇ ਦਰਸ਼ਨ ਨਹੀਂ ਦਿਆਂਗੇ। ਤੇ ਸਤਿਗੁਰੂ ਇਹ ਐਲਾਨ ਕਰਕੇ ਵੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਬਾਦਸ਼ਾਹ ਦੇ, ਤੇ ਦਿੱਲੀ ਵੀ ਜਾਣਾ ਆ ਆਪਣੇ ਸਿੱਖਾਂ ਦੀ। ਇਹ ਬੜੀ ਔਖੀ ਗੱਲ ਸੀਗੀ ਕਿ ਸਮੇਂ ਦਾ, ਆਪਣੇ ਸਮੇਂ ਦਾ ਸਮਰੱਥ ਬਾਦਸ਼ਾਹ, ਪ੍ਰਭੂ ਸਦਾ ਸੰਪਨ ਰਾਜ ਔਰੰਗਜ਼ੇਬ ਦਾ। ਤੇ ਅੱਜ ਦਾ ਮੈਂ ਕਈ ਰਾਜ ਦੀ ਗੱਲ ਕਰਦਾ ਹੁੰਦਾ ਕਿ ਅੱਜ ਦਾ ਪੂਰਾ ਹਿੰਦੁਸਤਾਨ, ਅੱਜ ਦਾ ਪੂਰਾ ਪਾਕਿਸਤਾਨ, ਅੱਜ ਦਾ ਪੂਰਾ ਬੰਗਲਾਦੇਸ਼, ਇਹ ਜਿਹੜੇ ਆਲੇ ਦੁਆਲੇ ਦੇ ਇਲਾਕੇ ਤਿੱਬਤ ਸਿੱਕਮ ਵਾਲੇ, ਅਫਗਾਨਿਸਤਾਨ ਤੱਕ, ਕਾਬਲ ਵੀ ਇੱਕ ਸੂਬਾ ਹੁੰਦਾ ਸੀ ਉਦੋਂ ਹਿੰਦੁਸਤਾਨ ਦਾ, ਅਫਗਾਨਿਸਤਾਨ ਤੱਕ ਔਰੰਗਜ਼ੇਬ ਦੇ ਨਾਂ ਦਾ ਯਾਨੀ ਕਿ ਬਾਦਸ਼ਾਹ ਅਕਬਰ ਦੇ ਵੇਲੇ ਤੋਂ ਲੈ ਕੇ ਮੁਗਲ ਬਾਦਸ਼ਾਹਾਂ ਦਾ ਸਿੱਕਾ ਚੱਲਦਾ ਹੁੰਦਾ ਸੀ। ਸਭ ਤੋਂ ਵੱਡੀ ਹਕੂਮਤ ਸੀ ਆਪਣੇ ਸਮੇਂ ਦੀ ਦੁਨੀਆ ਦੀ, ਸਭ ਤੋਂ ਵੱਡੀ ਹਕੂਮਤ। ਤੇ ਉਹ ਜਾਣਾ ਵੀ ਰਾਜਧਾਨੀ ਦੇ ਵਿੱਚ ਵੀ ਜਾਣਾ ਆ, ਉੱਥੇ ਪਹੁੰਚਣਾ ਵੀ ਆ, ਪਰ ਬਾਦਸ਼ਾਹ ਦੇ ਮੱਥੇ ਵੀ ਨਹੀਂ ਲੱਗਣਾ। ਇਹ ਬਹੁਤ ਵੱਡੀ ਗੱਲ ਸੀ। ਸਿੱਖ ਥੋੜ੍ਹੇ ਚਿੰਤਾਤਰ ਹੋਣੇ ਵੀ ਬੰਦੇ ਸੀ, ਪਰ ਗੁਰੂ ਸਾਹਿਬ ਨੇ ਦਿੱਲੀ ਜਾਣ ਦਾ ਐਲਾਨ ਕਰਤਾ ਕੀਰਤਪੁਰ ਤੋਂ। ਹਾਂਜੀ ਰਾਣਾ ਜੀ, ਜਿਹੜੀ ਮੈਂ ਹੁਣ ਗੱਲ ਕਰਨ ਤੁਹਾਨੂੰ ਪੁੱਛਣ ਜਾ ਰਿਹਾ, ਦੇਖੋ ਮੈਂ ਸ਼ਰਧਾ ਜਿਹੜੀ ਹੈ ਨਾ ਉਹ ਬੇੜੇ ਪਾਰ ਲਾਦੀ ਹੈ। ਜੇ ਸਿੱਖ ਬਾਣੀ ਵੀ ਘੱਟ ਪੜ੍ਹਦਾ ਹੋਵੇ, ਸੇਵਾ ਵੀ ਘੱਟ ਹੁੰਦੀ ਹੋਵੇ, ਆਪਣਾ ਕਿਰਤੀ ਹੋਵੇ, ਪਰ ਸ਼ਰਧਾ ਗੁਰੂ ਸਾਹਿਬ ਤੇ ਅਟੂਟ ਹੋਵੇ, ਦੂਜੇ ਬੰਨੇ ਨਿਰਾ ਵਿਦਵਾਨ ਹੋਵੇ। ਹੁਣ ਜਿਹੜੀ ਸਾਖੀ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਉਹ ਵਿਦਵਾਨ ਆਪਣੇ ਹੰਕਾਰ ਵਿੱਚ ਹੀ ਸਨ। ਪੰਡਿਤ ਲਾਲ ਚੰਦ ਜੀ ਵਿਦਵਾਨ ਸਨ, ਤੇ ਜਦੋਂ ਉਹਨਾਂ ਨੇ ਮਹਾਰਾਜ ਦਾ ਪੁੱਛਿਆ ਵੀ ਪਾਲਕੀ ਜਾ ਰਹੀ ਆ ਤੇ ਜ਼ਿਕਰ ਕੀਤਾ ਜੀ, ਨਾਂ ਦੱਸਿਆ ਮਹਾਰਾਜ ਦਾ, ਉਹਨਾਂ ਨੇ ਕਿਤੇ ਇੰਨਾ ਵੱਡਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਸਾਡੇ ਤੇ ਕ੍ਰਿਸ਼ਨ ਜੀ ਮਹਾਰਾਜ ਹੋਏ ਆ, ਤਾਂ ਉਹਨਾਂ ਨੇ ਗੀਤਾ ਆਚਾਰੀ ਆ, ਤੇ ਇਹ ਸਾਨੂੰ ਇੱਕ ਸ਼ਲੋਕ ਦਾ ਪਾਠ ਜਾਂ ਕਥਾ ਸੁਣਾ ਦੇਣ। ਤੇ ਉਹ ਮਹਾਰਾਜ ਉਸ ਪੰਡਿਤ ਹੰਕਾਰੀ ਦਾ ਕਿੱਦਾਂ ਹੰਕਾਰ ਤੋੜਿਆ, ਤੇ ਅੱਜ ਉਹ ਤੋਂ ਸਿੱਖਿਆ ਲੈਣ ਦੀ ਵੀ ਲੋੜ ਆ। ਕਿਉਂਕਿ ਅਸੀਂ ਜੇ ਇਕੱਲੇ ਵਿਦਵਾਨ ਹੀ ਰਹੇ, ਗੁਰੂ ਤੇ ਸ਼ਰਧਾ ਨਾ ਰਹੀ, ਤੇ ਜਿਵੇਂ ਰਾਮ ਰਾਏ ਨੂੰ ਅੱਜ ਤੱਕ ਅਸੀਂ ਜਦੋਂ ਜ਼ਿਕਰ ਕਰਾਂਗੇ, ਜਿੰਨਾ ਚਿਰ ਧਰਤੀ ਆਕਾਸ਼ ਚੰਦ ਰਹਿਣਗੇ, ਮਹਾਰਾਜ ਦਾ ਪੰਜ ਤੱਤ ਰਹਿਣਗੇ ਧਰਤੀ ਤੇ, ਉਹਨਾਂ ਚਿਰ ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੀਆਂ ਨੇਕੀਆਂ ਨੂੰ ਅਸੀਂ ਹਰ ਟਾਈਮ ਨਕਮਸਤਕ ਹੁੰਦੇ ਰਵਾਂਗੇ। ਨਾਲ ਰਾਮ ਰਾਏ ਦੇ ਕੀਤੇ ਕਾਰਨਾਮੇ ਨੂੰ ਵੀ, ਜੋ ਉਹਨਾਂ ਨੇ ਗਲਤ ਕੀਤਾ, ਉਹ ਦਾਗ ਲੱਗਾ, ਉਹਨੂੰ ਚੇਤੇ ਕਰਦੇ ਰਵਾਂਗੇ। ਇਸੇ ਕਰਕੇ ਅੱਜ ਸਾਨੂੰ ਸਿੱਖਿਆ ਲੈਣ ਦੀ ਲੋੜ ਆ ਇਤਿਹਾਸ ਤੋਂ। ਗੁਰੂ ਸਾਹਿਬ ਦੇ ਪੁਰਬ ਅਸੀਂ ਤਾਂ ਹੀ ਮਨਾਏ ਜਾਂਦੇ ਆ, ਉਹਨਾਂ ਤੋਂ ਕੁਝ ਸਿੱਖਿਆ ਜਾਂਦਾ ਵੀ ਜੋ ਅਸੀਂ ਅਜੋਕੇ ਸਮੇਂ ਵਿੱਚ ਅੱਜ ਹੋ ਰਿਹਾ, ਇਹ ਤੋਂ ਅਸੀਂ ਗਰੇਜ ਕਰਕੇ ਗੁਰੂ ਸਾਹਿਬ ਤੇ ਅਟੂਟ ਸ਼ਰਧਾ ਰੱਖ ਕੇ, ਬਹੁਤ ਸਾਡਾ ਤਾਂ ਇਤਿਹਾਸ ਹੀ ਨਵਾਂ, ਬਹੁਤ ਕੁਝ ਸਾਡੇ ਕੋਲ ਹੈ ਤੇ ਨਵਾਂ ਇਤਿਹਾਸ ਆ, ਸਾਨੂੰ ਇਹ 'ਤੇ ਸ਼ਰਧਾ ਰੱਖਣੀ ਚਾਹੀਦੀ ਆ। ਜਿਵੇਂ ਉਹ ਪੰਡਿਤ ਕੁਸ਼ੇਤਰ ਜਾਂਦਿਆਂ ਮਹਾਰਾਜ ਨੇ ਪੰਡਿਤ ਲਾਲ ਚੰਦ ਦਾ ਹੰਕਾਰ ਤੋੜਿਆ ਤੇ ਉਸ ਛੱਜੂ ਝੀਰ ਨੂੰ ਮਹਾਰਾਜ ਤੇ ਬਖਸ਼ਿਸ਼ ਕੀਤੀ, ਕਿਉਂਕਿ ਸੁਣੇ ਗੁੰਗ ਜੋ ਜਾਇਜ਼ ਰਸਨਾ ਪਾਵੀ, ਮਹਾਰਾਜ ਦਾ ਫਰਮਾਨ ਆ। ਤੇ ਉਦੋਂ ਵੀ ਮਹਾਰਾਜ ਨੇ ਰਸਨਾ ਗੂੰਗੇ ਨੂੰ ਬਖਸ਼ੀ, ਜੋ ਕਿਰਪਾ ਦ੍ਰਿਸ਼ਟੀ ਕਰ ਦੇਣ। ਤੇ ਅਸੀਂ ਵੀ ਮਹਾਰਾਜ ਕੋਲ ਯਾਚਨਾ ਕਰਦੇ ਹਾਂ, ਸੱਚੇ ਪਾਤਸ਼ਾਹ ਤੇਰੇ ਦਰ ਦੇ ਅਸੀਂ ਕੂਕਰ ਹਾਂ, ਤੇ ਅਸੀਂ ਵੀ ਗੂੰਗੇ ਬੋਲੇ ਹਾਂ, ਤੇ ਮਹਾਰਾਜ ਕਿਰਪਾ ਕਰਕੇ ਆਪਣੀ ਗਿਆਨ ਰੂਪੀ ਛੜੀ ਰੱਖ ਕੇ ਸਾਨੂੰ ਵੀ ਬਖਸ਼ਿਸ਼ ਕਰੋ, ਸਾਡੇ ਵੀ ਜਿਹੜੇ ਆ ਇਹ ਗਿਆਨ ਰੂਪੀ ਨੇਤਰ ਖੁੱਲ੍ਹ ਜਾਣ, ਤੇ ਅਸੀਂ ਗੁਰੂ ਤੇ ਸ਼ਰਧਾ ਰੱਖ ਕੇ ਤੇ ਆਪਣਾ ਜੀਵਨ ਬਤੀਤ ਕਰ ਸਕੀਏ। ਉਸ ਟਾਈਮ ਦੀ ਸ਼ਰਧਾ ਜਿਹੜਾ ਸਾਖੀ ਆ ਉਹ ਜ਼ਿਕਰ ਕਰੋ ਜ਼ਰੂਰ। ਉੱਦਾਂ ਤਾਂ ਗੁਰਦੇਵ ਸਿੰਘ ਜੀ ਤੁਸੀਂ ਆਪਣੇ ਪ੍ਰਸ਼ਨ ਕਰਦਿਆਂ ਹੀ ਸਭ ਕੁਝ ਦੱਸ ਦਿੱਤਾ, ਬਹੁਤ ਕੁਝ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਜਿਹੜੀਆਂ ਰਹਿ ਗਈਆਂ ਦਰੁਸਤ ਕਰਦਾ ਜਾਵਾਂ। ਇੱਕ ਤਾਂ ਜਿਹੜੀ ਤੁਸੀਂ ਕਿ ਨਵਾਂ ਇਤਿਹਾਸ ਹੈ ਤਾਂ ਸ਼ਰਧਾ ਰੱਖਣੀ ਚਾਹੀਦੀ ਆ, ਬਿਲਕੁਲ ਨਵਾਂ ਵਾਲੀ ਗੱਲ ਨਹੀਂ। ਜੇ ਪੁਰਾਣਾ ਹੋ ਗਿਆ ਤਾਂ ਤੁਸੀਂ ਸ਼ਰਧਾ ਨਹੀਂ ਰੱਖਣੀ, ਸ਼ਰਧਾ ਰਹਿਣੀ ਸਾਡੀ ਚਾਹੀਦੀ। ਜਿਹੜੀ ਗੱਲ ਗੁਰੂ ਨਾਲ ਜੁੜੀ ਆ ਉਹਦੇ ਤੇ ਸਾਡੀ ਬਿਲਕੁਲ ਸ਼ਰਧਾ ਨਾਲ ਹੀ ਉੱਥੇ ਟਿਕਾਂਗੇ, ਪੂਰੇ ਵਿਸ਼ਵਾਸ ਨਾਲ ਟਿਕਾਂਗੇ, ਤਾਂ ਗੁਰੂ ਦੀਆਂ ਬਖਸ਼ਿਸ਼ਾਂ ਜਿਹੜੀਆਂ ਉਹ ਸਾਡੇ ਨਾਲ ਆਉਣਗੀਆਂ। ਸੋ ਸਾਡੀ ਗੁਰੂ ਦੇ ਨਾਂ ਨਾਲ ਜਿਹੜੀ ਸ਼ਰਧਾ, ਜਿਹੜੀ ਗੱਲ ਗੁਰੂ ਨਾਲ ਜੁੜ ਗਈ ਆ, ਉਹਨੂੰ ਬਿਲਕੁਲ ਪੂਰੇ ਨਤਮਸਤਕ ਹੋ ਕੇ ਡੰਡੌਤ ਕਰਕੇ ਹਿਰਦੇ ਤੋਂ ਜੇ ਝੁਕਾਂਗੇ ਤੇ ਸਤਿਗੁਰੂ ਦੇ, ਜੇ ਗੱਲ ਦਾ ਸਤਿਗੁਰੂ ਦੀ ਸਮਝ ਆ ਜਾਏ ਕੋਈ, ਤੇ ਸਾਡੇ ਪ੍ਰਿੰਸੀਪਲ ਕਹਿੰਦੇ ਹੁੰਦੇ ਸੀਗੇ, ਕਹਿੰਦੇ ਜੇ ਗੱਲ ਸਤਿਗੁਰੂ ਦੀ ਸਮਝ ਆ ਗਈ ਨਾ ਤੇ ਫਿਰ ਸਿਰ ਝੁਕਾ ਦੇਣਾ ਚਾਹੀਦਾ, ਰਮਜਾਨ ਵਾਲਿਆ ਤੂੰ ਸਾਨੂੰ ਸਮਝ ਹੀ ਦੇ ਦਿੱਤੀ ਆ, ਤੂੰ ਸਮਝ। ਤੇ ਜੇ ਸਤਿਗੁਰੂ ਦੀ ਰਮਜ ਕਿਤੇ ਸਮਝ ਨਹੀਂ ਆਈ ਤੇ ਫਿਰ ਵੀ ਸਿਰ ਝੁਕਾਉਣਾ ਚਾਹੀਦਾ ਕਿ ਰਮਜਾਨ ਵਾਲਿਆ ਸਮਝ ਬਖਸ਼, ਫਿਰ ਸਤਿਗੁਰੂ ਸਮਝ ਬਖਸ਼ ਵੀ ਦਿੰਦਾ। ਤੇ ਜੇ ਕਈ ਵਾਰ ਸਾਨੂੰ ਕੋਈ ਗੱਲ ਸਮਝ ਨਹੀਂ ਆਉਂਦੀ, ਉੱਥੇ ਅਸੀਂ ਆਪਣੀ ਸਮਝ ਲਾਉਣੀ ਸ਼ੁਰੂ ਕਰ ਦਈਏ
ਆਪਣੀ ਪਰਖ ਲਾਉਣੀ ਸ਼ੁਰੂ ਕਰ ਦਈਏ ਤੇ ਫਿਰ ਅਸੀਂ ਆਪਣੇ ਲੈਵਲ ਤੇ ਜੇ ਗੁਰੂ ਸਾਹਿਬ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਉੱਥੇ ਸਾਡਾ ਵਿਗਾੜ ਪੈਦਾ ਹੋ ਜਾਣਾ, ਬਿਲਕੁਲ ਉਹ ਜਿਹੜਾ ਬਾਬਾ ਰਾਮ ਰਾਏ ਦਾ ਪੈਦਾ ਹੋਇਆ, ਜਿੱਥੇ ਕਿਲੇ ਇੰਨੀਆਂ ਬਖਸ਼ਿਸ਼ਾਂ ਦੇ ਉੱਤੇ ਮੈਂ ਪੈਦਾ ਹੋ ਗਈ। ਸੋ ਗੱਲ ਆਪਾਂ ਕਰ ਲਈ ਵੀ ਸਤਿਗੁਰੂ ਜਦੋਂ ਕੀਰਤਪੁਰ ਸਾਹਿਬ ਤੋਂ ਤੁਰੇ ਤੇ ਉਹ ਐਲਾਨ ਕਰਕੇ ਜਦੋਂ ਤੁਰੇ, ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਬਈ ਔਰੰਗਜ਼ੇਬ ਦੇ ਦੇ ਮੱਥੇ ਨਹੀਂ ਲੱਗਣਾ ਪਰ ਦਿੱਲੀ ਵੀ ਜਾਣਾ ਹੈ, ਤੇ ਜਿਹੜੇ ਸਿੱਖ ਸੀ ਉਹਨਾਂ ਦੇ ਮਨ 'ਚ ਚਿੰਤਾ ਆਉਣੀ ਬਣਦੀ ਸੀਗੀ ਕਿ ਜ਼ਾਲਮ ਹਾਕਮ ਹੈ, ਆਪਣੇ ਭਰਾਵਾਂ ਨੂੰ ਮਾਰ ਕੇ ਪਿਤਾ ਨੂੰ ਕੈਦ ਕਰਕੇ ਗੱਦੀ ਤੇ ਰਾਜ ਗੱਦੀ ਤੇ ਬੈਠਾ ਆ, ਤੇ ਉਹਦੇ ਕੋਲੋਂ ਕੁਛ ਵੀ ਇੱਦਾਂ ਦਾ ਹੈ ਨਹੀਂ ਕਿ ਜਿਹੜਾ ਉਹ ਨਹੀਂ ਕਰ ਸਕਦਾ ਜ਼ੁਲਮ। ਹਾਲੇ ਕਿ ਪਹਿਲੇ ਮੁਗਲ ਹਾਕਮ ਜਿਹੜੇ ਉਹਦਾ ਦਾਦਾ ਸੀ ਜਹਾਂਗੀਰ, ਉਹਨੇ ਗੁਰੂ ਅਰਜਨ ਦੇਵ ਨੂੰ ਸੱਦ ਕੇ ਸ਼ਹੀਦ ਕੀਤਾ ਸੀ, ਕਰਾਇਆ ਗਿਆ ਸੀ। ਉਹਦਾ ਪਿਤਾ ਸੀ ਸ਼ਾਹਜਹਾਨ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਦ ਕੇ ਬਾਅਦ 'ਚ ਗਵਾਲੀਅਰ ਦੇ ਕਿਲ੍ਹੇ ਅੰਦਰ ਬੜੇ ਪਿਆਰ ਨਾਲ ਸੱਦਿਆ, ਪਰ ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਕਰ ਲਿਆ ਗਿਆ ਸੀ। ਸੋ ਸਿੱਖਾਂ ਦੇ ਮਨ 'ਚ ਚਿੰਤਾ ਆਉਣੀ ਸੁਭਾਵਿਕ ਸੀ। ਸੋ ਸਾਰੇ ਸਿੱਖ ਜਦੋਂ ਆਲੇ ਦੁਆਲੇ ਐਲਾਨ ਹੋਇਆ, ਸਾਰੇ ਸਿੱਖ ਇਕੱਠੇ ਹੋ ਗਏ ਤੇ ਬੜੀ ਵੱਡੀ ਗਿਣਤੀ ਸਿੱਖ ਜਿਹੜੇ ਕੀਰਤਪੁਰ ਸਾਹਿਬ ਤੋਂ ਗੁਰੂ ਸਾਹਿਬ ਦੇ ਨਾਲ ਤੁਰ ਗਏ। ਸਤਿਗੁਰੂ ਪ੍ਰਚਾਰ ਕਰਦੇ ਕਰਦੇ ਤੁਰੇ ਤੇ ਜਿਹੜਾ ਸਤਿਗੁਰੂ ਨੇ ਜਿਹੜਾ ਕੀਰਤਪੁਰ ਤੋਂ ਦੇਖੀਏ ਤੇ ਦਿੱਲੀ ਦੀ ਵਾਰਡ ਜਿਹੜੀ ਤਕਰੀਬਨ 180 ਕੁ ਮੀਲ ਦੇ ਨੇੜੇ ਤੇੜੇ ਬਣਦੀ ਆ, 200 ਮੀਲ ਤੋਂ ਘੱਟ ਹੈ, 175 ਮੀਲ ਤੋਂ ਪੌਣੇ 200 ਮੀਲ ਤੋਂ ਜ਼ਿਆਦਾ ਹੈ, 180 ਕੁ ਮੀਲ ਦੇ ਨੇੜੇ ਤੇੜੇ ਕੀਰਤਪੁਰ ਤੋਂ ਮੀਲ ਹੈ, ਨਹੀਂ ਕਿਲੋਮੀਟਰ ਨਹੀਂ ਮੀਲ, ਇੰਨੀ ਕੁ ਵਾਰਡ ਬਣਦੀ, ਉਦੋਂ ਮੀਲ ਚੱਲਿਆ ਕਰਦੇ ਸੀ। ਤੇ ਮੀਲ ਦੀ ਵਾਰਡ ਬਣਦੀ ਆ ਤੇ 60 ਕੁ ਮੀਲ ਦੀ ਵਿੱਥ ਦੇ ਉੱਤੇ ਪੰਜੋਖੜਾ ਹੈ। ਅੰਬਾਲਾ ਉਦੋਂ ਜ਼ਿਲ੍ਹਾ ਹੁੰਦਾ ਸੀ, ਅੰਬਾਲਾ ਜ਼ਿਲ੍ਹੇ ਦੇ ਵਿੱਚ ਅੰਬਾਲਾ ਸਟੇਸ਼ਨ ਤੋਂ ਅੱਜ ਜਾਂ ਅੰਬਾਲਾ ਸ਼ਹਿਰ ਤੋਂ ਕਹਿ ਲਈਏ ਪੰਜੋਖੜਾ ਤਕਰੀਬਨ 6 ਕੁ ਮੀਲ ਦੀ ਵਿੱਥ ਦੇ ਉੱਤੇ ਅੱਜ ਸਟੇਸ਼ਨ ਵੀ ਹੈਗਾ ਆ। ਤੇ ਸਤਿਗੁਰੂ ਨੇ ਜਿਹੜਾ ਅਗਲਾ ਪੜਾਅ ਜਾ ਕੇ ਕੀਤਾ 60 ਕੁ ਮੀਲ ਤੋਂ ਬਾਅਦ ਜਿਹੜਾ ਵੱਡਾ ਪੜਾਅ ਕੀਤਾ, ਜਿੱਥੇ ਜਾ ਕੇ ਹੁੰਦਾ ਪ੍ਰਚਾਰ ਕਰਦੇ ਗਏ, ਰੁਕਦੇ ਗਏ, ਤੇ ਪੰਜੋਖੜਾ ਜਾ ਕੇ ਜਦੋਂ ਸਤਿਗੁਰੂ ਨੇ ਉੱਥੇ ਟਿਕਾਣਾ ਕੀਤਾ, ਦੀਵਾਨ ਲਾਇਆ, ਤੇ ਉੱਥੋਂ ਸਿੱਖਾਂ ਨੂੰ ਆਖਿਆ ਕਿ ਨਹੀਂ, ਤੁਸੀਂ ਹੁਣ ਬਹੁਤੇ ਸਿੱਖ ਆਪੋ ਆਪਣੀ ਘਰੋਂ ਵੱਲ ਨੂੰ ਵਾਪਸ ਜਾਓ, ਸਿੱਖੀ ਦਾ ਪ੍ਰਚਾਰ ਕਰੋ, ਆਪੋ ਆਪਣੇ ਇਲਾਕੇ ਜਾ ਕੇ। ਕੁਛ ਮਸੰਦ ਵੀ ਵਾਪਸ ਮੋੜ ਦਿੱਤੇ, ਕੀਰਤਪੁਰ ਸਾਹਿਬ ਲਈ ਕੁਛ ਸਾਂਭ ਸੰਭਾਲ ਲਈ ਕੁਛ ਹਦਾਇਤਾਂ ਵੀ ਦੇ ਦਿੱਤੀਆਂ। ਆਪ ਉੱਥੋਂ 94 ਸਿੱਖਾਂ ਨੂੰ ਨਾਲ ਲਿਆ, ਫਿਰ ਕੁਛ ਗਿਣਤੀ ਦੇ ਸਿੱਖਾਂ ਨੂੰ ਨਾਲ ਲੈ ਕੇ ਪੰਜੋਖੜੇ ਤੋਂ ਗਾਂਹ, ਪਰ ਫਿਰ ਵੀ ਜਥਾ ਨਾਲ ਪੂਰਾ ਸੀਗਾ, ਕੁਛ 94 ਸਿੱਖਾਂ ਨੂੰ ਨਾਲ ਲੈ ਕੇ 50 ਘੋੜਸਵਾਰ ਤਾਂ ਹੈਗੇ ਸੀ ਜਿਹੜੇ ਪਰਸਰਾਮ ਲੈ ਕੇ ਆਇਆ ਸੀ ਜੈਰਾਮ ਦੇ, ਉਹ ਨਾਲ ਪਾਲਕੀ ਸੀਗੀ ਜਿਹਦੀ 'ਚੋਂ ਲੈ ਕੇ ਗਿਆ ਸੀ। ਪਰ ਸਤਿਗੁਰੂ ਆਪਣੇ ਤੌਰ 'ਤੇ ਪ੍ਰਚਾਰ ਕਰਦੇ ਕਰਦੇ ਟਕੇ ਜਾਂਦੇ ਨੇ। ਇੱਥੋਂ ਪੰਜੋਖੜੇ ਤੋਂ ਥਾਣੇਸਰ ਗਏ, ਪਾਣੀਪਤ ਗਏ, ਥਾਣੇਸਰ ਗਏ, ਬਾਅਦ 'ਚ ਕੁਰੂਕਸ਼ੇਤਰ ਜਾ ਕੇ ਅਗਲਾ ਪੜਾਅ ਕੀਤਾ। ਤੇ ਕੁਰੂਕਸ਼ੇਤਰ ਜਿਹੜਾ ਆ, ਜਿੱਥੇ ਦਾ ਤੁਸੀਂ ਜ਼ਿਕਰ ਕੀਤਾ ਹੁਣ ਭਾਈ ਲਾਲ ਚੰਦ ਵਾਲਾ, ਪੰਡਤ ਲਾਲ ਚੰਦ ਵਾਲੀ ਜਿਹੜੀ ਗੱਲ ਹੈ, ਜਿਹੜਾ ਕੁਰੂਕਸ਼ੇਤਰ ਹੈ ਬਹੁਤ ਵੱਡਾ ਹਿੰਦੂ ਤੀਰਥ ਹੈ, ਪੁਰਾਤਨ ਤੀਰਥ ਮੰਨਿਆ ਜਾਂਦਾ। ਮਹਾਭਾਰਤ ਦੀ ਜੰਗ ਇੱਥੇ ਹੋਈ ਸੀਗੀ, ਇਹ ਕੌਰਵਾਂ ਤੇ ਪਾਂਡਵਾਂ ਦੀ ਜਿਹੜੀ ਵੱਡੀ ਜੰਗ ਵਾਲੀ ਗੱਲ ਕੀਤੀ ਜਾਂਦੀ ਹੈ। ਤੇ ਉਸ ਤੀਰਥ ਸਥਾਨ ਦੇ ਉੱਤੇ ਉੱਥੇ ਉਹਦਾ ਸਰੋਵਰਾਂ 'ਚ ਇਸ਼ਨਾਨ ਕਰਨ ਨੂੰ, ਉੱਥੇ ਰਹਿਣ ਨੂੰ, ਉੱਥੇ ਟਿਕਣ ਨੂੰ, ਉੱਥੇ ਮੰਦਰਾਂ 'ਚ ਮੱਥੇ ਟੇਕਣ ਨੂੰ ਬਹੁਤ ਵੱਡਾ ਪੁੰਨ ਦਾ ਕੰਮ ਸਮਝਿਆ ਜਾਂਦਾ। ਤੇ ਉਹਨਾਂ ਦਿਨਾਂ 'ਚ ਚੱਲ ਵੀ ਪੂਰਬ ਰਿਹਾ ਸੀਗਾ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗਏ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਆਪਣੇ ਹਿਸਾਬ ਨਾਲ ਉਹਨਾਂ ਦਾ ਜਿਹੜਾ ਗੁਰੂ ਨਾਨਕ ਸਾਹਿਬ ਵੱਲੋਂ ਸਿਖਾਈ ਸਿੱਖਿਆ, ਉੱਥੇ ਜਾ ਕੇ ਜਿਹੜੀ ਇਕੱਠੀ ਹੋਈ ਲਕਾਈ ਆ, ਉਹਨੂੰ ਗੁਰਮਤਿ ਦਾ ਉਪਦੇਸ਼ ਦੇਣਾ। ਸੋ ਉਹਨਾਂ ਨੇ ਗੁਰਮਤਿ ਦਾ ਉਪਦੇਸ਼ ਦਿੱਤਾ, ਗੁਰਮਤਿ ਨਾਲ ਜੋੜਨ ਦੀ ਗੱਲ ਕੀਤੀ, ਨਾਮ ਜਪਣ ਦੀ ਗੱਲ ਕੀਤੀ, ਉਹਦੇ ਵਿੱਚ ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ ਮੁਤਾਬਕ ਪ੍ਰਾਤਨਤਾ ਵੀ ਨਾਲ ਦੱਸੀ, ਜਿੱਦਾਂ ਮੈਂ ਜ਼ਿਕਰ ਕੀਤਾ। ਕਿਉਂਕਿ ਜਦੋਂ ਆਪਾਂ ਕਹਿੰਦੇ ਨਾ ਵੀ ਨਾਮ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਗੁਰੂ ਸਾਹਿਬ ਪ੍ਰਾਤਨਤਾ ਨੂੰ ਨਾਲ ਲੈ ਕੇ ਤੁਰ ਰਿਹਾ, ਤੇ ਉਹ ਪ੍ਰਾਤਨਤਾ ਨੂੰ ਨਾਲ ਲੈ ਕੇ ਇੱਕ ਲੜੀ ਬਣਾ ਕੇ ਨਾਲ ਤੋਰ ਕੇ ਗੱਲ ਕੀਤੀ ਵੀ ਜੇ ਤੁਸੀਂ ਮੰਨਣਾ ਤੇ ਇਸ ਹਿਸਾਬ ਨਾਲ ਮੰਨੋ, ਨਾਮ ਜਪਣ ਦੀ ਗੱਲ ਕਰੋ ਹੈਗੇ। ਤੇ ਜਿਹੜੇ ਉਹ ਲੋਕ ਸਨ ਜਿਨ੍ਹਾਂ ਦਾ ਹਲਵਾ ਮਾਂਡਾ ਹੀ ਚੱਲਦਾ ਸੀ ਕਿ ਲੋਕੀ ਆ ਕੇ ਮੱਥੇ ਟੇਕਣ, ਤੇ ਜਦੋਂ ਸਿੱਖਾਂ ਨੇ ਕਿਸੇ ਨੇ ਮੱਥਾ ਨਹੀਂ ਟੇਕਿਆ, ਕਿਸੇ ਨੇ ਦਛਨਾ ਨਹੀਂ ਚੜਾਈ, ਤੇ ਉਹਨਾਂ ਨੂੰ ਲੱਗਾ ਕਿ ਉਹਨਾਂ ਦਾ ਜਿਹੜਾ ਸਾਰਾ ਕੁਝ ਜਾਂਦਾ ਲੱਗਾ। ਤੇ ਉੱਥੇ ਪੰਡਤ ਲਾਲ ਚੰਦ ਨੇ, ਜਿਹੜਾ ਕਿ ਆਪਣੇ ਆਪ ਨੂੰ ਇਲਾਕੇ ਦਾ ਵਿਦਵਾਨ ਪੰਡਤ ਸਮਝਦਾ ਸੀ, ਉਹਨੇ ਫਿਰ ਕਿਹਾ ਵੀ ਇਹ ਤੁਸੀਂ ਕਹਿੰਦੇ ਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੇ ਸਾਡੇ ਤਾਂ ਜਿਹੜੇ ਇੱਥੇ ਕੁਰੂਕਸ਼ੇਤਰ ਹੋਇਆ, ਜਿਨ੍ਹਾਂ ਨੇ ਐਡੀ ਵੱਡੀ ਮਹਾਭਾਰਤ ਦੀ ਜੰਗ ਲੜਾਈ ਤੇ ਜਿੱਤੀ, ਹੌਲਾ ਪਾਸਾ ਲੱਗਦਾ ਇਹ ਪਾਂਡਵਾਂ ਦਾ, ਉਹਨਾਂ ਨੂੰ ਜਿਤਾਤਾ, ਭਾਰਿਆਂ ਨੂੰ ਹਰਾਤਾ, ਐਡੀ ਸਮਰੱਥਾ ਦੇ ਜਿਹੜੇ ਮਾਲਕ ਸੀਗੇ, ਤੇ ਉਹਨਾਂ ਦੇ ਵਰਗਾ ਨਾਂ ਰਖਾਇਆ ਹੋਇਆ। ਪਰ ਉਹ ਜਿਹੜਾ ਉਹਨਾਂ ਨੇ ਇਸੇ ਕੁਰੂਕਸ਼ੇਤਰ ਦੇ ਇਸ ਜੰਗ ਦੇ ਵਿੱਚ ਇੱਥੇ ਹੀ ਇਸ ਕੁਰੂਕਸ਼ੇਤਰ ਦੀ ਧਰਤੀ ਤੋਂ ਉਹਨੇ ਗੀਤਾ ਉਤਾਰੀ ਸੀਗੀ, ਤੇ ਤੁਸੀਂ ਇਸ ਕੁਰੂਕਸ਼ੇਤਰ ਦੀ ਧਰਤੀ 'ਤੇ ਗੀਤਾ ਦੇ ਕਿਤੇ ਅਰਥ ਕਰਕੇ ਸੁਣਾ ਦਿਓ। ਉਹ ਸਤਿਗੁਰੂ ਦੇ ਮੂਹਰੇ ਜਦੋਂ ਵੰਗਾਰ ਆ ਗਈ, ਤੇ ਸਤਿਗੁਰੂ ਨੇ ਆਖਿਆ ਕਿ ਇਹ ਸਤਿਗੁਰੂ ਤਾਂ ਜਾਣੀ ਜਾਣਿਆ, ਉਹਦੀ ਸਮਰੱਥਾ ਸਮਝਦੇ ਕਿ ਇਹ ਬੰਦਾ ਸਾਹਮਣੇ ਛੋਟੀ ਉਮਰ ਦੇਖ ਕੇ, ਉਦੋਂ ਤੱਕ ਸਤਿਗੁਰੂ ਦੀ ਉਮਰ ਜਿਹੜੀ 7 ਸਾਲ ਦੀ ਹੋ ਚੁੱਕੀ ਆ, ਤੇ ਬਈ ਇਹ ਛੋਟੀ ਉਮਰ ਦੇਖ ਕੇ, 7 ਸਾਲ ਦੀ ਉਮਰ ਦੇਖ ਕੇ ਆਪਣਾ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ, ਤੇ ਗੁਰੂ ਘਰ ਦੇ ਉੱਤੇ ਕਿੰਤੂ ਖੜਾ ਕਰਨਾ ਚਾਹੁੰਦਾ ਹੈ, ਤਾਂ ਕਿ ਗੁਰੂ ਘਰ ਨਾਲ ਲੋਕਾਂ ਨੂੰ ਜਿਹੜੇ ਜੋੜਿਆਂ ਨੂੰ ਤੋੜਿਆ ਜਾ ਸਕੇ। ਸੋ ਇਹਦਾ ਜਿਹੜਾ ਹੰਕਾਰ ਵੀ ਨਿਵਰਤ ਕਰਨਾ ਚਾਹੀਦਾ, ਤੇ ਜਿਹੜੇ ਸ਼ੰਕੇ ਗੁਰੂ ਘਰ ਪਾ ਰਿਹਾ ਇਹ ਵੀ ਦੂਰ ਕਰਨੇ ਚਾਹੀਦੇ। ਉਹਨੂੰ ਲਾਲ ਚੰਦ ਨੂੰ ਸੱਦਿਆ, ਲਾਲ ਚੰਦ ਜੀ ਵੀ ਤੁਸੀਂ ਚਾਹੁੰਦੇ ਅਰਥ ਕਰ ਦਈਏ? ਉਹ ਕਹਿੰਦੇ ਹਾਂਜੀ ਕਰਕੇ ਦਿਖਾਓ। ਤੇ ਸਤਿਗੁਰੂ ਨੇ ਆਖਿਆ ਜੇ ਅਸੀਂ ਕਰ ਦਿੱਤੇ ਫੇਰ ਵੀ ਤੂੰ ਟੁੱਚਰ ਡਾਉਣੀ ਆ, ਕਿਉਂਕਿ ਤੈਨੂੰ ਗੀਤਾ ਦੇ ਅਰਥਾਂ ਨਾਲ ਕੋਈ ਮਤਲਬ ਨਹੀਂ ਹੈਗਾ,
ਤੂੰ ਸਮਝਦਾ ਹੈ ਗੀਤਾ ਦੇ ਅਰਥ ਤੂੰ ਜਾਣਦਾ ਹੈ, ਤੂੰ ਇਹ ਗੱਲ ਸਮਝਦਾ ਹੈ ਕਿ ਤੂੰ ਬਹੁਤ ਵਧੀਆ ਅਰਥ ਕਰ ਸਕਦਾ, ਤੈਨੂੰ ਗੀਤਾ ਦੇ ਅਰਥਾਂ ਨਾਲ ਕੋਈ ਮਤਲਬ ਨਹੀਂ, ਤੂੰ ਤਾਂ ਇੱਕ ਟੁੱਚੇ ਡਾ ਰਿਹਾ ਹੈਗਾ ਗੁਰੂ ਘਰ ਤੇ ਕਿੰਤੂ ਕਰਨ ਦੀ ਗੱਲ। ਇਸ ਕਰਕੇ ਤੂੰ ਜੇ ਅਸੀਂ ਅਰਥ ਕਰ ਵੀ ਦਿੱਤੇ ਫਿਰ ਤੂੰ ਇਹ ਕਹਿਣਾ ਕਿ ਗੁਰੂ ਘਰ 'ਚ ਜੰਮੇ ਪਲੇ ਆ, ਛੋਟੀ ਉਮਰ 'ਚ ਲੈ ਕੇ ਸੰਸਕ੍ਰਿਤ ਦੀ ਵਿੱਦਿਆ ਲੈ ਲਈ ਹੋਊਗੀ, ਅਰਥ ਸਿੱਖ ਲਿਆ ਹੋਣਗੇ, ਕਰ ਦਿੱਤੇ, ਤੈਨੂੰ ਜਿਹੜੀ ਆਤਮਿਕ ਅਧਿਆਤਮਿਕ ਉੱਚਤਾ ਦੀ ਗੱਲ ਉਹਦੀ ਸਮਝ ਨਹੀਂ ਆਉਣੀ। ਤੇ ਅਸੀਂ ਵੀ ਇਹ ਗੱਲ ਤੈਨੂੰ ਸਮਝਾ ਦੇਣਾ ਚਾਹੁੰਦੇ ਹਾਂ ਕਿ ਕੋਈ ਬੋਲੀ ਜਿਹੜੀ ਹਜ਼ਾਰਾਂ ਸਾਲ ਪਹਿਲਾਂ ਬੋਲੀ ਜਾਂਦੀ ਹੋਵੇ, ਜਿਹੜੀ ਅੱਜ ਲੋਕਾਂ 'ਚ ਬੋਲੀ ਨਾ ਜਾ ਸਕਦੀ ਹੋਵੇ, ਕਿਉਂਕਿ ਲੋਕੀ ਉਦੋਂ ਪੰਜਾਬੀ ਬੋਲਦੇ, ਪਹਿਲਾਂ ਪਾਲੀ ਬੋਲਣਾ ਸ਼ੁਰੂ ਕੀਤੀ, ਪੰਜਾਬੀ ਬੋਲਣੀ ਸ਼ੁਰੂ ਕੀਤੀ, ਗੁਰੂ ਸਾਹਿਬ ਦੇ ਵੇਲੇ ਗੁਰਮੁਖੀ ਚੱਲ ਰਹੀ ਸੀ, ਪੰਜਾਬੀ ਚੱਲ ਰਹੀ ਸੀ, ਹਿੰਦਕੀ ਚੱਲ ਰਹੀ ਸੀ, ਬ੍ਰਿਜ ਭਾਸ਼ਾ ਚੱਲ ਰਹੀ ਸੀ, ਤੇ ਬੁੱਧ ਵੇਲੇ ਪਾਲੀ ਚੱਲਦੀ ਸੀ। ਸੰਸਕ੍ਰਿਤ ਤਾਂ ਬਹੁਤ ਪਹਿਲਾਂ ਦੀ ਆਮ ਲੋਕਾਂ 'ਚ ਨਹੀਂ ਸੀ ਬੋਲੀ ਜਾਂਦੀ। ਜਿਹੜੀ ਲੋਕੀ ਬੋਲਾਂ 'ਚ ਲੋਕੀ ਬੋਲੀ ਨਹੀਂ ਆਉਂਦੀ, ਉਹਦਾ ਕਿਤੇ ਘੋਟਾ ਲਾ ਕੇ, ਉਹਦੀ ਕਿਤੇ ਗੱਲ ਕਰਕੇ ਤੁਸੀਂ ਜੇ ਉਹਦੇ ਕੋਈ ਸ਼ਬਦ, ਕੋਈ ਸ਼ਲੋਕ, ਕੋਈ ਅਰਥ ਪੜ੍ਹਦੇ, ਤੇ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਜਿਹੜਾ ਬਹੁਤ ਵੱਡਾ ਅਧਿਆਤਮਿਕ ਉੱਚਤਾ ਵਾਲਾ ਹੋ ਗਿਆ ਤਾਂ ਘੋਟਾ ਹੋ ਗਿਆ। ਅਸੀਂ ਉਸ ਗੱਲ ਨੂੰ ਬੜਾ ਤਵੱਜੋ ਦਿੰਦੇ ਵੀ ਨਹੀਂ, ਪਰ ਜੇ ਅਸੀਂ ਅਰਥ ਕਰ ਵੀ ਦਿੱਤੇ ਤੇ ਤੈਨੂੰ ਫੇਰ ਵੀ ਟੁੱਚਰ ਰਹਿਣੀ ਆ ਕਿ ਗੁਰੂ ਘਰ 'ਚ ਰਹਿ ਆ ਤੇ ਇਹਨਾਂ ਅਰਥ ਸਿੱਖ ਲਿਆ, ਹੁਣੇ ਬੋਲ ਦਿੱਤੇ, ਤੂੰ ਇੱਦਾਂ ਕਰ। ਉਹਨਾਂ ਕਿਹਾ ਵੀ ਸਤਿਗੁਰੂ ਜੀ ਤੁਸੀਂ ਤਾਂ ਹੁਣ ਇੱਕ ਤਰ੍ਹਾਂ ਦਾ ਬੋਲੀ ਦੇ ਉੱਤੇ ਕਿੰਤੂ ਕਰਕੇ ਵੀ ਬੋਲੀ ਮਰੀ ਹੋਈ ਬੋਲੀ, ਪੁਰਾਣੀ ਬੋਲੀ ਆ, ਤੇ ਇਹਦੇ ਉੱਤੇ ਤੁਸੀਂ ਕਿੰਤੂ ਕਰਕੇ ਪਰਦਾ ਪਾਉਣ ਦੀ ਗੱਲ ਕਰ ਰਹੇ। ਮੇਰਾ ਸਵਾਲ ਇਹ ਆ ਵੀ ਅਰਥ ਕਰੋ। ਸਤਿਗੁਰੂ ਕਹਿੰਦੇ ਤੁਸੀਂ ਗੁਰੂ ਦੀ ਸਮਰੱਥਾ ਹੀ ਦੇਖਣੀ ਨਾ, ਗੁਰੂ ਨਾਨਕ ਦੇ ਦਰ ਦੀ ਸਮਰੱਥਾ ਦੇਖਣੀ ਆ, ਤੂੰ ਗੁਰੂ ਨਾਨਕ ਦੇ ਘਰ ਦੇ ਉੱਤੇ ਕਿੰਤੂ, ਤੇ ਜੇ ਗੁਰੂ ਨਾਨਕ ਦੀ ਸਮਰੱਥਾ ਦੇਖਣੀ ਆ, ਗੁਰੂ ਨਾਨਕ ਦੀ ਜੋਤ ਦੀ ਸਮਰੱਥਾ ਦੇਖਣੀ ਆ, ਗੁਰੂ ਦੀ ਸਮਰੱਥਾ ਦੇਖਣੀ ਆ, ਫਿਰ ਇੱਦਾਂ ਕਰ, ਫਿਰ ਚੰਗੀ ਤਰ੍ਹਾਂ ਦੇਖ, ਫਿਰ ਤੂੰ ਇੱਦਾਂ ਕਰ, ਆਪ ਬੰਦਾ ਲੈ ਕੇ ਆ ਜਿਹਨੇ ਬੋਲੀ ਨਾ ਪੜ੍ਹੀ ਹੋਵੇ, ਨਾ ਸੁਣੀ ਹੋਵੇ, ਤੇ ਉਹ ਬੰਦਾ ਜਦੋਂ ਤੂੰ ਫੜ ਕੇ ਲਿਆਏਗਾ ਤੇ ਲਿਆ, ਉਹ ਮੂਰਖ ਵੀ ਅਰਥ ਕਰ ਦੇਣਗੇ ਗੁਰੂ ਨਾਨਕ ਦੇ ਘਰ ਦੀ ਸਮਰੱਥਾ ਲੈ। ਤੇ ਉਹ ਆਪਣੇ ਇਲਾਕੇ 'ਚੋਂ ਜਾਣਦਾ ਸੀਗਾ, ਇਲਾਕੇ ਦਾ ਸੀ ਭੇਤੀ ਸੀ, ਉੱਥੋਂ ਹੀ ਕੁਰੂਕਸ਼ੇਤਰ ਦੇ ਆਲੇ ਦੁਆਲੇ ਜਾ ਕੇ ਛੱਜੂ ਝੀਵਰ ਨੂੰ ਲੈ ਕੇ ਆ ਗਿਆ, ਜਿਹੜਾ ਉਹਨੂੰ ਪਤਾ ਸੀ ਇਹ ਬਹੁਤ ਚੰਗੀ ਤਰ੍ਹਾਂ ਸੁਣ ਵੀ ਨਹੀਂ ਸਕਦਾ, ਬਹੁਤ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ, ਗੂੰਗੇ ਇੱਕ ਤਰ੍ਹਾਂ ਦੀ ਗੱਲ ਸੀਗੀ, ਔਰ ਇਹ ਅਨਪੜ੍ਹ ਆ, ਇਹਨੇ ਬੋਲੀ ਸੰਸਕ੍ਰਿਤੀ ਜਾਣੀ ਨੂੰ ਤਾਂ ਇਹੀ ਬੋਲੀ ਨਹੀਂ ਬੋਲਣੀ ਆਉਂਦੀ। ਜਦੋਂ ਸਾਹਮਣੇ ਸਤਿਗੁਰੂ ਦੇ ਲੈ ਕੇ, ਸਤਿਗੁਰੂ ਜੀ ਇਹ ਤੋਂ ਕਰਕੇ ਦਿਖਾਓ, ਜੀ ਗੁਰੂ ਨਾਨਕ ਦੀ ਸਮਰੱਥਾ ਤੁਸੀਂ ਦਿਖਾਉਣੀ ਚਾਹੁੰਦੇ, ਤੁਸੀਂ ਕਹਿਣਾ ਚਾਹੁੰਦੇ ਆ, ਤੇ ਇਹ ਤੋਂ ਅਰਥ ਕਰਾਓ। ਫਿਰ ਯਾਨੀ ਕਿ ਆਪਣੇ ਵੱਲੋਂ ਉਹਨੇ ਹੋਰ ਇੱਕ ਚਲਾਕੀ ਖੇਡ ਲਈ ਕਿ ਗੂੰਗਾ ਤੇ ਬੋਲਾ ਬੰਦਾ ਸਾਹਮਣੇ ਖੜਾ ਕਰ ਦਿੱਤਾ ਜਾਵੇ। ਅਨਪੜ੍ਹ ਤਾਂ ਹੈ ਹੀ ਹੈ, ਜਿਹਨੂੰ ਅਰਥਾਂ ਦਾ ਨਹੀਂ ਪਤਾ, ਤੇ ਗੂੰਗਾ ਜਿਹੜਾ ਬੋਲ ਹੀ ਨਹੀਂ ਸਕਦਾ। ਸਤਿਗੁਰੂ ਕੀ ਕਰਨਗੇ, ਤੇ ਸਤਿਗੁਰੂ ਦੇ ਪੰਡਿਤ ਲਾਲ ਚੰਦ ਵੱਲ ਦੇਖ ਕੇ ਮੁਸਕਰਾਏ, ਉਹਦੇ ਨਾਲ ਮੁਸਕਰਾ ਕੇ ਸਤਿਗੁਰੂ ਦੇ ਹੱਥ 'ਤੇ ਜਿਹੜੀ ਸੋਟੀ ਫੜੀ ਹੁੰਦੀ ਸੀ, ਤੁਰਨ ਆਮ ਤੌਰ 'ਤੇ ਰੱਖਦੇ ਹੁੰਦੇ ਸੀ ਕੋਲ, ਤੇ ਜਿਹੜੀ ਸਤਿਗੁਰੂ ਆਪਣੇ ਕੋਲ ਸੋਟੀ ਰੱਖਦੇ ਹੁੰਦੇ ਸੀ, ਸਤਿਗੁਰੂ ਨੇ ਸੋਟੀ ਜਿਹੜੀ ਸੀ ਉਹਦੇ ਉੱਤੇ ਸੱਜੂ ਦੀ ਝੀਰ ਦੇ ਸਿਰ 'ਤੇ ਰੱਖਤੀ। ਉਹ ਕਹਿੰਦੇ ਵੀ ਇਹ ਤਾਂ ਸਿਰ ਦੇ ਉੱਤੇ ਗੁਰੂ ਨਾਨਕ ਦੇ ਘਰ ਦੀ ਇੰਨੀ ਬਖਸ਼ਿਸ਼ ਹੈ, ਇਹ ਸੋਟੀ ਸਾਨੂੰ ਗੁਰੂ ਹਰਿਰਾਏ ਸਾਹਿਬ ਤੋਂ ਮਿਲੀ ਵਿਰਸੇ ਦੇ ਵਿੱਚ, ਇਹ ਗੁਰੂ ਨਾਨਕ ਦੀ ਇੰਨੀ ਬਖਸ਼ਿਸ਼ ਹੈ ਕਿ ਗੁਰੂ ਘਰ ਦੀ ਤਾਂ ਜਿਹੜੀ ਡੰਗੋਰੀ ਹੈ, ਗੁਰੂ ਘਰ ਦਾ ਤਾਂ ਜਿਹੜੀ ਸੋਟੀ ਹੈ, ਗੁਰੂ ਘਰ ਦਾ ਜਿਹੜਾ ਇਹ ਕਿਸੇ ਨੂੰ ਲੱਗ ਜਾਏ ਉਹਦਾ ਵੀ ਪਾਰ ਉਤਾਰਾ ਹੋ ਸਕਦਾ। ਲਓ ਜੀ, ਹੱਥ ਵੀ ਨਹੀਂ ਲਾਉਂਦੇ, ਤੁਸੀਂ ਕਹੋਗੇ ਸ਼ਾਇਦ ਕੋਈ ਗੱਲ ਕਰ ਦਿੱਤੀ, ਤੇ ਉਹਦੇ ਸਿਰ 'ਤੇ ਜਦੋਂ ਸੋਟੀ ਰੱਖੀ ਤੇ ਸੱਜੂ ਝੀਵਰ ਨੂੰ ਜਿਹੜੇ ਉਹ ਸਵਾਲ ਪੁੱਛੀ ਗਿਆ ਪੰਡਿਤ ਲਾਲ ਚੰਦ, ਉਹ ਉਹਨਾਂ ਦੇ ਇੱਦਾਂ ਜਵਾਬ ਦਿੰਦਾ ਰਿਹਾ ਕਿ ਜਿਵੇਂ ਉਹਨੂੰ ਪਤਾ ਨਹੀਂ ਕਿੰਨੇ ਜਨਮਾਂ ਦੇ ਯਾਦ ਕੀਤੇ ਹੁੰਦੇ ਆ। ਤੇ ਫਿਰ ਪੰਡਿਤ ਲਾਲ ਚੰਦ ਨੇ ਆਲੇ ਦੁਆਲੇ ਲੋਕੀ ਇਕੱਠੇ ਕੀਤੇ ਸੀ, ਤਮਾਸ਼ਾ ਬਣਾਉਣ ਦੇ ਲਈ ਇਕੱਠੇ ਕੀਤੇ ਸੀ, ਬਹੁਤ ਵੱਡੇ ਪੰਡਿਤ ਸਾਰੇ ਸਤਿਗੁਰੂ ਦੇ ਚਰਨੀ ਪੈ ਗਏ। ਤੇ ਲਾਲ ਚੰਦ ਉਸ ਵੇਲੇ ਸਤਿਗੁਰੂ ਦੇ ਚਰਨੀ ਪਿਆ, ਸਤਿਗੁਰੂ ਨੂੰ ਕਹਿੰਦਾ ਵੀ ਮੇਰੇ ਕੋਲ ਗਲਤੀ ਹੋ ਗਈ ਸਤਿਗੁਰੂ ਜੀ, ਤੁਸੀਂ ਗੁਰੂ ਨਾਨਕ ਦੀ ਸਮਰੱਥ ਜੋ ਤੋਂ ਮੇਰਾ ਵੀ ਪਾਰ ਉਤਾਰਾ ਕਰ ਦਿਓ। ਸਤਿਗੁਰੂ ਕੋਲੋਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਚਰਨ ਪਾਉਣ ਲਈ ਉਦੋਂ ਤੋਂ ਲੈ ਕੇ ਗੁਰੂ ਘਰ 'ਚ ਹੀ ਰਿਹਾ। ਤੇ ਬਾਅਦ 'ਚ ਇਤਿਹਾਸ ਜ਼ਿਕਰ ਕਰਦਾ ਕਿ ਚਮਕੌਰ ਦੀ ਗੜੀ ਜਿਹੜੇ 40 ਸਿੰਘ ਸ਼ਹੀਦ ਹੋਏ ਸੀਗੇ ਬੜੀ ਵੱਡੀ ਉਮਰ ਦੇ ਵਿੱਚ, ਇਹਨੇ ਬਾਅਦ 'ਚ ਇਹਨੇ 1699 'ਚ ਆ ਕੇ ਇਹ ਜਿਹੜਾ ਸਾਕਾ 1664 ਦਾ 1699 'ਚ ਆ ਕੇ ਇਹਨੇ ਬਾਅਦ 'ਚ ਉਦੋਂ ਤਕਰੀਬਨ ਸਮਝ ਲਓ ਵੀ 30-35 ਸਾਲ ਦਾ ਸਮਾਂ ਬਣਦਾ ਹੈ। 35 ਸਾਲ ਉਮਰ ਬਾਅਦ 'ਚ ਆ ਕੇ ਗੁਰੂ ਘਰ ਦੇ ਵਿੱਚ ਨਾਲ ਹੀ ਦਾ 35 ਸਾਲ 1699 'ਚ ਇਹਨੇ ਅੰਮ੍ਰਿਤ ਛਕ ਲਿਆ। ਤੇ ਉਸ ਸਾਕੇ ਤੋਂ ਤਕਰੀਬਨ 40 ਕੁ ਸਾਲ ਬਾਅਦ 'ਚ ਇਹ ਚਮਕੌਰ ਦੀ ਗੜੀ 'ਚ ਸ਼ਹੀਦ ਵੀ ਹੋਇਆ। ਚਮਕੌਰ ਦੀ ਗੜੀ ਸ਼ਹੀਦਾਂ 'ਚ ਲਾਲ ਸਿੰਘ ਦਾ ਜ਼ਿਕਰ ਆਉਂਦਾ, ਤੇ ਉਹ ਇਤਿਹਾਸਕਾਰ ਕਹਿੰਦੇ ਵੀ ਇਹੀ ਪੰਡਿਤ ਲਾਲ ਚੰਦ ਸੀਗਾ। ਉਦੋਂ ਛੋਟੀ ਉਮਰ ਸੀਗੀ, ਪਰ ਵੱਡੀ ਉਮਰ 'ਚ ਜਾ ਕੇ ਫਿਰ ਸ਼ਹੀਦ ਵੀ ਹੋਇਆ। ਦੇਖੋ ਜੀ, ਪਹਿਲਾਂ ਜਦੋਂ ਹੰਕਾਰ ਕੀਤਾ ਤੇ ਗੁਰੂ ਸਾਹਿਬ ਤੋਂ ਬਖਸ਼ਿਸ਼ ਨਹੀਂ ਲੈ ਸਕਿਆ, ਸਗੋਂ ਮਹਾਰਾਜ ਦੇ ਜਿਹੜਾ ਕਿਰਪਾ ਰੂਪੀ ਲੈਣੀ ਸੀ ਸ਼ਰਧਾ ਫਲ ਉਹ ਨਹੀਂ ਲੈ ਸਕਿਆ। ਪਰ ਜਦੋਂ ਸ਼ਰਧਾ ਰੱਖੀ ਗੁਰੂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਮੁੜ ਕੇ ਆਪਣੇ ਚਰਨਾਂ ਲਾ ਲਿਆ। ਤੇ ਸਾਨੂੰ ਹੰਕਾਰ ਛੱਡ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ। ਮਹਾਰਾਜ ਨੇ ਕਿਹਾ ਸੀ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਉਹ ਮਹਾਰਾਜ ਦੇਖੋ ਸੂਰਬੀਰ ਬਚਨ ਕੇ ਬਲੀ, ਜਿਹੜਾ ਮਹਾਰਾਜ ਬਚਨ ਕਰਦੇ ਹਨ ਉਹ ਪੂਰੇ ਹੁੰਦੇ ਹਨ ਤੇ ਹੁੰਦੇ ਰਹਿਣਗੇ ਤੇ ਹੁੰਦੇ ਆ। ਕਿਉਂਕਿ ਔਰੰਗਜ਼ੇਬ ਨੂੰ ਮਹਾਰਾਜ ਨੇ ਕਿਹਾ ਸੀ ਦਰਸ਼ਨ ਨਹੀਂ ਦੇਣੇ, ਤੇ ਰਾਣਾ ਜੀ ਜਿਗਰ ਆਉਂਦਾ ਵੀ ਜਦੋਂ ਮਹਾਰਾਜ ਸੱਚਖੰਡ ਜੋਤੀ ਜੋਤ ਸਮਾ ਗਏ ਤੇ ਉਦੋਂ ਵੀ ਦਰਸ਼ਨ ਕਰਨੇ ਚਾਹੇ, ਪਰ ਮੂਰਛਾ ਆ ਗਈ। ਸੂਰਬੀਰ ਬਚਨ ਦੇ ਬਲੀ, ਜਿਹੜਾ ਬਚਨ ਕੀਤਾ ਸੀ ਪੂਰਾ ਹੋਇਆ, ਮਹਾਰਾਜ ਦਾ ਦਰਸ਼ਨ ਨਹੀਂ ਕਰ ਸਕਿਆ। ਜਦੋਂ ਮਹਾਰਾਜ ਜੀ ਦਿੱਲੀ ਗਏ, ਦਿੱਲੀ ਜਾ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਮਹਾਰਾਜ ਨੇ ਉਤਾਰਾ ਕੀਤਾ,
ਤੇ ਉੱਥੇ ਜਦੋਂ ਮਹਾਰਾਜ ਰਹੇ ਆ ਉੱਥੇ ਵੀ ਇੱਕ ਕੌਤਕ ਵਾਪਰਿਆ, ਦੋ ਰਾਣੀਆਂ ਦੀ ਪਰ ਕੀਤੀ ਆ, ਉਹਦਾ ਟੂਕ ਮਾਤਰ ਜਿਹਾ ਕਰਕੇ ਤੇ ਮੁੜ ਕੇ ਆਪਾਂ ਫੇ ਮਹਾਰਾਜ ਦੇ ਬਿਲਕੁਲ ਬਿਮਾਰੀ ਦਾ ਜਦੋਂ ਦੇਖੋ ਲੋਕਾਂ ਦਾ ਜਿਹੜਾ ਨਿਸ਼ਚਾ ਉਮਰ ਨਾਲ ਜੁੜਿਆ ਹੋਇਆ ਅੱਜ ਵੀ, ਹਾਂਜੀ ਅੱਜ ਵੀ ਕੋਈ ਨਾ ਛੋਟੀ ਉਮਰ 'ਚ ਬੰਦਾ ਗੱਲ ਕਰੇ ਤੇ ਉਹ ਕਹਿੰਦਾ ਸਿਆਣੇ ਨੂੰ ਬੋਲਣ ਦਿਓ। ਇਹ ਆਮ ਤੌਰ ਤੇ ਸਾਡੇ ਜਿਹੜਾ ਹਿੰਦੁਸਤਾਨੀ ਹੈਗਾ ਨਾ, ਜਿਹੜਾ ਸਾਡਾ ਪੂਰੀ ਭਾਰਤੀ ਸੱਭਿਅਤਾ ਆ, ਉਹਦੇ ਵਿੱਚ ਉਮਰ ਦੀ ਬੜੀ ਵੱਡੀ ਗੱਲ ਕਹੀ ਜਾਂਦੀ ਆ। ਹਾਲੇ ਇਹਨਾਂ ਦੇਸ਼ਾਂ 'ਚ ਨਹੀਂ ਕਹੀ ਜਾਂਦੀ। ਇਹਨਾਂ ਦੇਸ਼ ਹੁਣ ਤਾਂ ਹਾਲਾਤ ਇੱਦਾਂ ਦੇ ਹੋ ਗਏ ਆ, ਸਮਾਂ ਇੱਦਾਂ ਦਾ ਬਣ ਗਿਆ, ਸੱਭਿਆਚਾਰ ਇੱਦਾਂ ਦਾ ਬਣ ਗਿਆ। ਅੱਗੇ ਕਹਿੰਦੇ ਹੁੰਦੇ ਸੀ ਆਪਾਂ ਪੰਜਾਬ ਜਦੋਂ ਬੈਠਦੇ ਭਾਰਤੀ ਸੱਭਿਅਤਾ ਵੀ ਘਰ 'ਚ ਸਿਆਣੇ ਬੰਦੇ ਨੂੰ ਪੁੱਛ ਲਓ, ਜਿਹੜੀ ਉਮਰੋਂ ਵੱਡੇ ਨੂੰ ਕੋਈ ਗੱਲ ਕਰਨੀ ਆ ਤੇ ਉਸ ਨੇਕ ਸਲਾਹ ਦੇ ਦੂਗਾ। ਤੇ ਹੁਣ ਕਲਚਰ ਹੀ ਕੁਛ ਇਹੋ ਜਿਹਾ ਬਣ ਗਿਆ, ਹੁਣ ਕਿ ਕਿਤੇ ਪ੍ਰੋਗਰਾਮ ਵੀ ਬਣਾਉਂਦਾ ਕਹਿੰਦਾ ਵੀ ਘਰ 'ਚ ਨਿਆਣੇ ਨੂੰ ਪਹਿਲਾਂ ਪੁੱਛ ਲਓ ਵੀ ਇਹਨਾਂ ਕੋਲ ਵੀ ਸਮਾਂ ਹੈਗਾ ਕਿ ਨਹੀਂ ਹੈਗਾ। ਇਹ ਨਹੀਂ ਮੈਂ ਕਹਿ ਰਿਹਾ ਕਿ ਉਮਰ ਦੀ ਗੱਲ ਜਿਹੜੀ ਆ ਭਾਰਤੀ ਸੱਭਿਅਤਾ 'ਚ ਬਹੁਤ ਕੀਤੀ ਜਾਂਦੀ ਸੀ, ਉਹਦਾ ਕਾਰਨ ਹੈ ਪਿੱਛੇ ਸਾਡਾ ਸੱਭਿਆਚਾਰ ਬਣ ਚੁੱਕਾ ਸੀ। ਕੋਈ ਰਿਸ਼ੀ ਮੁਨੀ ਬਹੁਤ ਲੰਬੀਆਂ ਲੰਬੀਆਂ ਉਮਰਾਂ ਵਾਲੇ ਹੁੰਦੇ ਸੀਗੇ ਤੇ ਕਿਹਾ ਜਾਂਦਾ ਸੀ ਇਹਨੇ ਜੀ ਉਹਦਾ ਗੁਣ ਹੀ ਇਹ ਹੁੰਦਾ ਸੀ ਜੀ ਘਰ ਛੱਡ ਕੇ ਚਲ ਗਿਆ ਸੀਗਾ, ਇਹਨੇ ਜੰਗਲ 'ਚ ਬੈਠ ਕੇ ਇੰਨੇ ਵਰੇ ਤਪੱਸਿਆ ਕੀਤੀ ਲਗਾਤਾਰ, ਜਾਂ ਕੋਈ ਜੋਗੀ ਬਣ ਗਿਆ ਸੀ ਸਵੇਰ ਪਰਬਤ 'ਤੇ ਜਾ ਕੇ, ਇਹ ਜੀ ਇੰਨੇ ਲਗਾਤਾਰ ਤਪੱਸਿਆ ਕਰਦਾ ਰਿਹਾ। ਇਹਦੀ ਗੱਲ ਸੁਣੋ। ਸੋ ਉਮਰ ਦੀ ਜਿਹੜੀ ਗੱਲ ਸੀ ਬਹੁਤ ਵੱਡੀ ਸੀ। ਤੇ ਉਮਰ ਦੀ ਵੱਡੀ ਗੱਲ ਕਰਕੇ ਜਿਹੜਾ ਸਵਾਲ ਸੀ ਇਹ ਕਦੀ ਗੁਰੂ ਨਾਨਕ ਸਾਹਿਬ ਦੇ ਮੇਰੇ ਵੀ ਪਿਆ ਸੀਗਾ। ਜਦੋਂ ਗੁਰੂ ਨਾਨਕ ਸਾਹਿਬ ਸਵੇਰ ਪਰਬਤ 'ਤੇ ਗਏ ਨਾ ਤੇ ਉਦੋਂ ਵੱਡੀਆਂ ਵੱਡੀਆਂ ਉਮਰਾਂ ਵਾਲੇ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਦੇ ਆਲੇ ਦੁਆਲੇ ਬੈਠ ਕੇ ਕਿਹਾ ਵੀ ਛੋਟੀ ਜਿਹੀ ਉਮਰ ਦਾ ਬੰਦਾ ਸਾਡੇ ਕੋਲ, ਯਾਨੀ ਕਿ ਉਹਨਾਂ ਦੀ ਨਿਗਾਹ 'ਚ ਤਾਂ ਗੁਰੂ ਨਾਨਕ ਸਾਹਿਬ ਨੂੰ ਔਧੂ ਸ਼ਬਦ ਵਰਤਦੇ ਆ, ਔਧੂ ਜਿਹਨੇ ਅਜੇ ਸਾਧੂਪਣਾ ਸ਼ੁਰੂ ਕੀਤਾ ਹੋਵੇ ਕਿ ਛੋਟੀ ਜਿਹੀ ਉਮਰ ਦਾ ਬੱਚਾ, ਛੋਟੀ ਜਿਹੀ ਉਮਰ ਦਾ ਬੰਦਾ, ਛੋਟੀ ਜਿਹੀ ਉਮਰ ਦਾ, ਉਦੋਂ ਮੈਂ ਜੋਗੀਆਂ ਦੇ ਅੰਦਾਜ਼ 'ਚ ਕਹਿ ਰਿਹਾ। ਗੁਰੂ ਨਾਨਕ ਸਾਹਿਬ ਸਰਬ ਸਮਰੱਥ, ਰੱਬ ਦਾ ਰੂਪ, ਸਾਰਾ ਕੁਛ, ਸਮੇਰ ਪਰਬਤ 'ਤੇ ਜਾਣਾ ਹੀ ਉਹਨਾਂ ਦਾ ਕਿ ਜੋਗੀ ਸਾਧਨਾ ਨਾਲ ਜਾ ਰਿਹਾ ਤੇ ਗੁਰੂ ਨਾਨਕ ਸਾਹਿਬ ਉੱਥੇ ਪਹੁੰਚ ਗਿਆ ਤੇ ਉਹਨਾਂ ਨੂੰ ਇਹ ਸੀ ਵੀ ਐਡੀ ਛੋਟੀ ਉਮਰ 'ਚ ਪਹੁੰਚ ਕਿੱਦਾਂ ਗਿਆ। ਫਿਰ ਆਪਣੇ ਸਾਥੀਆਂ ਨਾਲ ਪਹੁੰਚ ਗਿਆ, ਬਾਲਾ ਜੀ ਨਾਲ, ਮਰਦਾਨਾ ਜੀ ਨਾਲ, ਤੇ ਉਹ ਛੋਟੀ ਉਮਰ ਦਾ ਸਵਾਲ ਉਹ ਉੱਥੇ ਵੀ ਪਾਉਂਦੇ ਆ। ਸਤਿਗੁਰੂ ਨੇ ਉਹਦਾ ਜ਼ਿਕਰ ਵੀ ਕੀਤਾ ਹੈ ਸਿੱਧ ਗੋਸ਼ ਦੇ ਵਿੱਚ, ਭਾਈ ਗੁਰਦਾਸ ਨੇ ਜ਼ਿਕਰ ਕੀਤਾ। ਉਹ ਗੁਰੂ ਨਾਨਕ ਨੂੰ ਬਾਲਾ ਕਹਿ ਕੇ, ਬਾਲੇ ਕਹਿ ਕੇ ਸੰਬੋਧਨ ਕਰਦੇ, ਛੋਟਾ ਬੱਚਾ ਕਹਿ ਕੇ ਸੰਬੋਧਨ ਕਰਦੇ ਆ, ਜਾਂ ਔਧੂ ਕਹਿ ਕੇ ਸੰਬੋਧਨ ਹੁੰਦੇ ਆ ਕਿ ਅਸੀਂ ਵੱਡੀਆਂ, ਉਹਨਾਂ ਨੂੰ ਵੱਡੀਆਂ ਉਮਰਾਂ ਦਾ ਹੰਕਾਰ ਸੀਗਾ। ਸੋ ਹਿੰਦੁਸਤਾਨੀ ਸੱਭਿਅਤਾ 'ਚ ਵੱਡੀ ਉਮਰ ਦੀ ਗੱਲ, ਹੰਕਾਰ ਚੱਲਦਾ ਚੱਲਦਾ ਤੇ ਲੋਕਾਂ ਦੇ ਮਨ 'ਚ ਗੱਲ ਬੈਠ ਗਈ ਕਿ ਜੇ ਕੋਈ ਪ੍ਰਾਪਤੀ ਹੋਣੀ ਆ ਤੇ ਵੱਡੀ ਉਮਰ ਨਾਲ ਹੀ ਹੋਣੀ ਆ। ਪਰ ਜਦੋਂ ਛੋਟੀ ਜਿਹੀ ਉਮਰ ਦੇ ਵਿੱਚ 7 ਸਾਲ ਦੀ ਉਮਰ ਹੈ ਹੁਣ, ਤੇ 7 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੂ ਸਾਹਿਬ ਦਿੱਲੀ ਪਹੁੰਚੇ ਨੇ, ਗੁਰੂ ਨਾਨਕ ਦੀ ਜੋਤ ਦੇ ਉੱਤੇ ਤੇ ਵੱਡੀਆਂ ਵੱਡੀਆਂ ਉਮਰਾਂ ਵਾਲੇ ਲੋਕੀ ਆ ਕੇ ਡੰਡੌਤ ਕਰ ਰਹੇ ਨੇ, ਨਤਮਸਤਕ ਹੋ ਰਹੇ ਨੇ ਸ਼ਰਧਾ ਦੇ ਨਾਲ, ਉਹਨਾਂ ਦੀ ਮਨਾਂ ਦੀਆਂ ਮੁਰਾਦਾਂ ਪੂਰੀਆਂ ਹੋ ਰਹੀਆਂ। ਤੇ ਇੱਕ ਸ਼ੰਕਾ ਪੈਦਾ ਜਦੋਂ ਰਾਜਾ ਜੈ ਸਿੰਘ ਦੇ ਬੰਗਲੇ 'ਚ ਪਹੁੰਚੇ, ਉੱਥੇ ਉਹਦੀ ਰਾਣੀ ਦੇ ਵੀ ਮਨ 'ਚ, ਉਹ ਜਿਹੜੇ ਉਹਦੇ ਨੇੜੇ ਆਲੇ ਦੁਆਲੇ ਸੀ ਸੇਵਾਦਾਰ, ਉਹਨਾਂ ਦੇ ਮਨ 'ਚ ਵੀ ਪਾਤਾ ਕਿ ਛੋਟਾ ਜਿਹਾ ਬੱਚਾ ਆ, ਤੁਸੀਂ ਐਡਾ ਮਾਣ ਦੇ ਕੇ ਕੀਰਤਪੁਰ ਤੋਂ ਲੈ ਕੇ ਆਏ ਆ, ਇਹ ਇਸ ਮਾਣ ਦੇ ਹੱਕਦਾਰ ਵੀ ਬੱਚਾ ਹੈਗਾ। ਕਿ ਉੱਡੀ ਸਮਰੱਥਾ ਹੈ ਗੁਰੂ ਨਾਨਕ ਦੀ ਜੋਤ ਦੀ, ਜਿਹੜੇ ਗੁਣ ਸੁਣੇ ਗੁਰੂ ਨਾਨਕ ਦੀ ਜੋਤ ਦੀ, ਉੱਡੀ ਗੱਲ ਹੈ ਵੀ ਆ। ਤੇ ਰਾਣੀ ਨੇ ਮਨ 'ਚ ਆਇਆ ਵੀ ਜੇ ਤਾਂ ਨਾ ਮੇਰੀ ਪਰਖ ਕਰ ਲਈ ਉਹਨਾਂ ਨੇ, ਤੇ ਆਪਣੇ ਗੋਲੀਆਂ ਦੇ ਗੋਲੀਆਂ ਨੂੰ ਉਹਨੇ ਰਾਣੀ ਵਾਲੇ ਕੱਪੜੇ ਪਾ ਤੇ ਆਪ ਗੋਲੀਆਂ ਵਾਲੇ ਕੱਪੜੇ ਪਾ ਲਿਆ, ਤੇ ਆਚੀ ਦਾ ਜ਼ਿਕਰ ਕੀਤਾ ਜਾਂਦਾ ਕਿ ਮੈਂ ਸੱਕ ਜਾ ਮੈਨੂੰ ਆਪ ਪਛਾਣਨਗੇ, ਤੇ ਦੂਜੀ ਗੱਲ ਹੈ ਕਿ ਮੇਰੀ ਝੋਲੀ 'ਚ ਆ ਕੇ ਬੈਠ ਜਾਣਗੇ। ਸੋ ਦੋਨੇ ਗੱਲਾਂ ਜਿਹੜੀਆਂ ਸਤਿਗੁਰੂ ਨੇ ਜਦੋਂ ਉੱਥੇ ਗਿਆ ਉਹਨਾਂ ਨੂੰ ਮਿਲਣ ਦੀ, ਸਤਿਗੁਰੂ ਨੇ ਉਹਦੇ ਜਿਹੜੇ ਮਨ ਦੇ ਸ਼ੰਕੇ ਸੀ ਦੂਰ ਕੀਤੇ। ਸਤਿਗੁਰੂ ਨੇ ਜ਼ਿਕਰ ਕੀਤਾ ਗਿਆ ਕਿ ਗੋਲੀਆਂ ਜਦੋਂ ਆਈ ਗਈਆਂ ਰਾਣੀਆਂ ਬਣ ਕੇ, ਤੁਹਾਨੂੰ ਕਿਹਾ ਵੀ ਗੋਲੀ ਗੋਲੀ, ਸਤਿਗੁਰੂ ਨੇ ਸ਼ਬਦ ਵਰਤੇ ਰਾਣੀ ਲਈ, ਫਿਰ ਸ਼ਬਦ ਜਿਹੜੀ ਗੋਲੀ ਦੇ ਤੌਰ 'ਤੇ ਆਈ ਸੀਗੀ ਉਹਦੀ ਰਾਣੀ ਸ਼ਬਦ ਵਰਤੇ। ਤੇ ਸਤਿਗੁਰੂ ਨੇ ਕਿਹਾ ਵੀ ਤੇਰੀ ਮੁਰਾਦ ਹੀ ਸੀ ਵੀ ਛੋਟੀ ਉਮਰ ਸਾਡੀ, ਤੂੰ ਮਾਵਾਂ ਸਮਾਨ ਹੈ ਸਾਡੀ ਉਮਰ ਦੇ ਹਿਸਾਬ ਨਾਲ, ਤੇਰੀ ਗੋਦੀ 'ਚ ਬੈਠੇ। ਸੋ ਕਦੀ ਇਹ ਬਾਅਦ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਿਹੜੀ ਪਿਰਤ ਪਾਈ, ਇਹ ਬਾਅਦ 'ਚ ਗੁਰੂ ਗੋਬਿੰਦ ਸਿੰਘ ਨੇ ਨਿਭਾਈ ਬਾਅਦ 'ਚ ਪਿਰਤ। ਇਹੋ ਜਿਹਾ ਪਟਨਾ ਸਾਹਿਬ ਦੇ ਵਿੱਚ ਵੀ ਇਹੋ ਜਿਹਾ ਗੁਰੂ ਸਾਹਿਬ ਨਾਲ ਵੀ ਜਦੋਂ ਗੋਬਿੰਦ ਰਾਏ ਸੀ ਉਹ ਛੋਟੀ ਉਮਰ 'ਚ ਉਹਨਾਂ ਨਾਲ ਵੀ ਕੌਤਕ ਵਰਤਦਾ ਸੀ। ਸੋ ਸਤਿਗੁਰ ਦੀ ਛੋਟੀ ਉਮਰ ਕਰਕੇ ਪਰਖਾਂ ਦੀਆਂ ਗੱਲਾਂ ਜਿਹੜੀਆਂ ਸ਼ੁਰੂ ਹੁੰਦੀਆਂ ਸੀ, ਸਤਿਗੁਰ ਨੇ ਉਹ ਸਾਰੀਆਂ ਤੇ ਸਾਰੀਆਂ ਜੋਤ ਗੁਰੂ ਨਾਨਕ ਦੀ ਹੈ, ਸਾਰੀਆਂ ਪਰਖਾਂ ਜਿਹੜੀਆਂ ਪਾਰ ਕੀਤੀਆਂ। ਕਿਉਂਕਿ ਸਤਿਗੁਰੂ ਅੰਤਰਜਾਮੀ ਨੇ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿਉਂਕਿ ਇੱਕ ਰੋਗ ਤੋਂ ਰਹਿਤ ਸਤਿਗੁਰੂ ਹੀ ਹਨ, ਗੁਰ ਪਰਮੇਸ਼ਰ ਇੱਕੋ ਜਾਣ। ਕੋਈ ਗੁਰੂ ਤੇ ਪਰਮੇਸ਼ਰ, ਮਹਾਰਾਜ ਦੀ ਪੰਕਤੀ ਬਾਣੀ ਵਿੱਚ ਆਉਂਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਿਰਫ ਦੋ ਨਹੀਂ ਭੁੱਲਦੇ, ਇੱਕ ਗੁਰੂ ਤੇ ਕਰਤਾਰ, ਬਾਕੀ ਸਭ ਅਸੀਂ ਜੀ ਭੁੱਲਣ ਵਿੱਚ ਆਉਂਦੇ ਹਾਂ। ਉਸ ਟਾਈਮ ਦਿੱਲੀ ਚੇਚਕ ਦੀ ਬਿਮਾਰੀ ਨਾਲ ਬੜਾ ਗ੍ਰਸੀ ਹੋਈ ਸੀ, ਸਭ ਬੰਨੇ ਹਾਹਾਕਾਰ ਮਚ ਰਹੀ ਸੀ। ਮਹਾਰਾਜ ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਕਿਉਂਕਿ ਮਹਾਰਾਜ ਦਾ ਜਿੱਥੇ ਜਿੱਥੇ ਵੀ ਮਹਾਰਾਜ ਗਏ ਆ, ਮਹਾਰਾਜ ਦੇ ਜਾਣ ਦਾ ਕਾਰਨ ਸੀ, ਕਾਰਨ ਬਣਦਾ ਰਿਹਾ। ਕਿਉਂਕਿ ਮਹਾਰਾਜ ਆਏ ਇਸੇ ਕੰਨ ਸੰਸਾਰ ਵਿੱਚ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਕਿਉਂਕਿ ਮਹਾਰਾਜ ਪ੍ਰਗਟੇ ਹੀ ਤਾਂ ਨੇ। ਇਹ ਜਿਹੜੀ ਚੀਜ਼ ਪ੍ਰਗਟੀ ਹੁੰਦੀ, ਸਤਿਗੁਰੂ, ਇਹ ਸਿੱਖ ਪੰਥ ਵਿੱਚ ਬੜੇ 3-4 ਸ਼ਬਦ ਬਹੁਤ ਮਹੱਤਵਪੂਰਨ ਨੇ।
ਇੱਕ ਸਤਿਗੁਰੂ ਨਾਨਕ ਪ੍ਰਗਟਿਆ, ਇੱਕ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ। ਤੇ ਦੂਸਰੀ ਗੱਲ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂਗੀ ਦੇ ਕਹਿੰਦੇ ਆ। ਜਿਹੜੀ ਚੀਜ਼ ਪ੍ਰਗਟ ਹੁੰਦੀ ਆ ਜੰਮਦੀ ਨਹੀਂ, ਉਹ ਕਦੇ ਖਤਮ ਨਹੀਂ ਹੁੰਦੀ ਤੇ ਨਾ ਹੋਣੀ ਆ, ਇਹ ਸਦਾ ਸਦਾ ਰਹਿਣੀ ਆ। ਜਦੋਂ ਮਹਾਰਾਜ ਜੀ ਦਿੱਲੀ ਦੇ ਵਿੱਚ ਗਏ ਉਸ ਟਾਈਮ ਚੇਚਕ ਦੀ ਬਿਮਾਰੀ ਦਾ ਬੜਾ ਸਾਰੇ ਬੰਨੇ ਹਾਹਾਕਾਰ ਮੱਚੀ ਸੀ। ਕਿਵੇਂ ਮਹਾਰਾਜ ਨੇ ਉਹ ਚੁਪੱਚਾ ਸਾਹਿਬ ਬਣਾ ਕੇ ਸੰਗਤਾਂ ਦੇ ਦੁੱਖ ਨਿਵਾਰੇ ਤੇ ਸਦਾ ਵਾਸਤੇ ਅੱਜ ਵੀ ਉੱਥੇ ਮਹਾਰਾਜ ਸ਼ਰਧਾ ਰੱਖਣ ਦੀ ਲੋੜ ਹੈ। ਅੱਜ ਵੀ ਬੰਗਲਾ ਸਾਹਿਬ ਜੇ ਕੋਈ ਸ਼ਰਧਾ ਰੱਖ ਕੇ ਜਾਵੇ ਤੇ ਪਿੱਛੇ ਅਜੋਕੇ ਸਮੇਂ ਵਿੱਚ ਜੋ ਪਿੱਛੇ ਹੋਇਆ ਇੱਕ ਮਿੰਟ ਲਈ ਸਚਰਾਣੇ ਦੱਸ ਦੇਵਾਂ ਮੈਂ, ਕਿਉਂਕਿ ਦੇਖੋ ਆਪਾਂ ਜਦੋਂ ਬੰਗਲਾ ਸਾਹਿਬ ਜਾਂਦੇ ਤੇ ਬਾਹਰ ਲਿਖਿਆ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਸ ਇੱਥੇ ਸਭ ਦੁੱਖ ਜਾਏ। ਉਹ ਤੁਕ ਜਿਹੜੀ ਆ ਮਹਾਰਾਜ ਦੀ ਗੁਰਬਾਣੀ ਵਿੱਚੋਂ ਨੇ, ਦਸਮ ਗ੍ਰੰਥ ਵਿੱਚੋਂ ਅਰਦਾਸ ਦੀ ਪੰਕਤੀ ਆ। ਤੇ ਉਹ ਲੋਕ ਕਈ ਬਹਿ ਕੇ ਉਸੇ ਗੁਰੂ ਘਰ ਬਹਿ ਕੇ ਤੇ ਉਸੇ ਗੁਰੂ ਦੀ ਗੋਦ 'ਚ ਬਹਿ ਕੇ ਨਿੰਦਿਆ ਕਰਦੇ ਰਹੇ ਨੇ। ਤੇ ਅਸੀਂ ਅੱਜ ਸਿੱਖਿਆ ਸੁਣ ਚੁੱਕੇ ਹਾਂ ਵੀ ਜੇ ਪੰਡਤ ਨੇ ਹੰਕਾਰ ਕੀਤਾ ਲਾਲ ਚੰਦ ਨੇ ਤੇ ਕੀ ਹੋਇਆ, ਤੇ ਜਦੋਂ ਸ਼ਰਧਾ ਰੱਖੀ ਤੇ ਕੀ ਹੋਇਆ। ਦੂਸਰਾ ਤੁਸੀਂ ਆਪਣੇ, ਮੈਂ ਪਿੱਛੇ ਜੇ ਗਿਆ ਸੀ ਸਾਬੋ ਕੀ ਤਲਵੰਡੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਉਹੀ ਰਾਜਾ ਜੈ ਸਿੰਘ ਜੀ ਉਹ ਜਦੋਂ ਮੈਂ ਜਿਗਰ ਪੜ੍ਹਿਆ ਉੱਥੇ ਲਿਸਟ ਲੱਗੀ ਆ ਬਾਹਰ ਜਿਹੜੇ 48 ਸਿੱਖ, 2 ਵਿੱਚੋਂ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ, ਜਿਹੜੇ ਬਾਕੀ ਸਿੱਖ ਬਦੇ ਮੁਕਤ ਹੋਏ ਉਹਨਾਂ 'ਚੋਂ ਰਾਜਾ ਜੈ ਸਿੰਘ ਦਾ ਵੀ ਜ਼ਿਕਰ ਕੀਤਾ। ਉਹ ਸਿੱਖ ਨੇ ਰਾਜਾ ਜੈ ਸਿੰਘ ਦਾ ਉੱਥੇ ਨਾਂ ਲਿਖਿਆ ਹੋਇਆ, ਉਹ ਮੈਂ ਵੀ ਪੜ੍ਹਿਆ ਆ, ਪਰ ਇਤਿਹਾਸ ਨੇ ਮੇਲ ਦਾ ਜ਼ਿਕਰ ਨਹੀਂ ਕੀਤਾ। ਹੋ ਸਕਦਾ ਉਹ ਹੋਵੇ, ਪਰ ਇਤਿਹਾਸ ਨੇ ਬਹੁਤ ਜਦੋਂ ਦਿੱਲੀ ਮਹਾਰਾਜ ਜੀ ਗਏ ਚੇਚਕ ਦੀ ਬਿਮਾਰੀ ਦਿੱਲੀ ਵਿੱਚ ਫੈਲੀ ਹੋਈ ਸੀ, ਉਸ ਟਾਈਮ ਦਾ ਸਾਰਾ ਕੌਤਕ ਕਿਵੇਂ ਵਰਤਿਆ ਤੇ ਕਿਵੇਂ ਮਹਾਰਾਜ ਮੁੜ ਕੇ ਜੋਤੀ ਸਰੂਪ ਜੀ ਸਮਾਏ, ਇਹ ਆਪ ਜੀ ਆਪਣੇ ਕੋਲ ਸਮਾਂ ਵੀ 5 ਮਿੰਟ 3-4 ਮਿੰਟ ਦਾ ਹੀ ਆ। ਤੁਸੀਂ ਜਿਹੜੀ ਸ਼ਰਧਾ ਦੀ ਗੱਲ ਕੀਤੀ ਹੈ ਨਾ, ਹਾਂਜੀ ਸ਼ਰਧਾ ਬਹੁਤ ਜ਼ਰੂਰੀ ਆ। ਹਾਂਜੀ ਤੁਸੀਂ ਟੂਕ ਮਾਤਰ ਅੱਜ ਦੇ ਸਮੇਂ ਦੀ ਨਾਲ ਗੱਲ ਕਰ ਗਏ, ਮੈਂ ਨਾਲ ਕਰਦੇ ਹਾਂ ਅੱਜ ਦੇ ਸਮੇਂ ਦੀ ਗੱਲ। ਜਦੋਂ ਤੁਹਾਡੇ ਕੋਲ ਸਾਡੇ ਸਾਹਮਣੇ ਵਾਪਰਿਆ ਸਾਰਾ, ਸਾਡੇ ਦੇਖਿਆ ਵਾਪਰਿਆ, ਜਦੋਂ ਕਿਸੇ ਮਨੁੱਖ ਕੋਲ ਸ਼ਰਧਾ ਸੀ ਉਹ ਸ਼ਰਧਾ ਨਾਲ ਕੀਰਤਨ ਕਰਦਾ ਰਿਹਾ, ਸ਼ਰਧਾ ਨਾਲ ਬਾਣੀ ਦਾ ਪ੍ਰਚਾਰ ਕਰਦਾ ਰਿਹਾ, ਸ਼ਰਧਾ ਨਾਲ ਪੰਥ ਦੇ ਨਾਲ ਖੜਾ ਹੋਇਆ, ਸ਼ਰਧਾ ਨਾਲ ਗੁਰੂ ਘਰ ਦੀ ਗੱਲ ਕੀਤੀ, ਸ਼ਰਧਾ ਸੀ ਉਹਦੇ ਕੋਲ, ਤੇ ਪੰਥ ਨੇ ਚੱਕ ਕੇ ਉਸ ਬੰਦੇ ਨੂੰ ਅਕਾਲ ਤਖਤ ਦਾ ਜਥੇਦਾਰ ਵੀ ਬਣਾ ਦਿੱਤਾ। ਤੇ ਜਦੋਂ ਸ਼ਰਧਾ ਟੁੱਟੀ ਤੇ ਉਹੀ ਬੰਦਾ, ਗੁਣ ਵਿਦਵਤਾ ਨਹੀਂ ਘਟੀ, ਸ਼ਾਇਦ ਕੁਝ ਜ਼ਿਆਦਾ ਆ ਗਈ ਹੋਵੇ, ਪਰ ਉਹੀ ਬੰਦਾ ਜਦੋਂ ਸ਼ਰਧਾ ਟੁੱਟ ਗਈ, ਜਦੋਂ ਸ਼ਰਧਾ ਨਹੀਂ ਰਹੀ, ਗੁਰਬਾਣੀ ਦੇ ਕਿੰਤੂ ਕਰਨੇ ਸ਼ੁਰੂ ਹੋ ਗਏ, ਤੇ ਉਹੀ ਬੰਦਾ ਕਿਸੇ ਵੀ ਇਤਿਹਾਸਕ ਗੁਰਦੁਆਰੇ ਦੇ ਵਿੱਚ ਨਹੀਂ ਬੋਲ ਸਕਦਾ। ਇਹ ਯਾਨੀ ਕਿ ਸਾਡੇ ਸਾਹਮਣੇ ਵਾਪਰਿਆ ਸਾਰਾ ਕੁਝ। ਇਹ ਗੁਰੂ ਪੰਥ ਜਿਹੜਾ ਗੁਰੂ ਰੂਪ, ਇੱਕ ਤਰ੍ਹਾਂ ਦੀ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਨਾ, ਗੁਰੂ ਪੰਥ 'ਚ ਵਿਚਰ ਰਹੀ ਆ। ਗੁਰੂ ਪੰਥ ਦੇ ਵਿੱਚੋਂ ਸਾਰੀਆਂ ਸ਼ਕਤੀਆਂ ਵਿਚਰਦੀਆਂ ਕਿ ਗੁਰੂ ਪੰਥ ਕਿਸੇ ਨੂੰ ਜੇ ਸ਼ਰਧਾ ਉਹਦੇ ਕੋਲ ਸ਼ਰਧਾ ਨਾਲ ਜੁੜਿਆ ਤੇ ਉਹਨੂੰ ਸਭ ਤੋਂ ਸਰਵਉੱਚ ਅਹੁਦਾ ਵੀ ਦੇ ਸਕਦਾ ਆ, ਅਕਾਲ ਤਖਤ ਦੇ ਜਥੇਦਾਰ ਵੀ ਬਣਾ ਸਕਦਾ। ਤੇ ਜੇ ਜਦੋਂ ਸ਼ਰਧਾ ਟੁੱਟਦੀ ਆ ਫਿਰ ਗੁਰੂ ਪੰਥ ਉਹਦਾ ਇਤਿਹਾਸਕ ਗੁਰਦੁਆਰਿਆਂ 'ਚ ਕਿਸੇ ਵੀ ਗੁਰਦੁਆਰੇ 'ਚ ਵੰਡਣਾ ਬੰਦ ਕਰ ਸਕਦਾ। ਔਰ ਜੇ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਲ ਕੀਤੀ, ਤੇ ਜੇ ਸ਼ਰਧਾ ਸੀ ਕਿਸੇ ਬੰਦਿਆਂ ਕੋਲ, ਸ਼ਰਧਾ ਦੇ ਨਾਲ ਤੁਰੇ ਉਹ, ਤੇ ਸਤਿਗੁਰੂ ਨੇ ਉਹਨਾਂ ਨੂੰ ਪ੍ਰਧਾਨਗੀਆਂ ਵੀ ਬਖਸ਼ੀ ਦਿੱਤੀਆਂ, ਬਖਸ਼ਿਸ਼ਾਂ ਕੀਤੀਆਂ। ਤੇ ਜੇ ਕਿਤੇ ਸ਼ਰਧਾ ਟੁੱਟੀ, ਜੇ ਕਿਤੇ ਕਿੰਤੂ ਹੋਣੇ ਸ਼ੁਰੂ ਹੋਏ, ਤੇ ਫਿਰ ਸਤਿਗੁਰੂ ਨੇ ਉਹ ਜਿਹੜੀ ਥਾਂ ਵੀ ਦਿਖਾਤੀ ਕਿ ਸੁਲਤਾਨਾ ਘਾਓ ਨਦਰੋਂ ਪੱਠੀ ਜੇ ਕਰੇ, ਸੁਲਤਾਨਾ ਘਾਓ ਕਰਾਏ ਦਾ ਕਸਿਆਰੇ ਵੀ ਬਣਾਤਾ। ਸੋ ਇਹ ਜਿਹੜੀ ਸਤਿਗੁਰੂ ਦੇ ਉੱਤੇ ਤਾਂ ਬਿਲਕੁਲ ਝੁਕਿਆ ਹੀ ਰਹੇ ਬੰਦਾ, ਇੱਥੇ ਤਾਂ ਸ਼ਰਧਾ ਦੇ ਵਿੱਚ ਹੀ ਰਹੇ ਤੇ ਸਤਿਗੁਰੂ ਦੀਆਂ ਬਖਸ਼ਿਸ਼ਾਂ ਵਰਤਦੀਆਂ। ਆਪਾਂ ਉੱਥੇ ਆ ਜਾਈਏ, ਜਿਹੜੀ ਤੁਸੀਂ ਗੱਲ ਟੂਕ ਮਾਤਰ ਕਰ ਗਏ, ਇਸ਼ਾਰਾ ਮਾਤਰ ਕਿ ਚੇਚਕ ਫੈਲੀ ਹੋਈ ਸੀ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉੱਥੇ ਪਹੁੰਚੇ, ਗੁਰੂ ਘਰ ਦਾ ਬਿਰਦ ਰਿਹਾ ਕਿ ਜਿੱਥਾ ਵੀ ਕੋਈ ਦੁਖੀਆ ਹੈ ਨਾ ਉਹਦੀ ਬਾਂਹ ਫੜਨੀ ਆ, ਜਿੱਥੇ ਵੀ ਕੋਈ ਲੋੜਵੰਦ ਹੈ ਉਹਦੀ ਬਾਂਹ ਫੜਨੀ ਹੈ। ਤੇ ਲੋੜਵੰਦ ਤੇ ਦੁਖੀ ਦੀ ਗੱਲ ਕਰਦਿਆਂ ਸਤਿਗੁਰੂ ਦੇ ਬਚਨ ਹੋਏ ਨੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੁਸੀਂ ਗਰੀਬ ਦੇ ਮੂੰਹ 'ਚ ਕੁਛ ਪਾਤਾ, ਗਰੀਬ ਦੀ ਲੋੜ ਪੂਰੀ ਕਰਤੀ, ਸਮਝ ਲਓ ਗੁਰੂ ਦੀ ਗੋਲਕ 'ਚ ਪਾਤਾ ਸਾਰਾ ਕੁਛ। ਇਹ ਸਤਿਗੁਰੂ ਦੇ ਬਚਨ ਨੇ। ਤੇ ਗੁਰੂ ਅਰਜਨ ਦੇਵ ਦੇ ਵੇਲੇ ਵੀ ਕਦੀ ਲਾਹੌਰ ਦੇ ਵਿੱਚ ਕਾਲ ਪਿਆ ਸੀ, ਬਿਮਾਰੀ ਫੈਲੀ ਸੀ। ਗੁਰੂ ਅਰਜਨ ਦੇਵ ਜੀ ਆਪਣੇ 2.5 ਸਾਲ ਦੇ ਸਪੁੱਤਰ ਨੂੰ ਨਾਲ ਲੈ ਕੇ, ਭੁਜੰਗੀ ਸਾਹਿਬਜ਼ਾਦੇ ਨੂੰ ਨਾਲ ਲੈ ਕੇ, ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਉਦੋਂ 2.5 ਸਾਲ ਦੀ ਸੀਗੀ। ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ 1695 ਦਾ, ਤੇ 1698 ਦੇ ਵਿੱਚ ਲਾਹੌਰ ਦੇ ਵਿੱਚ ਕਾਲ ਪਿਆ, ਮਹਾਮਾਰੀ ਫੈਲੀ, ਚੇਚਕ ਫੈਲੀ। ਤੇ ਗੁਰੂ ਅਰਜਨ ਦੇਵ ਜੀ, ਕਿਉਂਕਿ ਸਾਰੇ ਲੋਕ ਵੱਡੇ ਵੱਡੇ ਜਿਹੜੇ ਲਾਹੌਰ ਛੱਡ ਕੇ ਜਾ ਰਿਹਾ ਸੀ, ਤੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਪਰਿਵਾਰ ਦੇ ਸਮੇਤ ਗਿਆ ਉੱਥੇ। 2.5 ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਗਿਆ, ਇੱਕੋ ਇੱਕ ਪੁੱਤਰ ਹੈ ਉਹਨੂੰ ਨਾਲ ਲੈ ਗਿਆ ਕਿ ਲੋਕਾਂ ਦਾ ਵਿਸ਼ਵਾਸ ਵੱਜੇ ਕਿ ਇੱਥੇ ਰਿਹਾ ਜਾ ਸਕਦਾ। ਤੇ ਉੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜੀ ਬਿਮਾਰੀ ਲੋਕਾਂ ਨੂੰ ਸੀਗੀ ਆਉਂਦੀ, ਸਤਿਗੁਰੂ ਨੇ ਦਿਖਾਉਣੇ ਹੁੰਦੇ ਕੋਤਕ। ਲੋਕਾਂ ਦਾ ਦਰਦ ਜਿਹੜਾ ਅਸੀਂ ਲੋਕਾਂ ਦੇ ਵਿੱਚ ਰਹਿ ਕੇ ਆਪਣੇ ਸਿਰ ਤੇ ਲਿਆ ਜਾਂਦਾ ਆ। ਜੇ ਲੋਕਾਂ ਦਾ ਦਰਦ ਤੁਸੀਂ ਆਪਣੇ ਸਿਰ ਤੇ ਲੈਂਦੇ ਆ ਤੇ ਤਾਂ ਲੋਕਾਂ ਦੇ ਵਿੱਚ ਤੁਹਾਡੀ ਗੱਲ ਜਾਂਦੀ ਆ।
ਤੇ ਤਾਂ ਹੀ ਲੋਕ ਵਿਸ਼ਵਾਸ ਕਰਨਾ ਸਿੱਖਦੇ ਆ। ਗੁਰੂ ਘਰ ਨਾਲ ਲੋਕੀ ਹਕੂਮਤ ਦੇ ਵਿਰੋਧ ਦੇ ਬਾਵਜੂਦ ਐਵੇਂ ਨਹੀਂ ਲੱਖਾਂ ਦੀ ਗਿਣਤੀ ਜੁੜ ਗਿਆ ਸੀ। ਸਤਿਗੁਰੂ ਲੋਕਾਂ ਦਾ ਦਰਦ ਲੋਕਾਂ 'ਚ ਬੈਠ ਕੇ ਬਣਾਉਂਦੇ ਸੀ। ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਚ ਗਈ ਸੀ, ਪਰ ਸਤਿਗੁਰੂ ਨੇ ਉਦੋਂ ਬਹੁਤ ਸ਼ਬਦ ਉਚਾਰੇ। ਸਤਿਗੁਰੂ ਬੜੀ ਗੁਰਬਾਣੀ ਦੇ ਵਿੱਚ ਕਿ ਉਹਦਾ ਮੁਕਾਬਲਾ ਜਦੋਂ ਇੱਦਾਂ ਦੇ ਕੋਈ ਦੁੱਖ ਹੋਣ ਉਹਦਾ ਮੁਕਾਬਲਾ ਵੀ ਕਿੱਦਾਂ ਕਰਨਾ ਹੈ। ਤੇ ਬਿਲਕੁਲ ਉਹੋ ਜਿਹਾ ਭਾਣਾ ਜਿਹੜਾ ਸੀਗਾ ਗੁਰੂ ਨਾਨਕ ਜੋਤ ਨਾਲ, ਜਿਹੜਾ 6ਵੇਂ ਪਾਤਸ਼ਾਹ ਦੇ ਵੇਲੇ ਗੁਰੂ ਅਰਜਨ ਦੇਵ ਦੇ ਵੇਲੇ ਵਾਪਰਿਆ, ਜਦੋਂ ਗੁਰਗੱਦੀ ਤੇ ਗੁਰੂ ਅਰਜਨ ਦੇਵ ਸਨ, ਛੋਟੀ ਉਮਰ ਸਨ, 2.5 ਸਾਲ ਦੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ। ਉਹੋ ਜਿਹਾ ਸਤਿਗੁਰੂ ਦੇ ਆਪਣੇ ਭਾਣੇ ਅੰਦਰ, ਕਿ ਸਤਿਗੁਰੂ ਦੀ ਆਪਣੀ ਮਰਜ਼ੀ ਤੋਂ ਬਿਨਾਂ ਤਾਂ ਕੁਝ ਹੋ ਨਹੀਂ ਸਕਦਾ। ਸਤਿਗੁਰੂ ਦੇ ਆਪਣੇ ਭਾਣਿਆਂ ਅੰਦਰ ਉਹ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ ਵੀ ਬਿਲਕੁਲ ਲੋਕਾਂ ਦੇ ਦੁੱਖ ਦਰਦ ਨੂੰ ਸਮਝਦਿਆਂ, ਲੋਕਾਂ ਦੇ ਦੁੱਖ ਦਰਦ ਦੂਰ ਕਰਦਿਆਂ, ਲੋਕਾਂ ਦੇ ਵਿੱਚ ਵਿਚਰਦਿਆਂ ਸਾਰੇ ਲੋਕਾਂ ਦਾ ਦਰਦ ਆਪਣੇ ਤੇ ਲੈ ਲਿਆ। ਇਹ ਗੁਰੂ ਦੀ ਸਮਰੱਥਾ ਆ, ਇਹ ਗੁਰੂ ਦੀ ਬਖਸ਼ਿਸ਼ ਆ, ਇਹ ਗੁਰੂ ਦੀ ਦਿਆਲਤਾ ਆ, ਇਹ ਗੁਰੂ ਦੀ ਕਿਰਪਾਲੂ ਬਿਰਤੀ ਆ ਕਿ ਆਹ ਲੁਕਾਈ ਨੂੰ ਜਗਤ ਜਲੰਦਾ ਰੱਖ ਲੈ। ਪਰਮਾਤਮਾ ਮਰੇ ਅਰਦਾਸ ਹੀ ਇਹ ਗੁਰਬਾਣੀ ਦੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਹਰ। ਆਪਣੇ ਆਪ ਤੇ ਸਾਰਾ ਕੁਝ ਲੈ ਲੈਣਾ ਗੁਰੂ ਘਰ ਨੇ, ਆਪਣੇ ਆਪ ਤੇ ਲੈ ਲਿਆ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਚੇਚਕ ਦਾ ਹੋ ਗਿਆ ਤੇ ਸਾਰਿਆਂ ਦਾ ਦੁੱਖ ਲੈ ਕੇ ਸਤਿਗੁਰੂ ਨੇ ਉੱਥੇ ਸਾਰਿਆਂ ਨੂੰ ਦੁੱਖਾਂ ਤੋਂ ਨਿਵਰਤੀ ਦਿੱਤੀ। ਤੇ ਇਸੇ ਕਰਕੇ ਗੁਰੂ ਇਸੇ ਗੱਲ ਨੂੰ ਮੁੱਖ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਜ਼ਿਕਰ ਕਰਨ ਲੱਗੇ ਨਾ ਗੁਰੂ ਸਾਹਿਬ ਦੀ ਸਾਰੇ ਸਮਰੱਥਾ ਦਾ, ਇਹ ਨਹੀਂ ਉੱਥੇ ਜ਼ਿਕਰ ਕਰ ਦਿੱਤਾ ਸ਼੍ਰੀ ਗੁਰੂ ਹਰਕ੍ਰਿਸ਼ਨ ਤੇ ਆਈਏ ਜੇ ਡਿੱਠੇ ਸਭ ਦੁੱਖ ਜਾਏ, ਕਿ ਉਹਨਾਂ ਨੂੰ ਦੇਖਿਆ ਸਾਰੇ, ਉਹਨਾਂ ਨੇ ਸਾਰਿਆਂ ਦਾ ਦੁੱਖ ਆਪਣੇ ਸਿਰ ਦੇ ਉੱਤੇ ਲੈ ਲਿਆ। ਉਹਨਾਂ ਦੇ ਦਰਸ਼ਨ ਹੀ ਕਰੋਗੇ ਤੇ ਜਿਹੜਾ ਉਹਨਾਂ ਦੇ ਦਰਸ਼ਨ ਕਰੂਗਾ, ਜਿਹੜਾ ਆਪਣੇ ਅੰਤਰਾਤਮਾ ਤੋਂ ਨਾਲ ਜੁੜ ਗਿਆ, ਉਹਦੇ ਦੁੱਖਾਂ ਦਾ ਉਹਦੇ ਦੁੱਖ ਦੂਰ ਹੋ ਜਾਣਗੇ। ਤੇ ਇੱਥੇ ਗੱਲ ਹੋਰ ਕਹਿੰਦੇ ਆ ਕਿ ਇਹ ਨਾ ਸਮਝ ਲੈਣ ਕੋਈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਿਆਂ ਦੁੱਖ ਦੂਰ ਹੋਣੇ ਆ ਤੇ ਗੁਰੂ ਨਾਨਕ ਸਾਹਿਬ ਦੇ ਨਹੀਂ ਹੋਣੇ। ਸਾਰੇ ਗੁਰੂ ਇੱਕੋ ਜੋਤ ਆ, ਜੋਤ ਇੱਕੋ ਹੀ, ਹਾਂਜੀ ਇੱਕੋ ਜੋਤ ਆ। ਤੁਸੀਂ ਗੁਰੂ ਨਾਲ ਜੁੜੋ ਸਹੀ, ਕਿਸੇ ਰੂਪ ਵਿੱਚ ਜੁੜੋ। ਤੇ ਅੱਜ ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਨਾਨਕ ਦੀ ਜੋਤ ਬਣ ਕੇ ਵਿਚਰਦਾ ਸੀ, ਅੱਜ ਗੁਰੂ ਗ੍ਰੰਥ ਸਾਹਿਬ ਜੋਤ ਬਣ ਕੇ ਵਿਚਰ ਰਿਹਾ। ਬਿਲਕੁਲ ਉਹੀ ਜੋਤ ਹੈ ਜੀ, ਉਹੀ ਜੋਤ ਬਣ ਕੇ ਵਿਚਰਦਾ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਔਰ ਦਰਸ਼ਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਆ ਉਹਦੇ ਬਾਰੇ ਬਿਲਕੁਲ ਗੁਰੂ ਸਾਹਿਬ ਨੇ ਜ਼ਿਕਰ ਕੀਤਾ। ਗੁਰੂ ਗੋਬਿੰਦ ਸਿੰਘ ਜ਼ਿਕਰ ਕਰ ਗਏ ਗੁਰੂ ਦੇ ਦਰਸ਼ਨ ਜਿਹੜੇ ਆ ਨਾ ਉਹ ਸ਼ਬਦ ਦੀ ਵਿਚਾਰ ਵੀ ਆ। ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਓ। ਗੁਰਬਾਣੀ ਨੇ ਦੋਨੇ ਤਰ੍ਹਾਂ ਦਾ ਜ਼ਿਕਰ ਕੀਤਾ, ਇੱਥੇ ਕੋਈ ਭੁਲੇਖਾ ਨਾ ਖਾ ਜਾਵੇ, ਇਹ ਮੈਂ ਜ਼ਿਕਰ ਕਰ ਲਵਾਂ ਜੀ ਬੇਸ਼ੱਕ ਤੇ ਸਹੀ। ਗੁਰਬਾਣੀ ਨੇ ਦੋਨੇ ਤਰ੍ਹਾਂ ਦਾ ਜ਼ਿਕਰ ਕੀਤਾ। ਗੁਰਬਾਣੀ ਕਹਿੰਦੀ ਹੈ ਕਿ ਸਤਿਗੁਰੂ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਈ, ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਨ ਬਹਿਰੋਏ। ਸਤਿਗੁਰ ਦੇ ਦਰਸ਼ਨ ਜਿਹੜੇ ਆ ਉਹ ਵੀ ਭਾਗਾਂ ਵਾਲਿਆਂ ਨੂੰ ਹੁੰਦੇ ਆ। ਇਸ ਪੰਕਤੀ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਚਾਹੀਦਾ ਕਿ ਸਤਿਗੁਰ ਦੇ ਦਰਸ਼ਨ ਭਾਗਾਂ ਵਾਲਿਆਂ ਨੂੰ ਹੁੰਦੇ ਨੇ। ਸਤਿਗੁਰੂ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਨ ਬਹਿਰੋਏ। ਪਰ ਨਾਲ ਹੀ ਸਤਿਗੁਰ ਨੇ ਇੱਕ ਵੱਖਰੇ ਸ਼ਬਦ ਦੇ ਵਿੱਚ ਵੱਖਰੀ ਗੱਲ ਕੀਤੀ ਆ ਕਿ ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਭਾਈ ਸ਼ਬਦ ਦੀ ਵਿਚਾਰ ਕਰੋਗੇ ਤੇ ਮੁਕਤੀ ਵੀ ਮਿਲੇਗੀ। ਸਤਿਗੁਰੂ ਦੇ ਦਰਸ਼ਨ ਬਹੁਤ ਵੱਡੀ ਗੱਲ। ਸਤਿਗੁਰੂ ਦੇ ਦਰਸ਼ਨ ਵੀ ਵਿਰਲਿਆਂ ਨੂੰ ਮਿਲਦੇ ਆ, ਭਾਗਾਂ ਵਾਲਿਆਂ ਨੂੰ ਮਿਲਦੇ, ਕਰਮਾਂ ਵਾਲਿਆਂ ਨੂੰ ਮਿਲਦੇ ਆ। ਪਰ ਜਦੋਂ ਸ਼ਬਦ ਦੀ ਵਿਚਾਰ ਕਰਕੇ ਉਹ ਤੁਹਾਡੇ ਜੀਵਨ ਦਾ ਆਧਾਰ ਬਣ ਜਾਂਦਾ ਤੇ ਫਿਰ ਸਮਝ ਲਓ ਪਾਰ ਉਤਾਰਾ, ਫਿਰ ਮੁਕਤੀਆਂ ਹੁੰਦੀਆਂ, ਸਾਰੇ ਦੁੱਖਾਂ ਦਾ ਨਾਸ਼ ਇੱਥੇ ਵੀ ਹੁੰਦਾ ਆ। ਲੋਕ ਸੁਖੀ ਹੁੰਦਾ ਬੰਦਾ, ਪਰ ਲੋਕ ਸੇਲਾ ਵੀ ਹੁੰਦਾ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਉਹ ਕਲਾ ਵਰਤੀ। ਰਾਣਾ ਜੀ ਮੈਂ ਇੱਕ ਛੋਟਾ ਜਿਹਾ ਇੱਕ ਜ਼ਿਕਰ ਕਰ ਦਵਾਂ, ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਇਸ ਬਿਮਾਰੀ ਨੂੰ ਮਾਤਾ ਦਾ ਨਾਮ ਦਿੱਤਾ ਜਾਂਦਾ ਜੀ। ਤੇ ਜਿਹੜੀ ਮਾਂ ਹੁੰਦੀ ਹੈ, ਮਾਤਾ ਹੁੰਦੀ, ਉਹ ਕਿਸੇ ਨੂੰ ਦੁੱਖ ਨਹੀਂ ਦਿੰਦੀ। ਇਹ ਇੱਕ ਬਿਮਾਰੀ ਆ, ਇੱਥੇ ਵੀ ਹੁੰਦੀ ਆ। ਹੁਣ ਆਪਾਂ ਨੂੰ ਤਾਂ ਪਤਾ ਪੰਜਾਬ ਦੇ ਵਿੱਚ ਅਸੀਂ ਚਲੋ ਮਾਤਾ ਨੂੰ ਕਈ ਕਹਿੰਦੇ ਆ ਵੀ ਉੱਥੇ ਸਾਡੀਆਂ ਆਪਣੇ ਜਿਹੜੀਆਂ ਹਿੰਦੂ ਧਰਮ ਵਿੱਚ ਮਾਤਾ ਮੰਨੀ ਜਾਂਦੀਆਂ ਉਹਨਾਂ ਦੀ ਪੂਜਾ ਦਾ ਬਾਰੇ ਗੱਲ ਕਰਦੇ ਆ। ਪਰ ਹੁਣ ਗੋਰਿਆਂ ਨੂੰ ਵੀ ਹੁੰਦੀ ਹੈ, ਇੱਕ ਬਿਮਾਰੀ ਆ ਚਿਕਨ ਬਾਕਸ। ਸਾਨੂੰ ਇਹ ਤੋਂ ਅਗਿਆਨਤਾ ਵਸ ਨਹੀਂ ਹੋਣਾ ਚਾਹੀਦਾ, ਸਾਨੂੰ ਇਹ ਸਮਝਣਾ ਚਾਹੀਦਾ ਇਹ ਇੱਕ ਬਿਮਾਰੀ ਆ ਤੇ ਇਹਦਾ ਇਲਾਜ ਹੈ। ਇਦਾਂ ਬਿਲਕੁਲ ਬੇਸ਼ੱਕ ਗੱਲ ਨਾ ਕਰੀਏ, ਇਹਦੇ ਨਾਲ ਧਰਮ ਦਾ ਕਿਸੇ ਦਾ ਕੋਈ ਮਤਲਬ ਨਹੀਂ। ਇਹ ਸਾਡੇ ਭਾਰਤੀ ਸੱਭਿਆਚਾਰ ਦਾ ਹਿੱਸਾ ਬਣ ਚੁੱਕੀ ਸੀਗੀ। ਔਰ ਪੰਜਾਬੀ ਸੱਭਿਆਚਾਰ ਨਹੀਂ, ਮੇਰੇ ਕਹਿਣ ਦਾ ਮਤਲਬ ਲੋਕੀ ਅਗਿਆਨਵਸ ਹੋ ਕੇ ਬਿਲਕੁਲ ਅਗਿਆਨਵਸ ਹੁੰਦੇ ਆ। ਮਾਤਾ ਸ਼ਬਦ ਤਾਂ ਇਹਦੇ ਨਾਲ ਜੁੜ ਗਿਆ ਸੱਭਿਆਚਾਰ ਦੇ ਤੌਰ ਤੇ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਹੁੰਦੀ ਆ। ਹਾਂਜੀ ਹਾਂਜੀ। ਤੇ ਕਿਉਂਕਿ ਛੋਟੀ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ, ਛੋਟੀ ਉਮਰ 'ਚ ਜੇ ਇਮਿਊਨ ਸਿਸਟਮ ਬੱਚੇ ਦਾ ਵਿਕਸਿਤ ਨਹੀਂ ਹੋਇਆ ਹੁੰਦਾ ਤੇ ਇਹ ਛੂਤ ਦੀ ਬਿਮਾਰੀ ਆ। ਇੱਕ ਤੋਂ ਹੋਵੇ ਤੇ ਇੱਕ ਤੋਂ ਦੂਜੇ ਨੂੰ ਹੋ ਜਾਂਦੀ ਆ। ਤੇ ਫਿਰ ਕਰਕੇ ਬੰਦੇ ਨੂੰ ਕਮਰੇ ਅੰਦਰ ਬੰਦ ਵੀ ਕਰਨਾ ਪੈਂਦਾ। ਉਹ ਜਿਹੜਾ ਸਾਡਾ ਸੱਭਿਆਚਾਰ ਬਣ ਚੁੱਕਾ ਸੀ ਕਿ ਇਹਨੂੰ ਦੂਜੇ ਤੋਂ ਬਚਾ ਕੇ ਰੱਖੋ, ਹਨੇਰੀ 'ਚ ਰੱਖੋ, ਕਿਉਂਕਿ ਅੱਖ ਦੇ ਵਿੱਚ ਜੇ ਕਿਤੇ ਇਹ ਜਿਹੜੇ ਮੂੰਹ ਤੇ ਦਾਗ ਹੋ ਜਾਂਦੇ, ਜਿਹੜੇ ਨਿੱਕੇ ਨਿੱਕੇ ਦਾਣੇ ਹੋ ਜਾਂਦੇ ਛੋਟੇ ਛੋਟੇ, ਜੇ ਉਹ ਕਿਤੇ ਫੋੜਾ ਅੱਖ ਦੇ ਵਿੱਚ ਹੋ ਜਾਵੇ
ਤੇ ਉਹ ਅੱਖ ਦੇ ਵਿੱਚ ਉਹਨੂੰ ਸੂਰਜ ਦੀ ਲਾਈਟ ਪੈ ਜਾਏ ਤੇ ਉਹ ਫੋੜਾ ਅੱਖ ਦੇ ਵਿੱਚ ਫਿਸ ਜਾਵੇ ਤੇ ਫਿਰ ਅੱਖ ਤੋਂ ਬੰਦਾ ਅੱਧਾ ਹੋ ਜਾਂਦਾ, ਦਿਸਣਾ ਬੰਦ ਹੋ ਜਾਂਦਾ। ਇਸ ਕਰਕੇ ਹਨੇਰੇ ਕਮਰੇ 'ਚ ਉਹਨੂੰ ਬੰਦ ਕੀਤਾ ਜਾਂਦਾ ਸੀ ਤੇ ਉਹ ਲੋਕੀ ਅਗਿਆਨਵਸ਼ ਹੁੰਦੇ ਸੀਗੇ। ਇਸ ਕਰਕੇ ਉਹ ਨਾਲ ਨਾਲ ਧਰਮ ਦੀਆਂ ਮਾਨਤਾਵਾਂ ਜੋੜ ਦਿੱਤੀਆਂ ਜਾਂਦੀਆਂ, ਪਰ ਉਹ ਸਾਡਾ ਸੱਭਿਆਚਾਰੀ ਦਾ ਇਲਾਜ ਨਹੀਂ ਸੀ ਹੁੰਦੇ। ਤੇ ਸਾਡੇ ਇੱਕੋ ਇੱਕ ਮਹਾਰਾਜਾ ਜਿਹੜੇ ਵੱਡੇ ਮਹਾਰਾਜੇ ਪੂਰੇ ਪੰਜਾਬ ਦੇ ਹੋਏ ਨੇ, ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਛੋਟੀ ਉਮਰ ਚੇਚਕ ਹੋ ਗਈ ਸੀ, ਬਹੁਤ ਹੁੰਦੀ ਸੀਗੀ। ਤੇ ਉਹਨਾਂ ਦੀ ਛੋਟੀ ਉਦੋਂ ਵੀ ਸੀ ਤੇ ਅੱਜ ਵੀ ਬਿਮਾਰੀ ਹੈ, ਉਹਨਾਂ ਦੀ ਵੀ ਹੁੰਦੀ ਹੈ। ਹੁਣ ਵੈਸੇ ਇਹ ਗੱਲ ਕਹੀ ਜਾਂਦੀ ਆ ਕਿ ਚੇਚਕ ਦੇ ਉੱਤੇ ਕਾਬੂ ਪਾ ਲਿਆ ਗਿਆ, ਹੁਣ ਚੇਚਕ ਮਹਾਮਾਰੀ ਨਹੀਂ ਬਣਦੀ ਹੈਗੀ। ਇਹਦੇ ਕੀਟਾਣੂ ਹੈਗੇ ਆ ਪਰ ਫੈਲਦੇ ਨਹੀਂਗੇ। ਹੁਣ ਕੋਈ ਇਦਾਂ ਦੀ ਗੱਲ ਸੁਣਨ ਨੂੰ ਵੀ ਬਹੁਤ ਜ਼ਿਆਦਾ ਨਹੀਂ ਮਿਲਦੀ, ਕਾਬੂ 'ਚ ਆ ਸਾਰਾ ਕੁਛ। ਇੱਕ ਤੁਸੀਂ ਗੁਰਬਾਣੀ ਦੀ ਤੁਕ ਪੜ੍ਹੀ ਸੀ, ਨਜ਼ਰੋਂ ਪੱਠੀ ਜੇ ਕਰੇ ਸੁਲਤਾਨਾ ਕਾਉਂ ਕਰਾਏ ਦਾ। ਮੈਂ ਰਾਣਾ ਜੀ ਇੱਕ ਕਈ ਵੈਸੇ ਵੀ ਜ਼ਿਕਰ ਕਰਦਾ ਹੁੰਦਾ ਵੀ ਇਸ ਕਾਲ ਦੇ ਵਿੱਚ ਜੋ ਅਸੀਂ ਆਪਣੀ ਅੱਖਾਂ ਨਾਲ ਦੇਖਿਆ, ਜੇ ਇਹ ਤੁਕ ਦੇ ਅਰਥ ਸੌਖੇ ਸਮਝਣੇ ਹੋਣ ਤਾਂ ਅਸੀਂ ਦੇਖ ਸਕਦੇ ਹਾਂ ਸੁਦਾਮ ਸਦੈਨ ਸਾਡੀਆਂ ਅੱਖਾਂ ਦੇ ਸਾਹਮਣੇ ਰਾਜਾ ਹੋਇਆ, ਜਿਹਦਾ ਕੁਝ ਸਾਰਾ ਕੁਝ ਹੀ ਪਤਾ ਲੱਗਦਾ ਸੀ ਵੀ ਕੋਈ ਰਾਜਾ। ਸਾਡੇ ਸਿੱਖ ਇਤਿਹਾਸ 'ਚ ਇਹੋ ਜਿਹੀਆਂ ਬਹੁਤ ਗੱਲਾਂ ਮਿਲਦੀਆਂ ਨਹੀਂ, ਜਿਹੜਾ ਹੁਣ ਅਜੋਕੇ ਸਮੇਂ ਵਿੱਚ ਅਸੀਂ ਹੁਣ ਅੱਖਾਂ ਦੇਖਿਆ। ਦੂਸਰਾ ਅਸੀਂ ਗਦਾਫੀ ਦਾ ਹਾਲ ਤੇ ਗਦਾਫੀ ਦੇ ਮੁੰਡੇ ਦਾ ਇੰਨਾ ਅਮੀਰ, ਇਹ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਜੇ ਉਹਦੀ ਨਜ਼ਰ ਪੱਠੀ ਹੋ ਜਾਵੇ ਤੇ ਉਹ ਸੁਲਤਾਨਾ ਘਾਹ ਹੀ ਪ੍ਰਤੱਖ ਆ, ਕੋਈ ਇਹ ਗੱਲ ਕਹਿਣ ਮੁਤਾਬਕ ਨਹੀਂ। ਕਿ ਸਾਨੂੰ ਸ਼ਰਧਾ ਰੱਖਣ ਦੀ ਲੋੜ ਆ, ਜੋ ਅਸੀਂ ਅੱਜ ਕਰ ਰਹੇ ਹਾਂ ਇਹ ਤੋਂ ਸਾਨੂੰ ਗਰੇਜ ਕਰਨਾ ਚਾਹੀਦਾ। ਮੈਂ ਤੁਹਾਡੇ ਕੋਲ ਸਿਰਫ 1 ਮਿੰਟ ਦੇ ਵਿੱਚ, ਜਦੋਂ ਮਹਾਰਾਜ ਦਿੱਲੀ ਗਏ ਤੇ ਜੋਤੀ ਜੋਤ ਸਮਾਏ, ਇਹਦੇ ਵਿੱਚ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਮਹਾਰਾਜ ਕਿੱਥੇ ਮੁੜ ਕੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਿਹੜਾ ਇੱਕ ਤੇ ਟੂਕ ਮਾਤਰ ਜ਼ਿਕਰ ਕਰ ਦਿਓ ਕਿ ਮਹਾਰਾਜ ਦੇ ਕਿੰਨੇ ਸਥਾਨ ਹਨ, ਉਹਨਾਂ ਦਾ ਨਾਂ ਗੁਰਦੁਆਰੇ ਸਾਹਿਬਾਨ ਦਾ, ਮਹਾਰਾਜ ਦੇ ਇਤਿਹਾਸਿਕ ਗੁਰੂ ਘਰ, ਅਤੇ ਜਿੱਥੇ ਮਹਾਰਾਜ ਜੋਤੀ ਜੋਤ ਸਮਾਏ ਉਸ ਗੁਰੂ ਘਰ ਦਾ ਜ਼ਿਕਰ ਕਰਕੇ ਤਾਂ ਆਪਾਂ ਸਮਾਪਤੀ ਕਰਾਂਗੇ। ਗੁਰੂ ਸਾਹਿਬ ਕਿਉਂਕਿ ਲੋਕਾਂ ਦਾ ਦਰਦ ਸਾਰਾ ਦਾ ਸਾਰਾ ਦੁੱਖ ਆਪਣੇ ਤੇ ਲੈ ਲਿਆ। ਹਾਂਜੀ। ਤੇ ਜਿੱਦਾਂ ਕਿਸੇ ਟਾਈਮ ਗੁਰੂ ਹਰਗੋਬਿੰਦ ਸਾਹਿਬ ਨੂੰ ਛੋਟੀ ਉਮਰ 'ਚ ਚੇਚਕ ਦੀ ਬਿਮਾਰੀ ਹੋਈ ਸੀ, ਉੱਦਾਂ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਸਾਰਿਆਂ ਦਾ ਦੁੱਖ ਨਿਵਰਤ ਕਰਦੇ ਹੈਗੇ, ਸਾਰਿਆਂ ਦਾ ਦੁੱਖ ਆਪਣੇ ਸਿਰ ਦੇ ਉੱਤੇ ਗੁਰੂ ਸਾਹਿਬ ਨੇ ਲੈ ਲਿਆ। ਤੇ ਸਮਾਂ ਉਹਨਾਂ ਦਾ ਉਦੋਂ ਜਿਹੜੀ ਉਮਰ ਸੀ ਪੌਣੇ ਕੁ 8 ਸਾਲ ਦੀ ਸੀ, ਅਜੇ 8 ਸਾਲ ਪੂਰੇ ਨਹੀਂ ਸਨ ਹੋਏ। ਇਹ 7 ਸਾਲ ਤੇ 8.5 ਮਹੀਨੇ ਬੰਦੇ, ਪੌਣੇ 8 ਸਾਲ ਵੀ ਪੂਰੇ ਨਹੀਂ ਸਨ ਉਦੋਂ ਉਹਨਾਂ ਦੀ ਉਮਰ ਸੀ। ਤੇ ਸਤਿਗੁਰੂ ਨੇ ਐਲਾਨ ਕਰ ਦਿੱਤਾ ਕਿ ਅਸੀਂ ਜੋਤੀ ਜੋਤ ਸਮਾ ਜਾਣਾ। ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਤਿਗੁਰੂ ਨੇ ਆਖਿਆ ਕਿ ਅਗਲਾ ਗੁਰੂ ਜਿਹੜਾ ਉਹਦਾ ਐਲਾਨ ਕਰਨਾ ਸੀ ਹੁਣ, ਕਿਉਂਕਿ ਹਰ ਗੁਰੂ ਐਲਾਨ ਕਰਕੇ ਜਾਂਦਾ ਰਿਹਾ। ਗੁਰੂ ਨਾਨਕ ਸਾਹਿਬ ਵੀ ਐਲਾਨ ਕਰਕੇ ਗਿਆ, ਭਾਈ ਲਹਿਣਾ ਜੀ ਨੂੰ ਗੱਦੀ ਦੇ ਕੇ ਗੁਰੂ ਅੰਗਦ ਬਣਾ ਕੇ ਗਿਆ ਸੀ। ਤੇ ਸਿੱਖੀ ਦੀ ਪਿਰਤ ਰਹੀ ਆ ਕਿ ਅਗਲਾ ਐਲਾਨ ਕਰਕੇ ਜਾਣਾ। ਤੇ ਸਤਿਗੁਰੂ ਨੇ ਜਿਹੜਾ ਐਲਾਨ ਕੀਤਾ ਉੱਥੇ ਸ਼ਬਦ ਬਾਬਾ ਬਕਾਲੇ, ਕਿ ਅਗਲਾ ਗੁਰੂ ਜਿਹੜਾ ਹੋਏਗਾ ਉਹ ਬਾਬਾ ਬਕਾਲੇ ਹੋਏਗਾ। 2 ਗੱਲਾਂ, ਇੱਕ ਤਾਂ ਬਕਾਲੇ 'ਚ ਬੈਠਾ ਇਸ਼ਾਰਾ ਕਰਤਾ, ਦੂਜਾ ਰਿਸ਼ਤੇਦਾਰ 'ਚ ਸਾਡਾ ਬਾਬਾ ਹੈ, ਦੋਨੇ ਇਸ਼ਾਰੇ ਕਰਦੇ। ਬੜੀ ਸਪਸ਼ਟ ਗੱਲ ਸੀ, ਬਾਬਾ ਬਕਾਲੇ ਜਿਹੜਾ ਸਿੱਖੀ ਨੂੰ ਗਾਂ ਸੰਭਾਲੇਗਾ। ਉਹ ਐਲਾਨ ਸੀ, ਇਸ਼ਾਰਾ ਸਿੱਧਾ ਗੁਰੂ ਤੇਗ ਬਹਾਦਰ ਵਾਲੇ ਸੀ। ਇਹ ਗੱਲ ਵੱਖਰੀ, ਬਾਅਦ 'ਚ 22 ਮੰਜੀਆਂ ਵੀ ਲੱਗੀਆਂ, ਵੱਖਰਾ ਵਿਸ਼ਾ, ਉਹ ਆਪਾਂ ਉਹਦੇ ਜ਼ਿਕਰ 'ਚ ਨਹੀਂ ਜਾਣਾ। ਉਹ ਕਹਿ ਕੇ ਜੋਤੀ ਜੋਤ ਜੀ ਸਮਾ ਗਏ। ਬਾਅਦ 'ਚ ਭਾਈ ਮੱਖਣ ਸ਼ਾਹ ਲਵਾਣੇ ਵਾਲੀ ਜਿਹੜੀ ਆ, ਭਾਈ ਮੱਖਣ ਸ਼ਾਹ ਵਣਜਾਰੇ ਵਾਲੀ ਜਿਹੜੀ ਉਹ ਸਾਖੀ ਵੀ ਚੱਲਦੀ ਆ, ਬਾਬਾ ਬਕਾਲੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਗੁਰੂ ਤੇਗ ਬਹਾਦਰ ਨੂੰ ਪ੍ਰਗਟ ਕੀਤਾ। ਪਰ ਜਿੱਥੇ ਕੋ ਮੈਂ ਉੱਥੇ ਰਹਾਂ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵਿਸ਼ੇ 'ਤੇ ਰਹਾਂ। ਗੁਰਦੁਆਰਾ ਬੰਗਲਾ ਸਾਹਿਬ ਸੀ ਜਦੋਂ ਉਹਨਾਂ ਨੇ ਐਲਾਨ ਕੀਤਾ, ਗੁਰਦੁਆਰਾ ਬੰਗਲਾ ਸਾਹਿਬ ਜੋਤੀ ਜੋਤ ਸਮਾਏ। ਔਰ ਉਹਨਾਂ ਦੇ ਜਿਹੜੇ ਸਤਿਗੁਰੂ ਨੇ ਐਲਾਨ ਕੀਤਾ ਸੀਗਾ ਵੀ ਮੈਂ ਸ਼ਮੇ ਦੇ ਬਾਦਸ਼ਾਹ ਨੂੰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਤੇ ਉਹ ਮੱਥੇ ਲੱਗੇ ਵੀ ਨਹੀਂ। ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਸੀ, ਜਿਹੜਾ ਬਾਅਦ 'ਚ ਬਹਾਦਰ ਸ਼ਾਹ ਬਣ ਕੇ ਬਾਦਸ਼ਾਹ ਬਣਿਆ, ਉਹ ਆਉਂਦਾ ਰਿਹਾ, ਸਤਿਗੁਰੂ ਦੇ ਦਰਬਾਰ 'ਚ ਬੈਠਦਾ ਰਿਹਾ, ਸਤਿਗੁਰੂ ਨੂੰ ਬੇਬਹਾਰੇ ਫਲ ਵੀ ਖਵਾਉਂਦੇ ਰਹੇ। ਸਤਿਗੁਰੂ ਨੇ ਉਹਦੀ ਉਮਰੋਂ ਹਾਨੀ ਸਨ। ਬਾਦਸ਼ਾਹ ਜਿਹੜਾ ਬਾਅਦ 'ਚ ਬਹਾਦਰ ਸ਼ਾਹ ਬਾਦਸ਼ਾਹ, ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀਗਾ, ਉਹਦੇ ਉਹ ਹਾਨੀ ਵੀ ਸਨ। ਤੇ ਪਰ ਉਹਦੇ ਨਾਲ ਤਾਂ ਸਤਿਗੁਰੂ ਨੇ ਪੂਰੇ ਬਚਨ ਕੀਤੇ। ਉਹਦੀ ਬਿਰਤੀ ਵੀ ਚੇਂਜ ਹੋਈ ਬਾਅਦ 'ਚ, ਉਹ ਇਤਿਹਾਸ ਪਤਾ ਲੱਗਦਾ ਉਹਦੀ ਬਿਰਤੀ 'ਚ ਬਹੁਤ ਫਰਕ ਸੀਗਾ। ਪਰ ਔਰੰਗਜ਼ੇਬ ਨੂੰ ਸਤਿਗੁਰੂ ਨੇ ਦਰਸ਼ਨ ਨਹੀਂ ਸੀ ਦਿੱਤੇ ਹੈਗੇ। ਤੇ ਜਦੋਂ ਸਤਿਗੁਰੂ ਜੋਤੀ ਜੋਤ ਸਮਾ ਗਿਆ ਤੇ ਔਰੰਗਜ਼ੇਬ ਨੇ ਕਿਹਾ ਹੁਣ ਤਾਂ ਦਰਸ਼ਨ ਕਰ ਸਕਦਾ ਨਾ। ਉਹ ਫਿਰ ਦਰਸ਼ਨ ਕਰਨਾ, ਤੇ ਉਹਨੇ ਆ ਕੇ ਬੰਗਲਾ ਸਾਹਿਬ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਜਿਹੜਾ ਬੰਗਲਾ ਸੀ ਰਾਜਾ ਜਾ ਸਕਦਾ, ਉਹਨੇ ਕਿਹਾ ਵੀ ਸਤਿਗੁਰੂ ਦਾ ਮੈਂ ਦਰਸ਼ਨ ਕਰਨੇ ਚਾਹੁੰਦਾ, ਚਿਹਰੇ ਤੋਂ ਜਿਹੜਾ ਸੀਗਾ ਉੱਤੇ ਇਹਨਾਂ ਚਿਹਰਾ ਦਿਖਾਇਆ ਜਾਵੇ। ਤੇ ਜਦੋਂ ਚਿਹਰਾ ਕਹਿੰਦੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਔਰੰਗਜ਼ੇਬ ਨੂੰ ਐਸਾ ਉਹਨੂੰ ਝਲਕਾਰਾ ਪਿਆ, ਉਹਦੀਆਂ ਅੱਖਾਂ ਆਪਣੇ ਆਪ ਹੀ ਮੀਟੀਆਂ ਗਈ ਤੇ ਧਰਮ ਕਰਕੇ ਪਿੱਛੇ ਡਿੱਪਿਆ। ਸਤਿਗੁਰੂ ਦੀ ਅਜ਼ਮਤ ਔਰੰਗਜ਼ੇਬ ਨੇ ਵੀ ਜੀ ਗੁਰੂ ਨਾਨਕ ਘਰ ਦੀ ਪਰਖ ਲਈ। ਪਰਖ ਕੇ ਉਹਨੇ ਫਿਰ ਰਾਮ ਰਾਏ ਨੂੰ ਗੱਦੀ ਦੇਣ ਦੀ ਗੱਲ ਨਹੀਂ ਕੀਤੀ ਹਕੂਮਤ ਵੱਲੋਂ, ਪਰ ਰਾਮ ਰਾਏ ਨੂੰ ਜਗੀਰ ਪੱਕੀ ਦੇ ਦਿੱਤੀ, ਦੇਹਰਾਦੂਨ ਦੀ ਵੀ ਇੱਕ ਧੜਾ ਕਾਇਮ ਕੀਤਾ ਜਾਵੇ। ਪਰ ਗੁਰਗੱਦੀ ਜਿੱਦਾਂ ਗੁਰੂ ਘਰ ਚਾਹੇ ਉੱਦਾਂ ਹੀ ਆ। ਬਾਬਾ ਬਕਾਲੇ ਵਾਲੀ ਗੱਲ ਜਿਹੜੀ ਸੀ, ਜਿੱਦਾਂ ਗੁਰੂ ਘਰ ਗਏ ਉੱਦਾਂ ਰਹਿ ਗਈ। ਤੇ ਜਿਹੜੀ ਤੁਸੀਂ ਗੱਲ ਕਿਹਾ, ਦਿੱਲੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਜੁੜੇ ਹੋਏ 2 ਗੁਰਦੁਆਰਾ ਸਾਹਿਬ ਨੇ। ਇੱਕ ਗੁਰਦੁਆਰਾ ਬੰਗਲਾ ਸਾਹਿਬ, ਜਿੱਥੇ ਚਬੱਚਾ ਸਾਹਿਬ ਵੀ ਆ, ਜਿੱਥੇ ਜਾ ਕੇ ਗੁਰੂ ਸਾਹਿਬ ਲੰਮਾ ਸਮਾਂ ਠਹਿਰੇ ਸਨ, ਜਿਹੜਾ ਉਹਨਾਂ ਦਾ ਮਕਾਮ ਸੀਗਾ, ਰਾਜਾ ਜੈ ਸਿੰਘ ਦਾ ਬੰਗਲਾ ਸੀ, ਉਹ ਗੁਰਦੁਆਰਾ ਬੰਗਲਾ ਸਾਹਿਬ ਬਣ ਗਿਆ। ਤੇ ਜਿੱਥੇ ਬਾਅਦ 'ਚ ਸਤਿਗੁਰੂ ਦਾ ਅੰਤਮ ਸੰਸਕਾਰ ਕੀਤਾ ਗਿਆ।
ਸਿੱਖਾਂ ਵੱਲੋਂ ਬਹੁਤ ਸ਼ਰਧਾ ਦੇ ਨਾਲ ਉਹਨੂੰ ਆਪਾਂ ਬਾਲਾ ਸਾਹਿਬ ਕਹਿ ਕੇ ਯਾਦ ਕਰਦੇ ਹਾਂ, ਬਾਲਾ ਪ੍ਰੀਤਮ ਗੁਰਦੁਆਰਾ ਦਾ। ਤੇ ਉਸੇ ਸਥਾਨ ਦੇ ਉੱਤੇ ਬਾਅਦ 'ਚ ਮਾਤਾ ਸੁੰਦਰ ਕੌਰ ਦਾ, ਮਾਤਾ ਸਾਹਿਬ ਕੌਰ ਦਾ ਵੀ ਸੰਸਕਾਰ ਕੀਤਾ ਗਿਆ ਸੀਗਾ। ਸੋ 2 ਗੁਰਦੁਆਰੇ ਦਿੱਲੀ ਦੇ ਵਿੱਚ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਜੁੜੇ ਹੋਏ, ਤੇ 2 ਹੀ ਗੁਰਦੁਆਰੇ ਉਹਨਾਂ ਦੇ ਕੀਰਤਪੁਰ ਸਾਹਿਬ 'ਚ ਨੇ। ਇੱਕ ਜਨਮ ਸਥਾਨ ਵਾਲੀ ਥਾਂ ਆ, ਤੇ ਇੱਕ ਜਿੱਥੇ ਉਹ ਕੁੜੀ ਨੂੰ ਠੀਕ ਕੀਤਾ ਸੀਗਾ, ਇੱਕ ਉਹ ਵੀ ਸਥਾਨ ਹੈਗਾ ਆ। ਤੇ ਇੱਕ ਬਾਅਦ ਜਦੋਂ ਗੁਰੂ ਸਾਹਿਬ ਦੇ ਅਸਤ ਲਿਆ ਕੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਰਾਜ ਸਾਹਿਬ ਦੇ ਅਸਤ ਸੀਗੇ, ਉਹ ਪਤਾਲਪੁਰੀ 'ਚ ਪਾਏ ਗਏ ਸੀ, ਤੇ ਸਿੱਖਾਂ ਨੇ ਆਪਣੀ ਸ਼ਰਧਾ ਦੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅਸਤ ਲਿਆ ਕੇ ਵੀ ਉਹ ਕੀਰਤਪੁਰ ਪਾ ਦਿੱਤੇ ਗਏ, ਤੇ ਉੱਥੇ ਵੀ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਥੜਾ ਬਣਿਆ ਹੋਇਆ ਗੁਰਦੁਆਰਾ ਬਣਿਆ ਹੋਇਆ, ਦਿਉਰਾ ਬਣਿਆ ਹੋਇਆ ਜੀ। ਬਹੁਤ ਬਹੁਤ ਰਾਣਾ ਜੀ ਆਪ ਜੀ ਦਾ ਧੰਨਵਾਦ, ਕਿਉਂਕਿ ਦਿੱਲੀ ਵਿੱਚ ਟੋਟਲ ਇਤਿਹਾਸਿਕ 9 ਗੁਰੂ ਘਰ ਹਨ ਸਾਧ ਸੰਗਤ ਜੀ, ਤੇ ਇਤਿਹਾਸ ਤੇ ਗੁਰਬਾਣੀ ਆਕਾਸ਼ ਤੇ ਸਮੁੰਦਰ ਹੈ, ਇਹਦੀ ਕੋਈ ਵਿਆਖਿਆ ਨਹੀਂ ਕਰ ਸਕਦਾ, ਨਾ ਤਾਂ ਪੂਰਾ ਇਤਿਹਾਸ ਦੱਸਿਆ ਜਾ ਸਕਦਾ ਤੇ ਨਾ ਗੁਰਬਾਣੀ ਦੀ। ਤੇ ਇਸ ਕਰਕੇ ਇਤਿਹਾਸਕਾਰ 1 ਘੰਟੇ ਵਿੱਚ ਦੱਸਦਿਆਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ। ਬਿਲਕੁਲ ਜੀ। ਤੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਤੇ ਇਸ ਕਰਕੇ ਸਾਧ ਸੰਗਤ ਜੀ ਅਸੀਂ ਜੋ ਮਹਾਰਾਜ ਦਾ ਪ੍ਰਕਾਸ਼ ਪੁਰਬ ਦੀਆਂ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਤੇ ਇਹ ਘੰਟਾ ਪ੍ਰੋਗਰਾਮ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਗਈਆਂ। ਆਪ ਸੰਗਤ ਬਖਸ਼ਣਹਾਰ ਹੋ, ਇਸ ਕਰਕੇ ਬਖਸ਼ ਲੈਣਾ ਤੇ ਅੱਗੇ ਤੋਂ ਸਮੱਤ ਬਖਸ਼ਣੀ। ਗੁਰੂ ਸਾਹਿਬ ਆਪਣੀ ਸ਼ਰਧਾ ਕਿਰਪਾ ਕਰਕੇ ਆਪਣਾ ਇਤਿਹਾਸ, ਆਪਣੀ ਗੁਰਬਾਣੀ ਦੀਆਂ ਗੱਲਾਂ ਆਪ ਹੀ ਕਰਾ ਲੈਣ। ਇੱਥੇ ਹੀ ਆਪ ਜੀ ਸੰਗਤਾਂ ਕੋ ਖਿਮਾ ਮੰਗ ਕੇ ਹੋਏ ਸਮਾਪਤੀ ਕਰਦੇ ਹਾਂ। ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ। ਰਾਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿ ਕ੍ਰਿਸ਼ਨ ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ